ਨਾਨਕ ਸਿੰਘ ਦੀ ਪੁਸਤਕ ਸੁਪਨਿਆਂ ਦੀ ਕਬਰ ਦਾ ਅਗਲਾ ਭਾਗ ਕੋਲਿਆਂ ਵਾਲੀ। ਭੰਡ ਜੇ ਕਦੀ ਤੀਰ ਨਾਲ ਕਰਾ ਰਿਹਾ ਹੋਵੇ ਤਾਂ ਵੀ ਵੇਖਣ ਵਾਲੇ ਸਮਝਦੇ ਨੇ ਕਿ ਨਕਲ ਕਰ ਰਿਹਾ ਹੈ। ਮੈਨੂੰ ਡਰ ਹੈ ਕਿ ਇਹੋ ਸਲੂਕ ਮੇਰੇ ਇਸ ਲੇਖ ਨਾਲ ਨਾ ਹੋਵੇ। ਮੈਂ ਇਸ ਨੂੰ ਕੁਝ ਵੀ ਅਤਕਥਨੀ ਜਾਂ ਬਨਾਵਟ ਨਹੀਂ ਕੀਤੀ, ਬਿਲਕੁਲ ਹੱਡੀ ਵਾਪਰਿਆ ਇੱਕ ਵਾਕਿਆ ਪੇਸ਼ ਕਰ ਰਿਹਾ ਹਾਂ ਜੋ ਇਸ ਨੂੰ ਕਲਪਿਤ ਕਹਾਣੀ ਨਾ ਸਮਝਿਆ ਜਾਵੇ। ਡਲਹੌਜ਼ੀ ਮੈਂ ਅੱਗੇ ਵੀ 2 ਕੁ ਵਾਰੀ ਆ ਚੁੱਕਾ ਹਾਂ, ਪਰ ਜਿੰਨੀ ਬੇਰੁਜ਼ਗਾਰੀ ਤੇ ਬੇਰੌਣਕੀ ਇੱਥੇ ਐਤਕੀਂ ਵੇਖੀ ਹੈ, ਪਹਿਲਾਂ ਕਦੇ ਨਹੀਂ ਵੇਖੀ। ਅੱਜ ਤੋਂ 5-6 ਸਾਲ ਪਹਿਲਾਂ ਦੀ ਤੇ ਅੱਜ ਦੀ ਡਲਹੌਜ਼ੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿੱਥੇ ਤਾਂ ਇਤਨੀ ਗਹਿਮਾ-ਗਹਿਮੀ ਕਿ ਤਿਲ ਸੁੱਟਿਆਂ ਭੁੰਜੇ ਨਹੀਂ ਸੀ ਪੈਂਦਾ, ਤੇ ਕਿੱਥੇ ਇਹ ਹਾਲ ਕਿ ਹਰ ਪਾਸੇ ਭਾਂ-ਭਾਂ ਪਈ ਹੁੰਦੀ ਹੈ। ਦੁਕਾਨ ਕੋਈ ਟਾਵੀਂ-ਟਾਵੀਂ ਖੁੱਲ੍ਹੀ ਨਜ਼ਰ ਆਉਂਦੀ ਹੈ, ਸੋ ਉਹ ਵੀ ਗਾਹਕਾਂ ਤੋਂ ਵਿਹਲੀ। ਕੋਠੀਆਂ, ਹੋਟਲ 3/4 ਤੋਂ ਵੀ ਜ਼ਿਆਦਾ ਬੰਦ ਪਏ ਨੇ। ਇੱਥੇ ਦੇ ਸਥਾਨਕ ਵਾਸੀ ਜਿਹੜੇ ਲਾਗ-ਪਾਸ ਦੀਆਂ ਚੋਟੀਆਂ 'ਤੇ ਆਬਾਦ ਨੇ, ਉਹਨਾਂ ਦਾ ਗੁਜ਼ਾਰਾ ਸੈਲਾਨੀਆਂ ਦੇ ਸਿਰੋਂ ਹੀ ਚੱਲਦਾ ਹੈ। ਮਿਹਨਤ ਮਜ਼ਦੂਰੀ ਜਾਂ ਕੋਲੇ ਦੀ ਸਨਅਤ ਦੇ ਆਸਰੇ। ਮਰਦ ਸੀਜ਼ਨ ਦੇ ਦਿਨੀਂ ਲੋਕਾਂ ਦਾ ਭਾਰ ਢੋਂਦੇ ਜਾਂ ਕੋਠੀਆਂ ਹੋਟਲਾਂ ਵਿੱਚ ਰਹਿੰਦੇ ਲੋਕਾਂ ਦੀ ਚਾਕਰੀ ਕਰਦੇ ਨੇ, ਤੇ ਉਹਨਾਂ ਦੀਆਂ ਧੀਆਂ ਸੁਆਣੀਆਂ ਕੋਲੇ ਵੇਚ-ਵੇਚ ਸਿਆਲ ਦੇ ਤੋਸੇ ਤੇ ਉੱਦਮ ਕਰਦੀਆਂ ਨੇ। ਉਹ ਲੋਕ ਸਾਰਾ ਸਿਆਲ ਜੰਗਲ 'ਚੋਂ ਲੱਕੜੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਬਾਲ-ਬਾਲ ਕੇ ਕੋਲੇ ਇਕੱਠੇ ਕਰਦੇ ਰਹਿੰਦੇ ਨੇ, ਤੇ ਜਦੋਂ ਸੀਜ਼ਨ ਆਰੰਭ ਹੁੰਦਾ ਹੈ ਜਾਂ ਜਨਾਨੀਆਂ ਪਿੱਠੂਆਂ ਵਿੱਚ ਭਰ-ਭਰ ਕੇ ਇੱਥੇ ਆ ਕੇ ਵੇਚਦੀਆਂ ਨੇ। ਪਰ ਇਸ ਮੰਦਵਾੜੇ ਵਿੱਚ ਜਦ ਕਿ ਕੋਲਿਆਂ ਦਾ ਕੋਈ ਖਰੀਦਦਾਰ ਹੀ ਨਜ਼ਰ ਨਹੀਂ ਆਉਂਦਾ, ਤਾਂ ਇਹਨਾਂ ਲੋਕਾਂ ਦੀ ਦੁਰਦਸ਼ਾ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਵਿਚਾਰੇ ਕਰਨ ਵੀ ਕੀ? ਕੀ ਕੋਈ ਮੰਨ ਸਕੇਗਾ ਕਿ ਅੱਜ ਦੀ ਮਹਿੰਗਾਈ ਦੇ ਸਮੇਂ ਡਲਹੌਜ਼ੀ ਵਿੱਚ ਲੱਕੜ ਦਾ ਕੋਲਾ 3 ਰੁਪਏ ਮਣ ਵਿਕ ਰਿਹਾ ਹੈ, ਤੇ ਗਾਹਕ ਫੇਰ ਵੀ ਕੋਈ ਨਹੀਂ। ਪਿਛਲੇ ਦਿਨਾਂ ਤੋਂ ਮੇਰਾ ਕਮਰਾ ਐਸੇ ਥਾਂ 'ਤੇ ਹੈ ਜਿੱਥੇ ਬਾਰੀ ਸੜਕ ਵੱਲ ਖੁੱਲ੍ਹਦੀ ਹੈ, ਤੇ ਮੈਂ ਦੇਖਦਾ ਰਹਿੰਦਾ ਹਾਂ ਸਾਰਾ ਦਿਨ ਇਸ ਸੜਕ 'ਤੇ ਕੋਲਿਆਂ ਵਾਲਿਆਂ ਦੀ ਲਾਮ-ਡੋਰ ਵੱਜੀ ਰਹਿੰਦੀ ਹੈ। ਕਦੀ-ਕਦੀ ਜਦ ਮੈਂ ਕਲਮ ਹੱਥ ਰੱਖ ਕੇ ਥਕਾਨ ਦੂਰ ਕਰਨ ਲਈ ਬਾਰੀ 'ਚੋਂ ਝਾਤ ਮਾਰਦਾ ਹਾਂ, ਤਾਂ ਮੇਰਾ ਬਹੁਤਾ ਖਿਆਲ ਇਹਨਾਂ ਕੋਲਿਆਂ ਵਾਲਿਆਂ ਵੱਲ ਹੀ ਖਿੱਚਿਆ ਰਹਿੰਦਾ ਹੈ, ਜਿਹੜੀਆਂ ਦਿਨ ਚੜ੍ਹਦੇ ਤੋਂ ਲੈ ਕੇ ਆਥਣ ਤੀਕ ਪਿੱਠ ਉੱਤੇ ਕੋਲਿਆਂ ਦੇ ਭਰੇ ਹੋਏ ਪਿੱਠੂ ਲੱਦੀ ਕਤਾਰਾਂ ਦੀਆਂ ਕਤਾਰਾਂ ਸੜਕਾਂ ਉੱਤੇ ਘੁੰਮਦੀਆਂ ਫਿਰਦੀਆਂ ਨੇ। ਅੱਜ ਦਾ ਇੱਕ ਛੋਟਾ ਜਿਹਾ ਵਾਕਿਆ ਬਿਆਨ ਕਰਦਾ ਹਾਂ। ਮੈਂ ਪੋਸਟ ਆਫਿਸ ਸੁਕੇਅਰ ਲਾਗਲੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਹਾਂ। ਅੱਜ ਜੂਨ ਦੀ 14 ਤਰੀਕ ਹੈ, ਤੇ ਦੁਪਹਿਰ ਦੇ 3-3:30 ਦਾ ਵਕਤ ਹੈ, ਜਦ ਮੈਂ ਨਾਵਲ ਲਿਖਣ ਦਾ ਕੰਮ ਵਿੱਚੇ ਛੱਡ ਕੇ ਇਹ ਸਤਰਾਂ ਲਿਖਣ ਲਈ ਪ੍ਰੇਰਿਆ ਗਿਆ ਹਾਂ। ਰੋਜ਼ ਵਾਂਗ ਸਵੇਰੇ 5 ਵਜੇ ਉੱਠ ਕੇ ਮੈਂ ਪਹਿਲਾਂ ਸੈਰ ਲਈ ਨਿਕਲਿਆ। 6 ਵਜੇ ਨਿੱਤ ਕਿਰਿਆ ਤੋਂ ਵਿਹਲਾ ਹੋ ਕੇ ਇਸ਼ਨਾਨ ਪਾਣੀ ਕੀਤਾ, ਫਿਰ ਨਾਸ਼ਤਾ ਕਰਕੇ 8 ਵਜੇ ਲਿਖਣ ਬੈਠ ਗਿਆ। 8 ਤੋਂ 12 ਵਜੇ ਤੱਕ ਸਵੇਰੇ ਤੇ 2 ਤੋਂ 6 ਵਜੇ ਤੱਕ ਸ਼ਾਮੀਂ ਮੈਂ ਲਿਖਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ। ਕਮਰੇ ਦਾ ਬੂਹਾ ਕਈਆਂ ਦਿਨਾਂ ਤੋਂ ਬੰਦ ਰੱਖਦਾ ਹਾਂ, ਕਿਉਂਕਿ ਮੇਰੇ ਨਾਲ ਦੇ ਕਮਰੇ ਵਿੱਚ ਇੱਕ ਦਿੱਲੀ ਵਾਲੇ ਸੇਠ ਦਾ ਟੱਬਰ ਆ ਟਿਕਿਆ ਹੈ, ਜਿਸ ਦਾ ਚਿੰਗਰ ਬੋਟ ਕਾਫੀ ਹੈ, ਤੇ ਬੱਚਿਆਂ ਦੇ ਰੌਲੇ ਰੱਪੇ ਤੋਂ ਬਚਣ ਲਈ ਮੈਨੂੰ ਬੂਹਾ ਬੰਦ ਕਰਕੇ ਰੱਖਣਾ ਪੈਂਦਾ ਹੈ। ਪਰ ਇਸ ਵਿੱਚ ਮੈਨੂੰ ਅੜਚਨ ਕੋਈ ਨਹੀਂ। ਬਾਰੀ ਖੋਲ੍ਹਣ ਕਰਕੇ ਚਾਨਣ ਕਾਫੀ ਹੁੰਦਾ ਹੈ, ਜਿਹੜੀ ਮੇਰੇ ਮੰਜੇ ਦੇ ਐਨ ਕਰਕੇ ਨਾਲ ਹੈ, ਤੇ ਬਾਰੀ ਥਾਣੀ ਸਾਹਮਣੇ ਬਰਫਾਨੀ ਪਹਾੜ ਦਾ ਦ੍ਰਿਸ਼ ਵੀ ਬੜਾ ਲੁਭਾਣਾ ਦਿਸਦਾ ਹੈ। ਮੈਂ ਮੂੰਹ ਧਿਆਨ ਲਿਖਦਾ ਜਾ ਰਿਹਾ ਸਾਂ ਕਿ ਅਚਾਨਕ ਮੇਰੀ ਬਾਰੀ ਥਾਣੀ ਇੱਕ ਸਿਰ ਅੰਦਰ ਝਾਕਿਆ ਤੇ ਸੁਰੀਲੀ ਜਿਹੀ ਆਵਾਜ਼ ਸੁਣਾਈ ਦਿੱਤੀ, "ਸਰਦਾਰ ਜੀ, ਕੋਲਾ ਲਓਗੇ? ਸੁੱਚਾ ਕੋਲਾ, ਬੜਾ ਵਧੀਆ।" ਲਿਖਦਿਆਂ ਹੀ ਮੈਨੂੰ ਕੋਈ ਬੁਲਾਵੇ ਤਾਂ ਬੜੀ ਖਿਝ ਆਇਆ ਕਰਦੀ ਹੈ, ਪਰ ਜਿਸ ਚਿਹਰੇ ਨੇ ਇਹ ਗੱਲ ਆਖੀ, ਉਸ ਉੱਤੇ ਨਜ਼ਰ ਪੈਂਦਿਆਂ ਹੀ ਨਾ ਕੇਵਲ ਮੈਨੂੰ ਗੁੱਸਾ ਨਾ ਚੜ੍ਹਿਆ, ਸਗੋਂ ਦਿਲ ਉੱਤੇ ਇੱਕ ਮਿੱਠਾ ਜਿਹਾ ਅਸਰ ਛਾ ਗਿਆ। ਏਡੀ ਸੋਹਣੀ ਤੇ ਨਾਜ਼ੁਕ ਪਹਾੜਨ ਕੁੜੀ ਕਦੀ ਮੈਂ ਘੱਟ-ਵੱਧ ਹੀ ਵੇਖੀ ਹੋਵੇਗੀ। ਇਹ ਇੱਕ ਪਹਾੜਨ ਮੁਟਿਆਰ ਸੀ। ਗੋਰੇ ਨਿਛੋਹ ਚਿਹਰੇ ਉੱਤੇ 2 ਵੱਡੀਆਂ-ਵੱਡੀਆਂ ਅੱਖਾਂ ਇਉਂ ਲਿਸ਼ਕ ਰਹੀਆਂ ਸਨ, ਜਿਕਣ ਕਵਲ ਉੱਤੇ ਕਿਸੇ ਨੇ 2 ਸੁੱਚੇ ਮੋਤੀ ਅਛੋਪਲੇ ਹੀ ਟਿਕਾ ਦਿੱਤੇ ਹੋਣ। ਏਡੀ ਸਵੱਛ ਤੇ ਭੋਲੀ ਚਮਕ ਮੈਂ ਕਿਸੇ ਪੰਜਾਬੀ ਕੁੜੀ ਦੀ ਅੱਖਾਂ ਵਿੱਚ ਸ਼ਾਇਦ ਕਦੀ ਨਹੀਂ ਵੇਖੀ। ਆਪਣੀਆਂ ਕੰਘੀ ਨਾਲ ਸਵਾਰੀਆਂ ਮੀਡੀਆਂ ਉੱਤੇ ਉਸ ਗੂੜ੍ਹੇ ਲਾਲ ਰੰਗ ਦਾ ਰੁਮਾਲ ਬੰਨ੍ਹਿਆ ਹੋਇਆ ਸੀ, ਜਿਸ ਨਾਲ ਉਹ ਨਿਰੀ ਰੂਸੀ ਕੁੜੀ ਮਾਲੂਮ ਹੁੰਦੀ ਸੀ। ਉਸਦੇ ਚਿਹਰੇ ਦੀ ਨਿਰੋਈ ਡਲਕ ਨੂੰ ਵੇਖ ਕੇ ਜਾਪਦਾ ਸੀ ਜਿਵੇਂ ਕੁਦਰਤ ਨੇ ਸਿਹਤ ਤੇ ਪਵਿੱਤਰਤਾ ਦਾ ਅਸਲੀ ਰਾਜ਼ ਇਹਨਾਂ ਲੋਕਾਂ ਨੂੰ ਹੀ ਸਮਝਾ ਦਿੱਤਾ ਹੋਵੇਗਾ। ਨਿਸ਼ਪਾਪ, ਨਿਸ਼ਕਪਟ, ਮਾਸੂਮ ਤੇ ਸਨਿਮਰ ਚਿਹਰਾ।
ਨਹੀਂ ਚਾਹੀਏ। ਜਵਾਬ ਵਿੱਚ ਮੇਰੇ ਮੂੰਹੋਂ ਨਿਕਲਦਾ ਗਿਆ, ਪਰ ਦਿਲ ਮੇਰੇ ਨੂੰ ਪਛਤਾਵਾ ਲੱਗਾ। ਕੀ ਮੈਂ ਜ਼ਰਾ ਹੋਰ ਚੰਗੇ ਸ਼ਬਦਾਂ ਤੇ ਮਿੱਠੇ ਰਿਉਂ ਵਿੱਚ ਇੰਨੀ ਗੱਲ ਨਹੀਂ ਸਾਂ ਕਹਿ ਸਕਦਾ? ਏਡੇ ਸੋਹਣੇ ਫੁੱਲ ਉੱਤੇ ਏਡਾ ਤੱਤਾ ਬੁੱਲ੍ਹਾ। ਮੇਰਾ ਖਿਆਲ ਸੀ ਉਹ ਚਲੀ ਜਾਏਗੀ, ਪਰ ਗਈ ਨਹੀਂ। ਇੱਕ ਵਾਰੀ ਫੇਰ ਉਸੇ ਬਿਨੈ ਕੀਤੀ, ਲੈ ਲਓ ਸਰਦਾਰ ਜੀ, ਬਹੁਤ ਅੱਛਾ ਸੁੱਚਾ ਕੋਲਾ ਹੈ, ਸਸਤਾ ਦੇਂਗੀ ਸਰਦਾਰ ਜੀ। ਜਿਵੇਂ ਕੋਈ ਭੀਖ ਮੰਗਣ ਲਈ ਲਿਕਣੀਆਂ ਲੈ ਰਿਹਾ ਹੋਵੇ। ਗੋਡਿਆਂ ਤੋਂ ਲਿਖਣ ਵਾਲਾ ਬੋਰਡ ਚੁੱਕ ਕੇ ਮੈਂ ਇੱਕ ਪਾਸੇ ਰੱਖ ਦਿੱਤਾ ਤੇ ਜ਼ਰਾ ਉਚੇਚੇ ਗਹੁ ਨਾਲ ਉਸ ਵੱਲ ਤੱਕਿਆ। ਪਿੱਠ ਉੱਤੇ ਚੁੱਕੇ ਹੋਏ ਭਾਰ ਨਾਲ ਉਹ ਡਾਢੀ ਔਖੀ ਸੀ। ਸੱਚ ਪੁੱਛੋ ਤਾਂ ਰੋਣ ਹਾਕੀ ਹੋ ਰਹੀ ਸੀ। ਨਿਮਾਣਾ ਜਿਹਾ ਮੂੰਹ ਬਣਾ ਕੇ ਉਸ ਇੱਕ ਵਾਰੀ ਫੇਰ ਇਸ ਆਸ ਨਾਲ ਤੱਕਿਆ ਕਿ ਸ਼ਾਇਦ ਮੈਂ ਕੋਲੇ ਲੈਣ ਲਈ ਤਿਆਰ ਹੋ ਗਿਆ ਹਾਂ। ਐਤਕੀ ਮੈਂ ਜ਼ਰਾ ਹਲੀਮੀ ਨਾਲ ਉਸਨੂੰ ਕਿਹਾ, मैं रोटी नहीं पकाया करता बेटा, उधर जाके दूसरे कमरे वालों से पूछो। मेरा दिल भर आया जदों डडोलकी हो के उस कहा, कोई नहीं लेता सरदार जी, सब पूछा है, सवेर से घूम रही हूँ। ਮੈਨੂੰ ਨਹੀਂ ਸੀ ਪਤਾ ਕਿ ਡਲਹੌਜੀ ਵਿੱਚ ਕੋਲਿਆਂ ਦਾ ਇਤਨਾ ਮੰਦਾ ਹੈ। ਮੇਰਾ ਦਿਲ ਚਾਹਿਆ ਉਸ ਨਾਲ ਕੁਝ ਗੱਲਾਂ ਕਰਾਂ, ਪਰ ਕੀਕਣ ਕਰਾਂ। ਉਹ ਤੇ ਭਾਰ ਥੱਲੇ ਪਿਸ ਰਹੀ ਸੀ। ਫਿਰ ਵੀ ਮੈਂ ਇਤਨੀ ਗੱਲ ਪੁੱਛ ਹੀ ਬੈਠਾ, ਕਹਾਂ ਸੇ ਲਾਤੀ ਹੋ ਕੋਇਲਾ ਤੁਮ? ਉਸਨੇ ਸਹਿਜ ਨਾਲ ਆਪਣਾ ਪਿੱਠੂ ਗੈਲਰੀ ਦੇ ਜੰਗਲ ਨਾਲ, ਜਿਹੜੇ ਉਸਦੀ ਪਿੱਠ ਪਿੱਛੇ ਨਾਲ ਹੀ ਟਿਕਿਆ ਸੀ, ਟਿਕਾ ਦਿੱਤਾ ਤੇ ਕੌਡੀ ਜਿਹੀ ਹੋ ਕੇ ਇਸ ਤਰ੍ਹਾਂ ਖੜੋ ਗਈ ਜਿਸ ਨਾਲ ਅੱਧਾ ਕੁ ਭਾਰ ਜੰਗਲੇ ਉੱਤੇ ਪੈ ਗਿਆ ਤੇ ਇਸ ਨਾਲ ਕੰਮੋਬਿੱਲੀ ਹੋ ਕੇ ਉਹ ਸਾਹਮਣੇ ਪਹਾੜ ਦੇ ਪਿਛਲੇ ਪਾਸੇ ਵੱਲ ਉਂਗਲ ਕਰਕੇ ਕਿਹਾ, उधर से जी, कितनी दूर है? 4-5 कोस जी। तो इतनी दूर से तुम लाती हो? क्या करें जी, पेट का धंधा है। ਇਸੇ ਤਰ੍ਹਾਂ ਦੀਆਂ ਹੋਰ ਕਈ ਗੱਲਾਂ ਮੈਂ ਪੁੱਛੀ ਗਿਆ ਤੇ ਉਹ ਬੇਤੁਰਕੀ ਜਵਾਬ ਦੇਈ ਗਈ। ਤੇ ਇੱਕ ਵਾਰੀ ਸ਼ਾਇਦ ਇਹ ਸੋਚ ਕੇ ਕਿ ਉਸਨੇ ਮੇਰੀ ਹਮਦਰਦੀ ਜਿੱਤ ਲਈ ਹੈ, ਮੈਂ ਆਪਣੇ ਪਿੱਠੂ ਵੱਲ ਧੱਕਦੀ ਹੋਈ ਬੋਲੀ, ਲੈ ਲਓ ਸਰਦਾਰ ਜੀ, ਬਹੁਤ ਅੱਛਾ ਕੋਲਾ ਹੈ। ਅਰੇ ਪਗਲੀ, ਮੈਂ ਉਸਨੂੰ ਪਿਆਰ ਰਲਵੀਂ ਝਾੜ ਪਾਈ। ਮੇਰੇ ਕਿਸ ਕਾਮ ਕੋਲੇ, ਮੈਂ ਤਾਂ ਰੋਟੀ ਹੋਟਲ ਸੇ ਖਾਤਾ ਹੂੰ। ਮੇਰੀ ਗੱਲ ਸੁਣ ਕੇ ਉਸਦਾ ਟਹਿਕਦਾ ਚਿਹਰਾ ਫਿਰ ਹਿੱਸ ਗਿਆ ਤੇ ਉਸਦਾ ਇਹ ਹਾਲ ਮੇਰੀ ਬਰਦਾਸ਼ਤ ਤੋਂ ਬਾਹਰ ਸੀ। ਉਸ ਇੱਕ ਹੌਂਕਾ ਭਰਿਆ ਤੇ ਟੁੱਟੇ ਖੁੱਸੇ ਰੋਹ ਵਿੱਚ ਪਿੱਠੂ ਜੰਗਲ ਨਾਲੋਂ ਹਟਾ ਕੇ ਇਉਂ ਮੁੜ ਗਈ ਜਿਕਣ ਮੇਰੇ ਕੋਲੋਂ ਮਾਰ ਖਾ ਕੇ ਮੁੜ ਰਹੀ ਹੋਵੇ। ਤੇ ਉਸਨੇ ਲੰਬੇ ਸਾਰੇ ਹੋਕੇ ਨਾਲ ਕਿਹਾ, ਭਗਵਾਨ! ਕੀ ਕਹਾਂ, ਇਸ ਚੰਦਰੇ ਸੁਭਾਅ ਨੂੰ ਝਰੀਟ ਜਿਹੀ ਵੱਜ ਗਈ ਮੇਰੇ ਕਾਲਜੇ ਚੋਂ। ਮੈਂ ਉਸਨੂੰ ਆਵਾਜ਼ ਦਿੱਤੀ, ਠਹਿਰੋ। ਤੇ ਉਹ ਇਉਂ ਪਛਾਂਹ ਮੁੜ ਕੇ ਮੇਰੇ ਵੱਲ ਤੱਕੀ ਜਿਵੇਂ ਉਸਨੂੰ ਖੱਡ ਵਿੱਚ ਡਿੱਗਦੀ ਨੂੰ ਕਿਸੇ ਨੇ ਪਿੱਛੋਂ ਫੜ ਕੇ ਬਚਾ ਲਿਆ ਹੋਵੇ। ਸੋਚਿਆ ਸ਼ਾਇਦ ਮੇਰੇ ਗੁਆਂਢੀਆਂ ਨੂੰ ਲੋੜ ਹੋਵੇ। ਪਰ ਫਿਰ ਖਿਆਲ ਆਇਆ, ਮੇਰੇ ਕਮਰੇ ਦੇ ਸੱਜੇ ਪਾਸੇ ਗੈਲਰੀ ਦੀ ਨੁੱਕਰ ਵਿੱਚ ਜਿਹੜੀ ਕੋਲਿਆਂ ਦੀ ਢੇਰੀ ਲੱਗੀ ਹੋਈ ਹੈ, ਉਹ ਉਹਨਾਂ ਦੀ ਹੀ ਤਾਂ ਹੈ ਜਿੱਥੋਂ ਇਹ ਕੁੜੀ ਰੋਜ਼ ਦੋਵੇਂ ਵੇਲੇ ਅੰਗੀਠੀ ਵਿੱਚ ਭਰ ਕੇ ਲੈ ਜਾਇਆ ਕਰਦੀ ਸੀ। ਫਿਰ ਮੈਂ ਵੀ ਬੂਹਾ ਖੋਲ੍ਹ ਕੇ ਉਹਨਾਂ ਦੇ ਕਮਰੇ ਵੱਲ ਚਲਾ ਗਿਆ। ਸੋਚਿਆ ਸ਼ਾਇਦ ਉਹ ਲੈ ਲੈਣ। ਅੰਦਰ ਸੇਠ ਬੈਠਾ ਆਪਣੀ ਸੇਠਾਣੀ ਤੇ ਕੁੜੀਆਂ ਮੁੰਡਿਆਂ ਨਾਲ ਤਾਸ਼ ਖੇਡ ਰਿਹਾ ਸੀ। ਮੈਂ ਉਸਨੂੰ ਗੱਲ ਦੱਸੀ। ਉਸਨੇ ਬੇਦਿਲੀ ਜਿਹੀ ਪ੍ਰਗਟ ਕੀਤੀ, ਜਿਸਦਾ ਮਤਲਬ ਸੀ ਉਹਨਾਂ ਪਾਸ ਅਜੇ ਕਾਫੀ ਸਟਾਕ ਪਿਆ ਹੈ। ਫਿਰ ਜਦ ਮੈਂ ਕੁਝ ਜਜ਼ਬਾਤੀ ਜਿਹੇ ਢੰਗ ਵਿੱਚ ਕੋਲਿਆਂ ਵਾਲੀ ਦੀ ਤਰਸਯੋਗ ਹਾਲਤ ਬਿਆਨ ਕੀਤੀ ਤਾਂ ਉਹ ਅੱਧ-ਮਰਜੀ ਜਿਹੀ ਹਾਲਤ ਵਿੱਚ ਉੱਠ ਕੇ ਮੇਰੇ ਨਾਲ ਤੁਰ ਹੀ ਪਿਆ। ਆਉਂਦਿਆਂ ਹੀ ਸੇਠ ਨੇ ਪਹਿਲਾਂ ਕੁੜੀ ਵੱਲ ਤੇ ਫਿਰ ਉਸਦੇ ਬੋਝ ਵੱਲ ਉੱਤੋਂ ਤੋਂ ਹੇਠਾਂ ਤੀਕ ਵੇਖਿਆ। ਫਿਰ ਗੈਲਰੀ ਦੇ ਜੰਗਲ ਨਾਲ ਆ ਜੁੜੀ ਸੀ, ਬਿਲਕੁਲ ਅਹਿਲ ਤੇ ਅਡੋਲ, ਜਿਵੇਂ ਕਿਸੇ ਬੁੱਤ ਤਰਾਸ਼ ਨੇ ਬੁੱਤ ਘੜ ਕੇ ਟਿਕਾਇਆ ਹੋਇਆ ਹੋਵੇ। ਕਿਤਨਾ ਪੈਸਾ? ਸੇਠ ਨੇ ਇਸ ਰੁੱਖੇ ਤੇ ਕਰਕਸ਼ ਲਹਿਜੇ ਨੇ ਮੈਨੂੰ ਔਖਾ ਜਿਹਾ ਕਰ ਦਿੱਤਾ। ਸੋਚਦਾ ਸਾਂ, ਏਡੀ ਕੋਮਲ ਤੇ ਸੋਹਣੀ ਚੀਜ਼ ਨੂੰ ਕੋਈ ਇਸ ਤਰ੍ਹਾਂ ਦੇ ਕੁਰੱਖਤ ਲਫ਼ਜ਼ ਕਹਿ ਸਕਦਾ ਹੈ? ਜਿਵੇਂ ਕੁੜੀ ਦੀ ਜਾਨ ਵਿੱਚ ਜਾਨ ਆ ਗਈ ਹੋਵੇ। ਉਸਦੇ ਚਿਹਰੇ ਤੇ ਫਿਰ ਆਸ਼ਾ ਦੀ ਰੋਹ ਰੁੰਕੀ ਤੇ ਘਬਰਾਈ ਜਿਹੀ ਆਵਾਜ਼ ਵਿੱਚ, ਮਤੇ ਗਾਹਕ ਹੱਥੋਂ ਨਿਕਲ ਨਾ ਜਾਵੇ, ਬੋਲੀ, ਜੋ ਮਰਜ਼ੀ ਦੇ ਦੋ ਜੀ। ਬੋਲੋ ਬੋਲੋ, ਕਿਤਨਾ ਪੈਸਾ ਲੈ ਲੇਗੀ? ਸੇਠ ਫਿਰ ਉਸ ਕਰਕਸ਼ ਬੋਲੀ ਵਿੱਚ ਬੋਲਿਆ। 12 ਆਨੇ ਦੇ ਦੋ ਬਾਬੂ ਜੀ। ਕੁੜੀ ਦੇ ਮੂੰਹੋਂ ਸੁਣ ਕੇ ਮੈਂ ਹੱਕਾ ਬੱਕਾ ਹੀ ਰਹਿ ਗਿਆ। ਮੇਰੇ ਦਿਮਾਗ ਵਿੱਚ ਤਾਂ ਅੰਮ੍ਰਿਤਸਰ ਦੇ ਕੋਲੇ ਸਮਾਏ ਹੋਏ ਸਨ। ਅੱਧੀ ਕੇਰੀ, ਅੱਧੇ ਕੋਲੇ 9 ਰੁਪਏ ਮਣ। ਉਸ ਦੇ ਬੋਝ ਵੱਲ ਤੱਕ ਕੇ ਮੈਂ ਅੰਦਾਜ਼ਾ ਲਾਇਆ ਕਿ 15-20 ਸੇਰ ਤੋਂ ਘੱਟ ਨਹੀਂ ਹੋਣਗੇ। ਮੇਰਾ ਖਿਆਲ ਸੀ ਕਿ ਏਡਾ ਸਸਤਾ ਸੌਦਾ ਲੈਣ ਲਈ ਸੇਠ ਨੂੰ ਕੋਈ ਉਜਰ ਨਹੀਂ ਹੋਵੇਗਾ, ਪਰ ਉਹ ਗੱਲ ਸੁਣਦਾ ਹੀ ਬਿਨਾਂ ਕੁਝ
ਕਿਹਾ। ਗੁੱਸੇ ਨਾਲ ਭਰਿਆ ਪੀਤਾ ਆਪਣੇ ਕਮਰੇ ਵੱਲ ਤੁਰ ਪਿਆ। ਕੁੜੀ ਦੇ ਚਿਹਰੇ ਦੀ ਦੁਗੜਈ ਉੱਤੇ ਜਿਹੜੀ ਆਸ ਦੀ ਮਾੜੀ ਜਿਹੀ ਝਲਕ ਆਈ ਸੀ, ਫੇਰ ਛਾਈ ਮਾਈ ਹੋ ਗਈ ਤੇ ਉਸਨੇ ਘਬਰਾ ਕੇ ਆਵਾਜ਼ਾਂ ਦੇਣੀਆਂ ਸ਼ੁਰੂ ਕੀਤੀਆਂ। अच्छा तुम क्या देंगे बाबूजी? देखो बात सुनो बाबूजी, कम दे दो, बोलो तुम क्या देंगे? इचड़ तक सेठ अपने कमरे ਦੇ ਬੂਹੇ ਤੱਕ ਅੱਪੜ ਚੁੱਕਾ ਸੀ। ਕੁੜੀ ਦੀ ਆਵਾਜ਼ ਸੁਣ ਕੇ ਉਹ ਨਾ ਮੁੜਿਆ ਤੇ ਨਾ ਹੀ ਪਰਤ ਕੇ ਤੱਕਿਆ। ਉਹ ਕਹਿੰਦਾ ਹੋਇਆ ਅੰਦਰ ਦਾਖਲ ਹੋ ਗਿਆ। तीन आना तीन आना। ਉਹ ਮੇਰਾ ਰੱਬਾ, ਮੇਰਾ ਦਿਲ चिल्लाया। 3 ਆਨੇ ਕੁੱਲ? ਇੰਨੀ ਤੇ ਕੋਈ ਮਜਬੂਰ ਵੀ ਨਾ ਦੇਵੇ ਬਾਜ਼ਾਰ 'ਚ ਚੁੱਕ ਕੇ ਲਿਆਉਣ ਦੀ। ਉਸਦੇ 3 ਆਨਾ ਲਫ਼ਜ਼ ਪਿੱਛੇ ਲੁਕਿਆ ਹੋਇਆ ਇਹ ਅਭਾਗਣੀ ਕੁੜੀ ਦਾ ਇੱਕ ਛੋਟਾ ਜਿਹਾ ਇਤਿਹਾਸ ਮੈਨੂੰ ਦਿਖਾਈ ਦਿੱਤਾ। ਇਹਨਾਂ ਪਿੱਠੂ ਭਰੇ ਕੋਲਿਆਂ ਦੀ ਉਪਜ ਲਈ ਉਹ ਬਾਲੜੀ ਨੇ ਕਿੰਨੀਆਂ ਘਾਲਾਂ ਘੱਲੀਆਂ ਹੋਣਗੀਆਂ। ਸਿਆਲ ਦੇ ਦਿਨੀਂ ਜਦ ਸਾਰਾ ਜੰਗਲ ਬਰਫ਼ ਨਾਲ ਚਿੱਟਾ ਹੋਇਆ ਹੁੰਦਾ ਹੈ, ਇਹ ਲੱਕੜਾਂ ਚੁਣ ਕੇ ਲਿਆਈ ਹੋਵੇਗੀ, ਜਿਹੜੀਆਂ ਇੰਨੇ ਕੁ ਕੋਲੇ ਬਣਾਉਣ ਲਈ ਏਦੂ ਦੂਣੀਆਂ ਜਾਂ ਜ਼ਰੂਰ ਹੋਣਗੀਆਂ, ਅਰਥਾਤ 2 ਫੇਰੇ। ਫਿਰ ਉਹ ਲੱਕੜਾਂ ਦੇ ਕੋਲੇ ਬਣਾ ਕੇ ਕਿੰਨੇ ਚਾਵਾਂ ਨਾਲ ਸਿਆਲ ਦੀ ਰੁਖ਼ਸਤ ਦੇ ਹੁਨਾਲ ਦੀ ਆਮਦ ਨੂੰ ਉਡੀਕਦੀ ਰਹੀ ਹੋਵੇਗੀ। ਫਿਰ ਇਸ ਭਰੇ ਹੋਏ ਪਿੱਠੂ ਦੇ ਓਹਲੇ ਉਸ ਨੂੰ ਪਤਾ ਨਹੀਂ ਕਿੰਨੀਆਂ ਕੁ ਮਕਈ ਦੀਆਂ ਰੋਟੀਆਂ ਲੁਕੀਆਂ ਦਿਸ ਰਹੀਆਂ ਹੋਣਗੀਆਂ। ਸੋਚਦੀ ਹੋਵੇਗੀ ਸੀਜ਼ਨ ਦੀ ਆਮਦ ਉਸ ਲਈ ਰਿਜ਼ਕ ਦਾ ਬੂਹਾ ਖੋਲ੍ਹ ਦੇਵੇਗੀ, ਪਰ ਇਸ ਦਾ ਅੰਜਾਮ ਤੇ ਢਿੱਡਲ ਦੇ ਮੂੰਹੋਂ ਨਿਕਲੇ ਹੋਏ ਉਹ 3 ਆਨਾ ਦੀ 3 ਤੇਰ ਬਣ ਕੇ ਇਸ ਬੱਚੀ ਦੇ ਕਾਲਜੇ ਵਿੱਚ ਨਾ ਖੁੱਭ ਗਏ ਹੋਣਗੇ। ਉਸ ਵੇਲੇ ਪਤਾ ਨਹੀਂ ਕਿਉਂ ਮੇਰੇ ਅੰਦਰੋਂ ਅਚਿੰਤੇ ਹੀ ਹਿੰਸਾ ਜਿਹੀ ਦੇ ਭਾਵ ਉੱਠਣ ਲੱਗ ਪਏ। ਦਿਲ ਕੀਤਾ ਗਲਾ ਘੁੱਟ ਸੁੱਟਾਂ ਫੜ ਕੇ ਇਸ ਸੇਠ ਦੇ ਬੱਚੇ ਦਾ। ਕੁੜੀ ਵਿਚਾਰੀ ਨੇ ਜੰਗਲੇ ਨਾਲੋਂ ਪਿੱਠੂ ਹਟਾਇਆ ਤੇ ਲੱਤਾਂ ਘਸੀਟਦੀ ਫਿਰ ਪਿਛਾਂਹ ਮੁੜੀ। ਦਿਲ ਮੇਰਾ ਕਾਬੂ ਵਿੱਚ ਨਾ ਰਹਿ ਸਕਿਆ। ਮੈਂ ਉਸਨੂੰ ਆਵਾਜ਼ ਦਿੱਤੀ, ਲੈ ਇਧਰ ਆ, ਦੇ ਬਜਾਏ ਇਸ ਦੇ ਕਿ ਉਹ ਮੁੜ ਆਉਂਦੀ, ਉਹ ਉਹਨਾਂ ਹੀ ਪੈਰੀਂ ਤੇ ਰੁਕੀ ਤੇ ਪਿਛਾਂਹ ਗਰਦਨ ਮੋੜ ਕੇ कड़की, सरदार जी ये 3 आने का माल है, तुम इंसाफ से बोलता है। ਤੇ ਉਸ ਦੀਆਂ ਸੋਹਣੀਆਂ ਲਭਾਊ ਅੱਖਾਂ ਵਿੱਚ ਕਿਸੇ ਖੁਮਾਰ ਛੀਵੀਂ ਵਰਗੀ ਡਰਾਉਣੀ ਚਮਕ ਮੈਨੂੰ ਨਜ਼ਰੀ ਆਈ। ਮੈਨੂੰ ਡਰ ਆਉਣ ਲੱਗਾ, ਜਿਵੇਂ ਉਸਦੇ ਕੇਵਲ ਸ਼ਰਾਪ ਨਾਲ ਹੀ ਕੋਈ ਸੜ ਕੇ ਇਹਨਾਂ ਕੋਲਿਆਂ ਵਰਗਾ ਹੋ ਜਾਵੇਗਾ। मैं बड़े दर्द ਤੇ प्यार ਭਿੱਜੇ ਲਹਿਜੇ ਵਿੱਚ ਉਸਨੂੰ ਕਿਹਾ, 3 आने नहीं बेटा, जो तुमने मांगा है वो ही देंगे। सेठ नहीं लेगा, मैं ले लेता हूँ। ਬੇਭਰੋਸਗੀ ਜਿਹੀ ਦੀ ਨਜ਼ਰ ਨਾਲ ਉਹ ਇੱਕ ਵਾਰੀ ਅੱਖਾਂ ਚੌੜੀਆਂ ਕਰਕੇ ਮੇਰੇ ਵੱਲ ਤੱਕੀ ਤੇ ਫੇਰ ਜਿਵੇਂ ਮੇਰੇ ਚਿਹਰੇ ਤੋਂ ਹੀ ਉਸਨੇ ਆਪਣੀ ਸ਼ੰਕਾ ਦਾ ਉੱਤਰ ਪੜ੍ਹ ਲਿਆ ਹੋਵੇ। ਕਿੱਧਰ ਡਾਲੂੰ ਸਰਦਾਰ ਜੀ? ਉਸਦੇ ਬੋਲ ਵਿੱਚ ਪਹਿਲਾਂ ਵਰਗੀ ਹਲੀਮੀ ਤੇ ਮਿਠਾਸ ਪਰਤ ਆਈ। ਪਰ ਮੈਂ ਇਹ ਹੁਣ ਤੱਕ ਸੋਚਿਆ ਹੀ ਨਹੀਂ ਸੀ ਕਿ ਇਹਨਾਂ ਨੂੰ ਸੁਟਾਵਾਂਗਾ ਕਿੱਥੇ। ਥਾਂ ਤਾਂ ਕੋਈ ਦਿਸਦੀ ਨਹੀਂ ਸੀ ਗੈਲਰੀ ਵਿੱਚ, ਉਸ ਨੁੱਕਰ ਤੋਂ ਬਿਨਾਂ ਜਿੱਥੇ ਸੇਠ ਦੇ ਕੋਲੇ ਪਏ ਸਨ। ਮੈਂ ਉਸਨੂੰ ਕਿਹਾ, ਵਾਹਾਂ ਡਾਲ ਦੇ, ਤੇ ਉਸਨੇ ਉਸੇ ਨੁੱਕਰ ਤੇ ਪਿੱਠੂ ਜਾ ਉਤਾਰਿਆ ਤੇ ਫਿਰ ਆਪਣੇ ਸਰੀਰ ਨਾਲੋਂ ਰੱਸੀਆਂ ਵੱਖ ਕਰਕੇ ਉਸੇ ਕੋਲਿਆਂ ਦੀ ਢੇਰੀ ਦੇ ਉੱਤੇ ਪਿੱਠੂ ਉਲੱਦ ਦਿੱਤਾ। ਸੇਠ ਇੱਕ ਵਾਰੀ ਫੇਰ ਅੰਦਰੋਂ ਨਿਕਲ ਆਇਆ, ਸ਼ਾਇਦ ਕੋਲੇ ਉਲੱਦਣ ਦਾ ਖੜਾਕ ਸੁਣ ਕੇ, ਤੇ ਆਉਂਦਾ ਹੀ ਮੇਰੇ ਵੱਲ ਧੱਕ ਕੇ ਕੁਝ ਬੇਅਦਬ ਜਿਹੇ ਢੰਗ ਨਾਲ ਬੋਲਿਆ, ਸਰਦਾਰ ਜੀ ਯਹਾਂ ਤੋਂ ਹਮਾਰੇ ਕੋਲੇ ਪੜੇ ਹੈਂ। ਮੈਂ ਆਪਣੇ ਗੁੱਸੇ ਨੂੰ ਅੰਦਰੋਂ ਅੰਦਰ ਪੀਂਦਿਆਂ ਕਿਹਾ, ਕੋਈ ਬਾਤ ਨਹੀਂ ਸੇਠ ਜੀ, ਇਹ ਵੀ ਤੁਮਾਰੇ ਹੀ ਹੈ। ਤੇ ਜਦ ਮੈਂ ਬਟੂਏ ਚੋਂ ਇਹ ਅਠਿਆਨੀ ਤੇ ਇੱਕ ਚੁਆਨੀ ਕੱਢ ਕੇ ਕੁੜੀ ਨੂੰ ਫੜਾਈਆਂ ਤਾਂ ਸੇਠ ਇਸ ਤਰ੍ਹਾਂ ਹੱਕਾ ਬੱਕਾ ਹੋ ਕੇ ਮੇਰੇ ਵੱਲ ਤੱਕਿਆ ਜਿਵੇਂ ਮੈਂ ਕੋਈ ਬਹੁਤ ਭਾਰੀ ਬੇਵਕੂਫੀ ਕਰ ਬੈਠਾ ਹੋਵਾਂ। 12 ਆਨੇ ਪਰ ਲੈ ਲਿਆ ਆਪਨੇ? ਮੇਰੀ ਮੂਰਖਤਾ ਨੂੰ ਹੋਰ ਸਪਸ਼ਟ ਕਰਦਿਆਂ ਉਸਨੇ ਪੁੱਛਿਆ। ਇਹ ਤਾਂ 4 ਆਨੇ ਕਾ ਵੀ ਮਾਲ ਨਹੀਂ, ਹਲਕੇ ਹੈ ਬਿਲਕੁਲ ਪੋਲੇ। ਤੇ ਢੇਰੀ ਤੋਂ ਇੱਕ ਮੋਟਾ ਕੋਲਾ ਚੁੱਕ ਕੇ ਮੇਰੇ ਹੱਥ ਵਿੱਚ ਰੱਖਦਾ ਹੋਇਆ ਬੋਲਿਆ, देखो जरा उठाकर, फूंक मारने से उड़ जाएगा। और आजकल तो मारे फिरते हैं, कोलों को पूछता कौन है। सच्ची जे कदी ਆਪਣੇ ਸਾਊਪਣੇ ਦਾ ਜਾਂ ਬੇਗਾਨੇ ਸ਼ਹਿਰ ਵਿੱਚ ਕਿਸੇ ਮੁਸੀਬਤ ਖੜੀ ਹੋ ਜਾਣ ਦਾ ਡਰ ਨਾ ਹੁੰਦਾ ਤਾਂ ਮੈਂ ਉਹੀ ਮੋਟਾ ਕੋਲਾ ਉਸਦੇ ਮੱਥੇ ਵਿੱਚ ਮਾਰ ਕੇ ਪੁੱਛਦਾ, ਬੇਸ਼ੱਕ ਸੇਠ ਜੀ इसकी तो चोट तक नहीं लगती। ਪਰ ਬੇਵੱਸ ਸਾਂ, ਮੈਂ ਉਸਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਕੁੜੀ ਕ੍ਰਿਤੱਗ ਨਜ਼ਰਾਂ ਨਾਲ ਮੇਰੇ ਵੱਲ ਇੱਕ ਵਾਰੀ ਤੱਕੀ ਤੇ ਫਿਰ ਖਾਲੀ ਪਿੱਠੂ ਪਿੱਠ ਤੇ ਰੱਖ ਕੇ ਹੋਟਲ ਚੋਂ ਬਾਹਰ ਨਿਕਲ ਗਈ। ਮੈਂ ਆਪਣੇ ਕਮਰੇ ਵਿੱਚ ਆ ਕੇ ਬੂਹਾ ਬੰਦ ਕਰਨ ਲੱਗਾ ਸਾਂ ਕਿ ਦੂਜੇ ਕਮਰੇ ਚੋਂ ਸਠਾਣੀ ਦੀ ਆਵਾਜ਼ ਸੁਣਾਈ ਦਿੱਤੀ,
जरा ध्यान रखियो, जब सरदार कोले अलग करने लगेगा, ऐसा ना हो हमारे भी बटोर ले। इन पंजाबियों का कुछ ठीक ठिकाने थोड़ी ही है। समाप्त। धन्यवाद। ਨਾਨਕ ਸਿੰਘ ਦੀ ਪੁਸਤਕ ਸੁਪਨਿਆਂ ਦੀ ਕਬਰ ਦਾ ਅਗਲਾ ਭਾਗ ਲੰਬਾ ਪੈਂਡਾ। ਲੋਕੀ ਕਹਿੰਦੇ ਨੇ ਕਚਹਿਰੀਆਂ ਦੇ ਮੁਲਾਜ਼ਮਾਂ ਦਾ ਜੀਵਨ ਨਿਰਾ ਗੁਲਾਮੀ ਦਾ ਨਮੂਨਾ ਹੁੰਦਾ ਹੈ। ਸਲਾਮ ਲਈ ਹਰ ਵੇਲੇ ਹੱਥ ਮੱਥੇ ਤੇ ਹੀ ਰਹਿੰਦਾ ਹੈ। ਇਹ ਖਿਆਲ ਲੋਕਾਂ ਦਾ ਗਲਤ ਨਹੀਂ, ਪਰ ਮੈਂ ਕਹਿੰਦਾ ਹਾਂ, ਜਿਸ ਮੁਲਾਜ਼ਮ ਉੱਤੇ ਅਫਸਰ ਮਿਹਰ ਦੀ ਨਜ਼ਰ ਰੱਖਦਾ ਹੋਵੇ, ਉਸ ਨਾਲ ਦਾ ਸੁਖੀ ਸਾਰੇ ਜਹਾਨ ਵਿੱਚ ਕੋਈ ਨਹੀਂ। ਜਿਵੇਂ ਜੀਅ ਕਰੇ ਚੰਮ ਦੇ ਦਮ ਪਿਆ ਚਲਾਵੇ, ਕਿਸੇ ਦੀ ਮਜਲ ਨਹੀਂ ਜੋ ਉਸ ਵੱਲ ਕਹਿਰੀ ਅੱਖ ਤੱਕ ਜਾਵੇ। ਫਿਰ ਮਾਲ ਅਫਸਰ ਵਰਗੇ ਹਾਕਮ ਦੀ ਅੜਦੱਲੀ, ਜਿਸ ਦੀ ਮੁੱਠ ਵਿੱਚ ਸੈਂਕੜੇ ਲੋਕਾਂ ਦੀ ਜਾਨ ਤੇ ਹਜ਼ਾਰਾਂ ਲੋਕਾਂ ਦੀ ਕਿਸਮਤ ਹੁੰਦੀ ਹੈ। ਅੱਜ ਸਾਰੇ ਦਿਨ ਦਾ ਥੱਕਾ ਟੁੱਟਾ ਮੈਂ ਆਪਣੀ ਕੋਠੜੀ ਵਿੱਚ ਪੁੱਜਾ। ਮੇਰਾ ਸਾਹਿਬ ਹਰ ਦੂਜੇ ਤੀਜੇ ਮਹੀਨੇ ਆਪਣੇ ਪਿਓ ਨੂੰ ਮਿਲਣ ਇਸ ਪਿੰਡ ਆਇਆ ਕਰਦਾ ਸੀ। ਅੱਜ ਵੀ ਉਹ ਸਵੇਰ ਦੀ ਗੱਡੀ ਉਤਰਿਆ ਹੈ। ਮੇਰੀ ਸਾਰੀ ਦਿਹਾੜੀ ਅਸਬਾਬ ਚੁਕਾਣ ਰਖਾਣ ਵਿੱਚ ਤੇ ਨੱਠਣ ਭੱਜਣ ਵਿੱਚ ਹੀ ਬੀਤੀ ਹੈ। ਪਿੰਡ ਦੇ ਲੋਕ ਅੱਜ ਸਾਰਾ ਦਿਨ ਤਰ੍ਹਾਂ ਤਰ੍ਹਾਂ ਦੀਆਂ ਨਜ਼ਰਾਂ ਨਿਆਜ਼ਾਂ ਲੈ ਕੇ ਮਾਲ ਅਫਸਰ ਸਾਹਿਬ ਦੀ ਸਲਾਮੀ ਲਈ ਆਉਂਦੇ ਰਹੇ ਤੇ ਦੋਹਾਂ ਪਿਓਆਂ ਪੁੱਤਰਾਂ ਨੂੰ ਨਿਉ ਕੇ ਸਲਾਮਾਂ ਕਰਦੇ ਰਹੇ। ਪਰ ਮੇਰੀ ਤਲੀ ਤੇ ਕਿਸੇ ਨੇ ਇੱਕ ਪੈਸਾ ਵੀ ਨਾ ਧਰਿਆ। ਧਰਦੇ ਵੀ ਕਿਉਂ? ਇਹ ਮੁਕੱਦਮੇਦਾਰ ਥੋੜ੍ਹੇ ਹੀ ਸਨ। ਕਚਹਿਰੀ ਲੱਗੀ ਹੋਈ ਹੁੰਦੀ ਤਾਂ ਮੈਂ ਵੀ 10-15 ਰੁਪਇਆਂ ਨੂੰ ਹੱਥ ਫੇਰ ਹੀ ਲੈਂਦਾ। ਹਾਂ, ਖਾਣ ਪੀਣ ਦੀ ਜਿੰਨੇ ਦਿਨ ਇਸ ਪਿੰਡ ਰਹੀਏ, ਚੰਗੀ ਬਹਾਰ ਬਣੀ ਰਹਿੰਦੀ ਹੈ। ਅੱਜ ਹੀ ਪਲਾਵਾਂ ਦੇ ਕੁੱਕੜਾਂ ਦੀ ਸਿਰ ਰੁਲ ਪਈ ਰਹੀ। ਪਿੰਡ ਦੇ ਝਿਉਰਾਂ ਬਾਹਮਣਾਂ ਨੂੰ ਤਾਂ ਸਾਡੀ ਰਸੋਈ ਹੱਥੋਂ ਸਿਰ ਖੁਰਕਣ ਦੀ ਵੇਲ ਨਹੀਂ ਲੱਗੀ। ਲੰਮਾ ਕੋਟ ਤੇ ਚਪੜਾਸ ਲਾਹ ਕੇ ਮੈਂ ਕਿੱਲੀ ਤੇ ਟੰਗੀ ਤੇ ਮੰਜੇ ਉੱਤੇ ਦਰੀ ਵਿਛਾ ਕੇ ਲੰਬਾ ਪੈ ਗਿਆ। ਪਿਆਂ ਨੂੰ ਮੈਨੂੰ ਅੱਜ ਤੋਂ 2 ਵਰ੍ਹੇ ਪਹਿਲਾਂ ਦੀ ਇੱਕ ਘਟਨਾ ਚੇਤੇ ਆ ਗਈ ਤੇ ਨਾਲ ਹੀ ਉਸ ਪੇਂਡੂ ਬੁੱਢੇ ਦੀ ਰਾਮ ਕਹਾਣੀ ਵੀ। ਸੋਚਦਿਆਂ ਪਹਿਲਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਫੇਰ ਮੁੱਛਾਂ ਵਿੱਚ ਹਾਸਾ। ਇੱਕ ਵਾਰੀ ਇਹ ਹੂ-ਬ-ਹੂ ਉਹੀ ਨਜ਼ਾਰਾ ਮੇਰੇ ਸਾਹਮਣੇ ਫਿਰਨ ਲੱਗਾ। ਇਹ ਉਦੋਂ ਦਾ ਜ਼ਿਕਰ ਹੈ ਜਦ ਮੇਰੇ ਸਾਹਿਬ ਨੇ ਬੜੀਆਂ ਕੋਸ਼ਿਸ਼ਾਂ ਨਾਲ ਫਿਲੌਰੋਂ ਗੁਰਦਾਸਪੁਰ ਬਦਲੀ ਕਰਾਈ ਸੀ ਤੇ ਸਭ ਤੋਂ ਪਹਿਲਾ ਦੌਰਾ ਅਸਾਂ ਕਿਸੇ ਪਿੰਡ ਦਾ ਕੀਤਾ ਸੀ। ਰੁੱਤ ਸਿਆਲ ਦੀ ਸੀ। ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ ਤੇ ਨਿੱਕੀ ਨਿੱਕੀ ਫੁਹਾਰ ਪੈ ਰਹੀ ਸੀ। ਪਿੰਡੋਂ ਬਾਹਰ ਚੜ੍ਹਦੇ ਵੱਲ ਸਾਡਾ ਕੈਂਪ ਸੀ। ਉਦੋਂ ਵੀ ਅੱਜ ਵਾਂਗ ਹੀ, ਸਗੋਂ ਅੱਜ ਨਾਲੋਂ ਕਈ ਗੁਣਾ ਵੱਧ ਗਰਮਜੋਸ਼ੀ ਤੇ ਉਤਸ਼ਾਹ ਨਾਲ ਇਸ ਪਿੰਡ ਦੇ ਲੋਕਾਂ ਨੇ ਸਾਹਿਬ ਦੀ ਆਓ ਭਗਤ ਕੀਤੀ ਸੀ। ਸਾਹਿਬ ਨੇ ਉਸ ਦਿਨ ਕਈ ਮੁਕੱਦਮੇ ਸੁਣੇ ਸਨ। ਕੈਂਪ ਦੇ ਦੁਆਲੇ ਮੁਦਈਆਂ ਤੇ ਮੁਦਿਆਲਿਆਂ ਦੀ ਚੋਖੀ ਭੀੜ ਸੀ। ਮੈਨੂੰ ਵੀ ਉਦਣ ਕਈ ਦਿਨਾਂ ਪਿੱਛੋਂ ਸ਼ਰਬਤ ਪਾਣੀ ਵਸੂਲ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਦਿਲ ਦਾ ਬੋਝ ਮੇਰੇ ਬੋਝਿਆਂ ਨੇ ਆਪਣੇ ਅੰਦਰ ਲੈ ਲਿਆ। ਉਹ ਬੁੱਢਾ ਪੇਂਡੂ ਦਿਨ ਵਿੱਚ ਕੋਈ 4-5 ਵਾਰੀ ਆ ਕੇ ਮੇਰੇ ਪੈਰਾਂ ਤੇ ਡਿੱਗਿਆ ਤੇ ਸਾਹਿਬ ਨੂੰ ਸਲਾਮ ਕਰਨ ਦੀ ਚਾਹਨਾ ਕੀਤੀ, ਪਰ ਇਹਨਾਂ ਤਿਲਾਂ ਵਿੱਚ ਤੇਲ ਕਿੱਥੇ ਸੀ। ਇੱਥੇ ਤਾਂ ਉਹ ਗੱਲ ਸੀ ਕਿ ਜਿਹੜਾ ਦੇਵੇ ਰੋਕ, ਉਸਦੀ ਤਾਣੀ ਦਿਆਂ ਠੋਕ। ਭਲਾ ਦਮਾਂ ਦੇ ਰੁੱਠੇ ਵੀ ਕਦੇ ਗੱਲਾਂ ਨਾਲ ਮੰਨਦੇ ਹੁੰਦੇ ਨੇ। ਇਹ 4-5 ਵਾਰੀ ਮੈਥੋਂ ਧੱਕੇ ਨਾਲ ਗਾਲ੍ਹਾਂ ਖਾ ਕੇ ਪਿਛਾਂਹ ਮੁੜਿਆ। ਸੰਧਿਆ ਹੋ ਗਈ। ਮਾੜਾ ਮੀਂਹ ਵੀ ਪੈ ਰਿਹਾ ਸੀ। ਮੈਂ ਸਾਹਿਬ ਦੀ ਘੋੜੀ ਨੂੰ ਲੰਬਰਦਾਰ ਦੀ ਹਵੇਲੀ ਛੱਡ ਕੇ ਮੁੜਿਆ ਆ ਰਿਹਾ ਸਾਂ। ਜਦ ਮੈਂ ਕੈਂਪ ਦੇ ਨੇੜੇ ਪੁੱਜਾ ਤਾਂ ਵੇਖਿਆ ਉਹੀ ਬੁੱਢਾ ਪੇਂਡੂ ਮੀਂਹ ਨਾਲ ਭਿੱਜਾ ਹੋਇਆ ਇੱਕ ਰੁੱਖ ਥੱਲੇ ਬੈਠਾ ਕੰਬ ਰਿਹਾ ਸੀ। ਮੀਂਹ ਜ਼ੋਰ ਦਾ ਹੋ ਗਿਆ ਤੇ ਮੈਂ ਵੀ ਉਸ ਰੁੱਖ ਥੱਲੇ ਝੱਟ ਕੁ ਖੜ੍ਹ ਹੋ ਗਿਆ। ਮੇਰੇ ਵੱਲ ਬੁੱਢੇ ਦੀ ਪਿੱਠ ਸੀ। ਮੇਰੇ ਵੇਖਦਿਆਂ ਉਸਨੇ ਆਪਣੀ ਮੈਲੀ ਤੇ ਪਾਟੀ ਹੋਈ ਚਾਦਰ ਦੀ ਕੰਨੀ ਖੋਲ੍ਹ ਕੇ ਉਸ ਵਿੱਚੋਂ ਇੱਕ ਘਸਮੈਲੇ ਰੰਗ ਦੀ ਪੋਟਲੀ ਕੱਢੀ। ਮੈਂ ਵੀ ਤਾੜ ਗਿਆ ਕਿ ਮਚਲੇ ਪੇਂਡੂ ਦੀ ਜਦ 4 ਬੰਨੇ ਦੀ ਦਾਲ ਨਹੀਂ ਗਲੀ ਤਾਂ ਹੁਣ ਲੱਗਾ ਹੈ ਗੰਢ ਘੀਸਾ ਫੋਲਣ। ਕਿੱਡੇ ਖੇਖਣ ਕਰਦਾ ਸੀ ਜੂ। ਮੇਰੇ ਕੋਲ ਤਾਂ ਕੱਚੀ ਕੌਡੀ ਵੀ ਨਹੀਂ। ਮੈਂ ਵੀ ਦਿਲ ਵਿੱਚ ਸੋਚਿਆ, ਕੱਲ੍ਹ ਮਨੀ ਆਰਡਰ ਕਰਾਉਣਾ ਹੈ। ਚਲੋ ਹੋਰ ਨਹੀਂ ਤੇ ਡਾਕਖਾਨੇ ਦੀ ਫੀਸ ਹੀ ਸਹੀ। ਇੱਕ ਹੋਰ ਠੰਨਣ ਕਰਦੇ ਰੁਪਇਆਂ ਦੀ ਉਡੀਕ ਵਿੱਚ ਮੈਂ ਛਹਿ ਕੇ ਖਲੋ ਗਿਆ। ਉਸਨੇ ਪੋਟਲੀ ਉਤਲੀ ਟਾਕੀ ਖੋਲ੍ਹੀ, ਇੱਕ ਦੇ ਹੇਠੋਂ ਦੂਜੀ ਤੇ ਦੂਜੀ ਦੇ ਹੇਠੋਂ ਤੀਜੀ। ਇਸ ਤਰ੍ਹਾਂ ਦਬ-ਦਬਾ ਖੋਲ੍ਹੀ ਗਿਆ, ਪਰ ਮੇਰੇ ਠਰ ਰਹੇ ਸੀਨੇ ਨੂੰ ਨਿੱਘ ਦੇਣ ਵਾਲੀ ਚੀਜ਼ ਅਜੇ ਵੀ ਮੇਰੇ ਸਾਹਮਣੇ ਨਾ ਆਈ। ਮੈਂ ਸੋਚ ਰਿਹਾ ਸਾਂ, ਕਿੱਡਾ ਸੂਮ ਹੈ, 7 ਪੜਦਿਆਂ ਵਿੱਚ ਲੁਕਾ ਕੇ ਪੈਸੇ ਰੱਖਦਾ ਹੈ। ਜੁੜਦੀ ਵੀ ਤੇ ਇਸੇ ਤਰ੍ਹਾਂ ਹੀ ਏ ਨਾ।
ਸਾਡੇ ਵਰਗੇ ਲਫੰਗਿਆਂ ਪਾਸ ਬੁੱਕਾਂ ਦੇ ਬੁੱਕ ਆਉਂਦੇ ਨੇ, ਪਰ ਪੂਰੇ ਦੀ ਹਵਾ ਵਾਂਗੂ ਇੱਧਰੋਂ ਆਏ ਉੱਧਰ ਗਏ। ਅਨੁਮਾਨ ਨਾਲ ਮੈਨੂੰ ਜਾਪਿਆ ਕਿ ਪੋਟਲੀ ਵਿਚਲੀ ਚੀਜ਼ ਰੁਪਇਆਂ ਨਾਲੋਂ ਕਿਤੇ ਛੋਟੀ ਹੈ। ਸ਼ੈਤਾਨ ਬੁੱਢੇ ਉੱਤੇ ਮੈਨੂੰ ਗੁੱਸਾ ਆਉਣ ਲੱਗਾ। ਕੀ ਇਹ ਦੁਆਨੀ ਜਾਂ ਚੁਆਨੀ ਨਾਲ ਕੰਮ ਸਾਰਨਾ ਚਾਹੁੰਦਾ ਹੈ? ਫਿਰ ਮੈਂ ਗਹੁ ਨਾਲ ਤੱਕਿਆ। ਉਸਨੇ ਗੰਢ ਵਿਚਲੀ ਚੀਜ਼ ਕੱਢੀ। ਵੇਖਦਿਆਂ ਹੀ ਹੌਲੀ ਜਿਹੀ ਮੇਰੇ ਮੂੰਹੋਂ ਨਿਕਲਿਆ, ਪੁੱਟਿਆ ਪਹਾੜ ਤੇ ਨਿਕਲਿਆ ਚੂਹਾ। ਇਹ ਕਿਸੇ ਛੋਟੇ ਜਿਹੇ ਬਾਲ ਦਾ ਦੰਦ ਸੀ। ਦੰਦ ਨੂੰ ਤਲੀ ਤੇ ਧਰ ਕੇ ਬੁੱਢਾ ਕਿੰਨਾ ਹੀ ਚਿਰ ਉਸ ਵੱਲ ਨੀਝ ਲਾ ਕੇ ਵੇਖਦਾ ਰਿਹਾ। ਫਿਰ ਮੁੱਠ ਵਿੱਚ ਘੁੱਟ ਕੇ ਛਾਤੀ ਨਾਲ ਲਾਈ ਉੱਭੇ ਸਾਹ ਲੈਂਦਾ ਲੈਂਦਾ ਡੁਸਕਣ ਲੱਗ ਪਿਆ। ਉਸਦਾ ਹਾਲ ਮੈਥੋਂ ਵੇਖਿਆ ਨਾ ਗਿਆ। ਆਪਣੇ ਸਮਾਲੇ ਵਿੱਚ ਮੈਂ ਬਥੇਰੇ ਲੋਕਾਂ ਨੂੰ, ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਮੁਕੱਦਮੇ ਹਰ ਜਾਂਦੇ ਸਨ ਜਾਂ ਜਿਨ੍ਹਾਂ ਦਾ ਕੋਈ ਬੰਦਾ ਕੈਦ ਹੋ ਜਾਂਦਾ ਸੀ, ਰੋਂਦਿਆਂ ਵਿਲਕਦਿਆਂ ਡਿੱਠਾ ਸੀ, ਪਰ ਮੇਰਾ ਦਿਲ ਕਦੇ ਨਹੀਂ ਸੀ ਪਸੀਜਿਆ। ਠਠਰਿਆਂ ਦੀ ਬਿੱਲੀ ਵਾਂਗ ਮੇਰੇ ਕੰਨ ਅਜਿਹੇ ਕੀਰਨੇ ਸੁਣਨ ਦੇ ਆਦੀ ਹੋ ਚੁੱਕੇ ਸਨ, ਪਰ ਉਸ ਬੁੱਢੇ ਨੇ ਮੈਨੂੰ ਤੜਫਾ ਦਿੱਤਾ। ਮੈਂ ਉਸਦੇ ਪਾਸ ਆ ਕੇ ਬੈਠ ਗਿਆ। ਜਿਉਂ-ਜਿਉਂ ਮੈਂ ਉਸਨੂੰ ਢਾਰਸ ਬੰਨ੍ਹਣ ਦੀ ਕੋਸ਼ਿਸ਼ ਕਰਦਾ ਸਾਂ, ਸਗੋਂ ਉਹ ਵਧੇਰੇ ਰੋਂਦਾ ਸੀ। ਉਹ ਡਾਢਾ ਔਖਾ ਹੋ ਕੇ ਰੋ ਰਿਹਾ ਸੀ। ਮਾਲੂਮ ਹੁੰਦਾ ਸੀ ਉਸਦੇ ਅੰਦਰੋਂ ਜਿੰਨਾ ਕੁ ਰੋਣ ਆਉਂਦਾ ਹੈ, ਉਹ ਉਸਨੂੰ ਬਾਹਰ ਨਹੀਂ ਕੱਢ ਸਕਦਾ। ਉਹ ਰੋ ਰਿਹਾ ਸੀ, ਪਰ ਉਸਦੀਆਂ ਅੱਖਾਂ ਵਿੱਚ ਇੱਕ ਵੀ ਅੱਥਰੂ ਨਹੀਂ ਸੀ। ਸ਼ਾਇਦ ਸਰਦੀ ਕਰਕੇ ਜਾਂ ਬਟੇਬੇ ਦੇ ਸਲਾਬੇ ਕਰਕੇ ਉਸਦੇ ਅੱਥਰੂ ਜੰਮ ਗਏ ਸਨ। ਹੁਣ ਉਹ ਮੇਰੀ ਜੱਫੀ ਵਿੱਚ ਸੀ ਤੇ ਮੈਂ ਉਸਦਾ ਦੁੱਖ ਦੂਰ ਕਰਨ ਦੇ ਫਿਕਰ ਵਿੱਚ। ਥੋੜ੍ਹੇ ਚਿਰ ਪਿੱਛੋਂ ਉਹ ਸੰਭਲਿਆ ਤੇ ਦੰਦ ਨੂੰ ਉਸੇ ਤਰ੍ਹਾਂ ਲੀਰ ਦੀਆਂ ਤਹਿਆਂ ਵਿੱਚ ਵਲੇਟਣ ਲੱਗਾ। ਮੀਂਹ ਨਾਲ ਅਸੀਂ ਦੋਵੇਂ ਭਿੱਜ ਰਹੇ ਸਾਂ। ਮੈਂ ਉਸਨੂੰ ਉਠਾਲ ਕੇ ਆਪਣੀ ਛੌਲਦਾਰੀ ਵਿੱਚ ਲੈ ਗਿਆ। ਸਟੋਵ ਭਖਾ ਕੇ ਮੈਂ ਚਾਹ ਬਣਾਈ ਤੇ ਅਸਾਂ ਦੋਹਾਂ ਨੇ ਪੀਤੀ। ਉਹ ਦੰਦ ਦੀ ਕਥਾ ਸੁਣਾਉਣ ਲਈ ਮੈਂ ਉਸਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ, ਪਰ ਉਹ ਦੱਸਣ ਨੂੰ ਰਾਜ਼ੀ ਨਾ ਹੋਇਆ। ਅਚਾਨਕ ਹੀ ਉਸਨੇ ਸੰਦੂਕ ਤੇ ਪਈ ਹੋਈ ਮੇਰੀ ਚਪੜਾਸ ਵੇਖੀ ਤੇ ਮੇਰੇ ਮੂੰਹ ਵੱਲ ਤੱਕ ਕੇ ਆਖਣ ਲੱਗਾ, "ਕਿਉਂ ਭਾਊ, ਤਾਈਓ ਸਾਹਿਬ ਦੀ ਅੜਦੱਲੀ ਏ?" ਸ਼ਰਮਿੰਦਿਆਂ ਹੋ ਕੇ ਮੈਂ ਕਿਹਾ, "ਆਹੋ ਬਾਬਾ, ਮਈਓ ਤੈਨੂੰ ਧੱਕੇ ਮਾਰੇ ਸਨ।" ਉਸਦਾ ਚਿਹਰਾ ਖਿੜ ਪਿਆ ਤੇ ਪਾਗਲਾਂ ਵਾਂਗ ਆਪਣੀਆਂ ਨਿੱਕੀਆਂ-ਨਿੱਕੀਆਂ ਅੱਖਾਂ ਮੇਰੇ ਚਿਹਰੇ ਤੇ ਗੱਡ ਕੇ ਆਖਣ ਲੱਗਾ, "ਮੈਨੂੰ ਸਾਹਿਬ ਨੂੰ ਨਹੀਂ ਮਿਲਾਵੇਂਗਾ?" ਮੈਂ ਹੱਸ ਕੇ ਆਖਿਆ, "ਮਿਲਾ ਦਿਆਂਗਾ।" ਉਹ ਡਰਦਾ-ਡਰਦਾ ਬੋਲਿਆ, "ਪਰ ਰੁਪਇਆ ਤੇ ਮੇਰੇ ਕੋਲ?" ਹੱਥ ਦੇ ਇਸ਼ਾਰੇ ਨਾਲ ਮੈਂ ਉਸਨੂੰ ਤਸੱਲੀ ਦਿੰਦਿਆਂ ਕਿਹਾ, "ਰੁਪਇਆ ਤੇਰੇ ਕੋਲੋਂ ਨਹੀਂ ਮੰਗਦਾ, ਪਰ ਇਸ ਦੰਦ ਦੀ ਕਹਾਣੀ ਤੈਨੂੰ ਜ਼ਰੂਰ ਸੁਣਾਉਣੀ ਪਵੇਗੀ। ਨਾਲ ਹੀ ਇਹ ਦੱਸ, ਜੂ ਸਾਹਿਬ ਨਾਲ ਤੇਰਾ ਕੀ ਕੰਮ ਏ?" ਹੱਥ ਵੱਲ ਪੋਟਲੀ ਨੂੰ ਮੁੜ ਚਾਦਰ ਦੀ ਕੰਨੀ ਵਿੱਚ ਬੰਨ੍ਹਦਾ ਹੋਇਆ ਉਹ ਬੋਲਿਆ, "ਕੰਮ ਭਾਊ, ਤੈਨੂੰ ਕੀ ਦੱਸਾਂ। ਇਸ ਪਿੰਡ ਦੇ ਬੰਦਿਆਂ ਨੇ ਮੇਰਾ ਭੋਈਂ ਝੁੱਗਾ ਸਾਂਭ ਲਿਆ ਏ, ਸਗੋਂ ਮੈਨੂੰ ਪਿੰਡ ਵਿੱਚ ਪੈਰ ਨਹੀਂ ਧਰਨ ਦਿੰਦੇ।" ਮੈਨੂੰ ਉਸਦੇ ਹਾਲ ਤੇ ਤਰਸ ਆਇਆ ਤੇ ਉਸਦੇ ਮੋਢਿਆਂ ਨੂੰ ਥਾਪੜਦਿਆਂ ਹੋਇਆਂ ਮੈਂ ਕਿਹਾ, "ਅੱਛਾ ਬਾਪੂ, ਤੂੰ ਕੋਈ ਫਿਕਰ ਨਾ ਕਰ। ਮੈਂ ਵੱਡੇ ਵੇਲੇ ਤੈਨੂੰ ਸਾਬ ਪਾਸ ਲੈ ਚੱਲਾਂਗਾ ਤੇ ਜੇ ਦਾਅ ਲੱਗਾ ਤਾਂ ਤੇਰੀ ਸਿਫਾਰਸ਼ ਵੀ ਕਰ ਦਿਆਂਗਾ।" "ਤੇਰੇ ਬੱਚੇ ਜਿਉਣ," ਕਹਿ ਕੇ ਬੁੱਢਾ ਆਪਣੀ ਰਾਮ ਕਹਾਣੀ ਇਸ ਤਰ੍ਹਾਂ ਸੁਣਾਉਣ ਲੱਗਾ। ਇਸੇ ਪਿੰਡ ਮੈਂ ਜੰਮਿਆ ਪਲਿਆ ਸਾਂ। ਇੱਥੇ ਹੀ ਜੁਆਨੀ ਦੇ ਦਿਨ ਵੇਖੇ ਸਨ। ਮਾਪਿਆਂ ਦਾ ਮੂੰਹ ਮੈਂ ਕਦੇ ਡਿੱਠਾ ਹੈ ਕਿ ਨਹੀਂ, ਇਸਦਾ ਮੈਨੂੰ ਚੇਤਾ ਨਹੀਂ। ਬਸ ਦਮ ਦਾ ਦਮ, ਧੋਖਾ ਨਾ ਗਮ ਵਾਲੀ ਗੱਲ ਸੀ। ਆਪਣੀ ਨੀਂਦੇ ਸੌਣਾ ਤੇ ਆਪਣੀ ਖੁਸ਼ੀ ਜਾਗਣਾ। ਸੁਭਾਅ ਦਾ ਮੈਂ ਮੁੱਢ ਤੋਂ ਹੀ ਕਾਹਲ ਤੇ ਭੇੜੂ ਸਾਂ। ਭੂਈਂ ਮੇਰੀ ਬਥੇਰੀ ਸੀ, ਪਰ ਵਾਹਣ-ਗਾਹਣ ਦੀ ਮੈਨੂੰ ਕਦੇ ਲੋੜ ਨਹੀਂ ਸੀ। ਬੁੱਢੇ ਦੀ ਗੱਲ ਨੂੰ ਟੋਕ ਕੇ ਮੈਂ ਪੁੱਛਿਆ, "ਤੇ ਬਾਬਾ, ਗੁਜ਼ਾਰਾ ਤੇਰਾ ਕਿਵੇਂ ਚੱਲਦਾ ਸੀ?" ਆਖਣ ਲੱਗਾ, "ਗੁਜ਼ਾਰਾ ਮੇਰਾ ਉਹਨਾਂ ਲੋਕਾਂ ਦੇ ਸਿਰੋਂ ਚੱਲਦਾ ਸੀ, ਜਿਨ੍ਹਾਂ ਦੇ ਮੈਂ ਵੇਲੇ-ਕਵੇਲੇ ਕੰਮ ਆ ਜਾਇਆ ਕਰਦਾ ਸਾਂ।" ਮੈਂ ਪੁੱਛਿਆ, "ਕੀ ਕੰਮ?" ਉਹ ਠੰਡਾ ਸਾਹ ਭਰ ਕੇ ਬੋਲਣ ਲੱਗਾ, "ਕੰਮ ਦੀ ਭਲੀ ਪੁੱਛੀ ਊ। ਜੁਆਨੀ ਮਸਤਾਨੀ ਦਾ ਰੰਗ ਸੀ। ਜੋ ਕੰਮ ਕਿਸੇ ਪਾਸੋਂ ਨਾ ਹੋ ਸਕੇ, ਉਸ ਲਈ ਚੇਤ ਸਹੁੰ ਨੂਈ ਬਲਦੀ ਦੇ ਬੂਥੇ ਅੱਗੇ ਡਾਹਿਆ ਜਾਂਦਾ ਸੀ।" ਮੈਂ ਪੁੱਛਿਆ, "ਹਲਾ ਬਾਬਾ ਚੇਤ ਸਿਆਂ, ਫੇਰ?" ਬੁੱਢਾ ਬੋਲਿਆ, "ਰੱਬ ਤੇਰਾ ਭਲਾ ਕਰੇ। ਇੱਕ ਦਿਨ ਪਿੰਡ ਦੇ 5-7 ਗਬਰੀਟਾਂ ਨੇ ਇਕੱਠਿਆਂ ਹੋ ਕੇ ਮੇਰੇ ਜੁੰਮੇ ਇੱਕ ਕੰਮ ਲਾਇਆ।" ਕਹਿੰਦਾ ਬੁੱਢਾ ਚੁੱਪ ਹੋ ਗਿਆ। ਮੈਂ ਪੁੱਛਿਆ, "ਹਾਂ, ਕਰ ਗੱਲ। ਕੀ ਕੰਮ ਲਾਇਆ ਉਹਨਾਂ ਤੇਰੇ ਜਿੰਮੇ?" ਸਾਹ ਨੂੰ ਅੰਦਰ ਖਿੱਚ ਕੇ ਤੇ ਫਿਰ ਛੱਡ ਕੇ ਬੁੱਢਾ ਬੋਲਿਆ, "ਇੱਕ ਮੁੰਡੇ ਨੂੰ ਮਾਰਨ ਦਾ।" ਮੈਂ ਹੈਰਾਨ ਹੋ ਕੇ ਪੁੱਛਿਆ, "ਕੁੱਟਣ ਦਾ?" ਉਹ ਬੋਲਿਆ, "ਨਹੀਂ, ਜਾਨੋਂ ਮਾਰਨ ਦਾ। ਸਾਡੇ ਪਿੰਡ ਦੀ ਇੱਕ ਬੁੱਢੀ ਤੀਵੀਂ ਸੀ। ਉਹ ਉਸ ਜਾਤ 'ਚੋਂ ਸੀ ਜਿਸਦਾ ਛੂਹਣਾ ਭਿਟਕਣਾ ਸਾਡੇ ਵਿੱਚ ਪਾਪ ਸਮਝਿਆ ਜਾਂਦਾ ਹੈ। ਉਸਦਾ ਇੱਕੋ ਇੱਕ 54 ਵਰ੍ਹਿਆਂ ਦਾ ਮੁੰਡਾ ਉਸ ਦੇ ਘਰ ਵਾਲੇ ਦੀ ਨਿਸ਼ਾਨੀ ਬਾਕੀ ਸੀ। ਬੁੱਢੀ ਕੁਝ ਚਿਰ ਲਈ ਆਪਣੇ ਭਾਣਜੇ ਦੇ ਪਿੰਡ ਜਾ ਰਹੀ ਸੀ। ਉੱਥੇ ਅਕਾਲੀਆਂ ਦਾ ਪ੍ਰਚਾਰ ਬਹੁਤ ਸੀ।
ਉਸਨੇ ਵੀ ਆਪਣੀ ਜਾਤ ਤੇ ਕਈ ਹੋਰ ਤੀਵੀਂ ਬੰਦਿਆਂ ਨਾਲ ਰਲ ਕੇ ਅੰਮ੍ਰਿਤ ਛਕ ਲਿਆ। ਮੁੜ ਕੁਝ ਦਿਨ ਮਗਰੋਂ ਇੱਥੇ ਆ ਗਈ। ਪਹਿਲਾਂ ਤਾਂ ਕਿਸੇ ਸੁਣਿਆ ਕਿਸੇ ਨਾ ਸੁਣਿਆ, ਪਰ ਜਦ ਇੱਕ ਦਿਨ ਪ੍ਰਭਾਤ ਵੇਲੇ ਪਿੰਡ ਦੇ ਗੁਰਦੁਆਰਿਆਂ ਵਿੱਚ ਬੌਂਕਰ ਦਿੰਦਿਆਂ ਉਸਨੂੰ ਕਿਸੇ ਡਿੱਠਾ ਤਾਂ ਹਾਹਾਕਾਰ ਮਚ ਗਈ। ਇਸ ਪਿੰਡ ਦਾ ਮੋਢੀ ਮਹੀਓ ਸਾਂ। ਅਸੀਂ ਮਰਨ ਨੂੰ ਤਿਆਰ ਹੋ ਪਏ, ਪਰ ਜਦ ਸਾਨੂੰ ਪਤਾ ਲੱਗਾ ਕਿ ਅਕਾਲੀਆਂ ਦਾ ਇੱਕ ਤਕੜਾ ਟੋਲਾ ਉਸਦੀ ਮਦਦ ਤੇ ਹੈ ਤਾਂ ਅਸੀਂ ਆਪਣੇ ਗੁੱਸੇ ਨੂੰ ਲਹੂ ਦਾ ਘੁੱਟ ਕਰਕੇ ਅੰਦਰੋਂ ਅੰਦਰ ਪੀ ਗਏ। ਬੁੱਢੀ ਨਿਰਝੱਕ ਹੋ ਕੇ ਰੋਜ਼ ਪ੍ਰਭਾਤ ਵੇਲੇ ਗੁਰਦੁਆਰੇ ਜਾ ਵੜਦੀ ਤੇ ਬੌਂਕਰ ਬਹਾਰੀ ਫੇਰਦੀ। ਸਾਡੇ ਸੀਨਿਆਂ ਵਿੱਚ ਇਹ ਗੱਲ ਨੇ ਲਾਂਬੂ ਬਾਲ ਦਿੱਤੇ, ਪਰ ਕੋਈ ਪੇਸ਼ ਨਹੀਂ ਸੀ ਜਾਂਦੀ। ਅਖੀਰ ਇੱਕ ਦਿਨ ਮੇਰੇ ਨਾਲਦਿਆਂ ਨੇ ਰਲ ਕੇ ਸਲਾਹ ਕੀਤੀ ਕਿ ਜਦ ਤੱਕ ਇਸ ਬੁੱਢੀ ਡੈਣ ਤੋਂ ਬਦਲਾ ਨਹੀਂ ਲੈਂਦੇ ਸਾਡੇ ਕਾਲਜੇ ਠੰਡੇ ਨਹੀਂ ਹੋਣੇ। ਇੱਥੋਂ ਹੀ ਸਾਰੀਆਂ ਕਲਾਂ ਦੀ ਮੂਲ ਹੈ ਜਿਸ ਨੇ ਸਾਡਾ ਧਰਮ ਭ੍ਰਸ਼ਟ ਕਰ ਦਿੱਤਾ ਹੈ। ਉਹਨਾਂ 20 ਰੁਪਇਆ ਇਕੱਠੇ ਕਰਕੇ ਮੇਰੇ ਹੱਥ ਫੜਾਏ ਤੇ ਉਸ ਰੰਡੀ ਬੁੱਢੀ ਨੂੰ ਔਂਤਰੀ ਕਰਨ ਦਾ ਭਾਰ ਮੇਰੇ ਮੋਢਿਆਂ ਤੇ ਚੁਕਾ ਦਿੱਤਾ। 1 ਰੁਪਏ ਦਾ ਲੋਭ ਤੇ ਦੂਜੀ ਬੁੱਢੀ ਤੋਂ ਬਦਲਾ ਲੈਣ ਦੀ ਖੁਸ਼ੀ ਜਮਦੂਤ ਬਣ ਕੇ ਅੱਧੀ ਰਾਤੀਂ ਘਰੋਂ ਨਿਕਲ ਤੁਰਿਆ। ਬੁੱਢੇ ਦੀ ਇਹ ਡਰਾਉਣੀ ਕਥਾ ਸੁਣ ਕੇ ਮੈਂ ਕੰਬ ਗਿਆ ਤੇ ਸਹਿਮੀ ਹੋਈ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ, "ਫੇਰ ਬਾਬਾ ਚੇਤ ਸਿਆਂ, ਤੂੰ ਉਹਨੂੰ ਜਾ ਕੇ ਮਾਰ ਦਿੱਤਾ?" ਇੱਕ ਵਾਰੀ ਖੰਘ ਕੇ ਤੇ ਛੋਲਦਾਰਿਓਂ ਬਾਹਰ ਤੱਕ ਕੇ ਬੁੱਢਾ ਬੋਲਾ, "ਮੈਂ ਉਹਨੂੰ ਮਾਰ ਦਿੱਤਾ ਤੇ ਉਹਨ ਮੈਨੂੰ ਮਾਰ ਦਿੱਤਾ। ਰੁਪਏ ਜੋ ਲਏ ਸਨ ਕੀ ਕਰਦਾ?" ਰੱਜਵੀਂ ਸ਼ਰਾਬ ਪੀ ਕੇ ਮੈਂ ਅੱਧੀ ਰਾਤੀਂ ਉੱਠ ਕੇ ਉਸ ਬੁੱਢੀ ਦੀ ਛੰਨ ਵੱਲ ਤੁਰ ਪਿਆ। ਰੁੱਤ ਗਰਮੀ ਦੀ ਤੇ ਰਾਤ ਚਾਨਣੀ ਸੀ, ਪਰ ਮੀਂਹ ਤੇ ਬੱਦਲਾਂ ਨੇ ਮੇਰੀ ਚੰਗੀ ਮਦਦ ਕੀਤੀ। ਝੁੱਗੀ ਉਸਦੀ ਪਿੰਡ ਪਸੀਤੀ ਸੀ। ਮੈਂ ਜਾ ਕੇ ਉਸਦੇ ਪਿਛਵਾੜੇ ਖੜੋ ਗਿਆ ਤੇ ਚੀਥਾਂ ਵਿੱਚੋਂ ਅੰਦਰ ਦਾ ਹਾਲ ਚਾਲ ਵੇਖਣ ਲੱਗਾ, ਪਰ ਅੰਦਰ ਹਨੇਰਾ ਸੀ। ਕੁੱਕੜ ਬਾਂਗ ਵੇਲੇ ਬੁੱਢੀ ਜਾਗੀ। ਹੌਲੀ ਹੌਲੀ ਕੁਝ ਪੜ੍ਹਦੀ ਹੋਈ ਤੇ ਮਿੱਟੀ ਦੇ ਤੇਲ ਦਾ ਦੀਵਾ ਜਗਾਇਆ। ਜਾਣ ਤੋਂ ਪਹਿਲਾਂ 2-3 ਵਾਰੀ ਉਸਨੇ ਮੁੰਡੇ ਦਾ ਮੂੰਹ ਚੁੰਮਿਆ। ਸਿਰ ਪਲੋਸਦਿਆਂ ਤੇ ਸੁੱਤੇ ਹੋਏ ਨਾਲ ਹੀ ਗੱਲਾਂ ਕਰਦੀ ਕਰਦੀ ਬਾਹਰ ਨਿਕਲ ਗਈ। ਜਦ ਮੈਂ ਡਿੱਠਾ ਕਿ ਉਹ ਚੋਖੀ ਦੂਰ ਚਲੀ ਗਈ ਹੈ ਤਾਂ ਦੱਬੇ ਪੈਰੀਂ ਛੰਨ ਦੇ ਬੂਹੇ ਕੋਲ ਆਇਆ। ਕੋੜਾ ਡੰਡਾ ਪਿਛਾਂਹ ਹਟਾ ਕੇ ਬੂਹਾ ਖੋਲ੍ਹਿਆ ਤੇ ਅੰਦਰ ਜਾ ਵੜਿਆ। ਮੈਂ ਉਸ ਤੋਂ ਪਹਿਲਾਂ ਭਾਵੇਂ ਬਥੇਰੇ ਭੈੜੇ ਕੰਮ ਕੀਤੇ ਸਨ, ਪਰ ਇਹੋ ਜਿਹਾ ਨੀਚ ਕੰਮ ਕਦੇ ਨਹੀਂ ਸੀ ਕੀਤਾ। ਖੌਰੇ ਇਸੇ ਕਰਕੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਤੱਪੜ ਸਣੇ ਹੀ ਬਾਲ ਨੂੰ ਵਲ੍ਹੇਟ ਕੇ ਚੁੱਕਣ ਤੇ ਬਾਹਰ ਆਉਣ ਵਿੱਚ ਮੇਰੀ ਬਹੁਤੀ ਦੇਰ ਨਾ ਲੱਗੀ। ਬੱਦਲਾਂ ਕਰਕੇ ਹਰ ਪਾਸੇ ਹਨੇਰਾ ਘੁੱਪ ਸੀ। ਮੈਂ ਇੱਕ ਵਾਰੀ ਗਹੁ ਨਾਲ ਸੱਜੇ ਖੱਬੇ ਝਾਕਿਆ ਤੇ ਫੇਰ ਇੱਕ ਪਾਸੇ ਤੁਰ ਪਿਆ। ਇਸ ਪਿੰਡੋਂ ਲਹਿੰਦੇ ਵੱਲ ਇੱਕ ਸੰਘਣੀ ਰੱਖ ਸੀ। ਹੁਣ ਤੇ ਉੱਥੇ ਹਲ ਫਿਰ ਗਏ ਨੇ। ਉੱਥੇ ਪਹੁੰਚ ਕੇ ਮੈਂ ਮਲ੍ਹਿਆਂ ਦੇ ਵਿਚਾਲੇ ਇੱਕ ਥਾਂ ਜਾ ਕੇ ਖੜੋ ਗਿਆ। ਮੈਂ ਮੁੰਡੇ ਉਤਲਾ ਤੱਪੜ ਛੇਤੀ ਨਾਲ ਲਾਹ ਕੇ ਭੁੰਜੇ ਸੁੱਟ ਦਿੱਤਾ ਤੇ ਬੈਠ ਕੇ ਉਸਨੂੰ ਗੋਡਿਆਂ ਤੇ ਪਾ ਲਿਆ। ਉਹ ਜਾਗਣ ਦਾ ਯਤਨ ਕਰ ਰਿਹਾ ਸੀ। ਇਸ ਵੇਲੇ ਬੱਦਲਾਂ ਵਿੱਚੋਂ ਝਾਤੀ ਪਾ ਕੇ ਚੰਨ ਮੇਰੇ ਇਸ ਕੰਮ ਨੂੰ ਵੇਖ ਰਿਹਾ ਸੀ। ਮੁੰਡੇ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਧ ਖੁੱਲ੍ਹੀਆਂ ਅੱਖਾਂ ਨਾਲ ਆਪਣੇ ਵੱਲ ਇੱਕ ਉੱਪਰੇ ਮਨੁੱਖ ਨੂੰ ਘੂਰਦਿਆਂ ਵੇਖਿਆ ਤੇ ਅੱਬੜ ਵਾਹੇ ਚੀਕ ਉੱਠਿਆ। ਮੇਰੇ ਲਈ ਹੁਣ ਦੇਰ ਕਰਨ ਦਾ ਮੌਕਾ ਨਹੀਂ ਸੀ। ਦਿਲ ਪੱਕਿਆਂ ਕਰਕੇ ਮੈਂ ਦੋਹਾਂ ਹੱਥਾਂ ਨਾਲ ਉਸਦੀ ਸੰਘੀ ਫੜ ਲਈ। ਮੁੰਡਾ ਡੱਡਿਆ ਉੱਠਿਆ। ਉਸਨੇ ਘਾਬਰ ਕੇ ਆਪਣੀਆਂ ਦੋਵੇਂ ਬਾਹਾਂ ਮੇਰੇ ਗਲ ਵਿੱਚ ਪਾ ਲਈਆਂ। ਨੀਂਦਰ ਵਿੱਚ ਸ਼ਾਇਦ ਮਾਂ ਦੇ ਭੁਲੇਖੇ। ਉਸਦੀਆਂ ਕੂਲੀਆਂ ਬਾਹਾਂ ਵਿੱਚ ਪਤਾ ਨਹੀਂ ਕੀ ਜਾਦੂ ਸੀ। ਜਿਉਂ-ਜਿਉਂ ਉਹਨਾਂ ਦੇ ਕੱਸ ਨੇ ਮੇਰੇ ਗਲੇ ਨੂੰ ਜਕੜੀ ਜਾਂਦੀ ਸੀ, ਤਿਉਂ-ਤਿਉਂ ਮੇਰੇ ਹੱਥ ਢਿੱਲੇ ਹੁੰਦੇ ਜਾਂਦੇ ਸਨ। ਮੈਂ ਬਥੇਰੀ ਵਾਹ ਲਾਈ, ਪਰ ਉਂਗਲਾਂ ਨੇ ਮੇਰਾ ਆਖਾ ਨਾ ਹੀ ਮੰਨਿਆ। ਚੰਨ ਅੱਗੇ ਬੱਦਲ ਹਟਦੇ ਜਾਂਦੇ ਸਨ ਤੇ ਉਸਦੇ ਚਾਨਣ ਨਾਲ ਆਸ-ਪਾਸ ਦੀਆਂ ਨਾ ਡਿੱਠੀਆਂ ਚੀਜ਼ਾਂ ਵੀ ਦਿਸ ਰਹੀਆਂ ਸਨ। ਮੁੰਡਾ ਹੁਣ ਮੇਰੇ ਗਲ ਵਿੱਚ ਬਾਹਾਂ ਪਾ ਕੇ ਮੇਰੀ ਛਾਤੀ ਨਾਲ ਪੀਚਿਆ ਹੋਇਆ ਸੀ। ਜਾਣੀ ਦਾ ਫਾਹੀ ਉਸਦੇ ਗਲੋਂ ਨਿਕਲ ਕੇ ਮੇਰੇ ਗਲ ਪੈ ਗਈ ਸੀ। ਕੁਝ ਚਿਰ ਲਈ ਮੇਰੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਤੇ ਮੈਨੂੰ ਪਤਾ ਵੀ ਨਾ ਲੱਗਾ ਕਿ ਕਿਹੜੇ ਵੇਲੇ ਮੇਰੇ ਹੱਥ ਉਸਦੀ ਗਿੱਚੀ ਨੂੰ ਛੱਡ ਕੇ ਉਸਦੀ ਪਿੱਠ ਤੇ ਫਿਰਨ ਲੱਗ ਪਏ। ਮੁੰਡਾ ਹੁਣ ਚੁੱਪ ਸੀ। ਬੱਦਲਾਂ ਦੇ ਘੇਰੇ ਵਿੱਚ ਲਗਭਗ ਸਾਰਾ ਚੰਨ ਬਾਹਰ ਆ ਚੁੱਕਿਆ ਸੀ, ਪਰ ਹੌਲੀ ਹੌਲੀ ਇੱਕ ਕਾਲੀ ਬੱਦਲੀ ਆ ਕੇ ਫਿਰ ਉਸਨੂੰ ਲੁਕਾਉਣ ਦਾ ਯਤਨ ਕਰ ਰਹੀ ਸੀ। ਮੈਨੂੰ ਆਪਣੀ ਇਸ ਥੋੜ ਦਿਲੀ ਉੱਤੇ ਡਾਢਾ ਗੁੱਸਾ ਆਇਆ। ਕੀ ਇਹ
ਨਿੱਕਾ ਜਿਹਾ ਕੰਮ ਮੈਥੋਂ ਨਹੀਂ ਹੋ ਸਕਦਾ। ਇਹ ਸੋਚ ਕੇ ਮੈਂ ਰੁੱਖ ਨਾਲ ਲਿਪਟੀ ਹੋਈ ਵੇਲ ਵਾਂਗ ਮੁੰਡੇ ਨੂੰ ਇੱਕੋ ਝਟਕੇ ਨਾਲ ਛਾਤੀ ਨਾਲੋਂ ਲਾ ਲਿਆ। ਦੰਦ ਕਰੀਚ ਕੇ ਤੇ ਬੁੱਲ੍ਹ ਟੁੱਕ ਕੇ ਮੈਂ ਦੂਜੀ ਵਾਰੀ ਉਸਨੂੰ ਗਿੱਚਿਓਂ ਫੜ ਲਿਆ। ਉਹ ਅੱਗੇ ਵਾਂਗ ਹੀ ਰੋਂਦਾ ਘਰਕਦਾ ਹੋਇਆ ਮੇਰੀ ਛਾਤੀ ਵੱਲ ਬਾਹਾਂ ਪਸਾਰਨ ਲੱਗਾ। ਮੈਂ ਹੈਰਾਨ ਸਾਂ ਕਿ ਮੇਰਾ ਸਾਹ ਸੱਤ ਅੱਜ ਕਿੱਧਰ ਚਲਾ ਗਿਆ। ਹੱਥ ਜਿਵੇਂ ਕਿਸੇ ਚੀਜ਼ ਨੇ ਫੜ ਲਏ ਸਨ। ਮੇਰੀ ਛਾਤੀ ਵਿੱਚ ਧੁੱਖ ਧੁਖੀ ਜਿਹੀ ਹੋ ਰਹੀ ਸੀ। ਹੰਭਲਾ ਮਾਰ ਕੇ ਮੁੰਡਾ ਫੇਰ ਮੇਰੇ ਗਲ ਨਾਲ ਲੱਗ ਗਿਆ ਤੇ ਲੱਗਦਾ ਹੀ ਸੌਂ ਗਿਆ। ਨਾਲ ਹੀ ਮੈਨੂੰ ਇਉਂ ਜਾਪਿਆ ਜਿਕਣ ਮੇਰੇ ਤਪ ਰਹੇ ਕਾਲਜੇ ਉੱਤੇ ਕਿਸੇ ਨੇ ਬਰਫ਼ ਦਾ ਡਲਾ ਰੱਖ ਦਿੱਤਾ ਹੈ। ਇਸੇ ਤਰ੍ਹਾਂ ਹੋਰ 2-3 ਵਾਰੀ ਮੈਂ ਵਾਹ ਲਾਈ, ਪਰ ਮੈਥੋਂ ਕੁਝ ਨਾ ਹੋ ਸਕਿਆ। ਹਾਰ ਕੇ ਮੁੰਡੇ ਨੂੰ ਮੈਂ ਮੁੜ ਤੱਪੜ ਵਿੱਚ ਲਪੇਟ ਕੇ ਉਸਦੀ ਕੁੱਲੀ ਵੱਲ ਲੈ ਤੁਰਿਆ। ਥੋੜ੍ਹੀ ਦੂਰ ਜਾ ਕੇ ਫਿਰ ਖਲੋ ਗਿਆ, ਫਿਰ ਅੱਗੇ ਤੁਰਿਆ ਤੇ ਫਿਰ ਪਿਛਾਂਹ ਮੁੜਿਆ। ਪੂਰੀ ਤਰ੍ਹਾਂ ਦਿਲ 'ਤੇ ਕਾਬੂ ਪਾ ਕੇ ਮੈਂ ਉਸਨੂੰ ਦੂਜੀ ਵਾਰਾਂ ਰੱਖ ਵੱਲ ਲੈ ਗਿਆ। ਮੇਰੀਆਂ ਲੱਤਾਂ ਤੁਰਦੀਆਂ ਜਾਂਦੀਆਂ ਸਨ, ਪਰ ਕਿਹੜੇ ਪਾਸੇ, ਇਸ ਦਾ ਮੈਨੂੰ ਕੁਝ ਪਤਾ ਨਹੀਂ ਸੀ। ਪੈਰ ਨੂੰ ਕਿਸੇ ਪੱਥਰ ਦੀ ਠੋਕਰ ਲੱਗਣ ਕਰਕੇ ਜਦ ਮੈਂ ਆਸੇ-ਪਾਸੇ ਡਿੱਠਾ ਤਾਂ ਪਤਾ ਲੱਗਾ ਕਿ ਰੱਖ ਦਾ ਰਾਹ ਛੱਡੀ ਮੈਂ ਨਹਿਰ ਦੀ ਸੜਕੇ ਜਾ ਰਿਹਾ ਹਾਂ। ਇਹ ਵੀ ਚੰਗਾ ਹੋਇਆ, ਚਲੋ ਇਸ ਨਹਿਰ ਦੇ ਹਵਾਲੇ ਕਰਾਂਗਾ, ਇੱਕੋ ਹੁਲਾਰੇ ਨਾਲ ਕੰਮ ਪੂਰਾ ਹੋ ਜਾਵੇਗਾ। ਇਹ ਸੋਚ ਕੇ ਮੈਂ ਨਹਿਰ ਵੱਲ ਤੁਰ ਪਿਆ। ਇਸ ਵੇਲੇ ਮੈਨੂੰ ਨਿੱਕੇ ਹੁੰਦਿਆਂ ਦਾ ਉਹ ਦਿਨ ਚੇਤੇ ਆ ਗਿਆ ਜਦ ਮੈਂ ਨਹਾਉਂਦਾ ਛੱਪੜ 'ਚ ਡੁੱਬ ਚੱਲਿਆ ਸਾਂ ਤੇ ਮੈਨੂੰ ਇੱਕ ਝਿਉਰਾਂ ਦੇ ਮੁੰਡੇ ਨੇ ਆ ਕੇ ਕੱਢਿਆ ਸੀ। ਕਿੱਡੀ ਜਾਨ ਕੰਦਲ ਆਈ ਸੀ। ਕਿਸ ਤਰ੍ਹਾਂ ਸਾਹ ਰੁਕਣ ਕਰਕੇ ਮੇਰੇ ਆਵਾਜ਼ਾਰ ਹੋਇਆ ਸਾਂ। ਕੀ ਇਸ ਵਿਚਾਰੇ ਦਾ ਵੀ ਇਹੋ ਹਾਲ ਹੋਵੇਗਾ? ਪਰ ਮੈਨੂੰ ਕੀ ਖਸਮਾਂ ਨੂੰ ਖਾਵੇ। ਮੈਂ ਨਹਿਰ ਦੇ ਕੰਢੇ ਖੜਾ ਸਾਂ। ਉੱਧਰੋਂ ਦਿਨ ਚੜ੍ਹਦਾ ਆਉਂਦਾ ਸੀ ਤੇ ਇੱਧਰ ਮੇਰਾ ਦਿਲ ਥੱਲੇ ਜਾ ਰਿਹਾ ਸੀ। ਕੰਢੇ 'ਤੇ ਖਲੋ ਕੇ ਮੈਂ ਉਸਨੂੰ ਮੋਢੇ ਤੋਂ ਲਾਹਿਆ, ਇੱਕ ਹੱਥ ਨਾਲ ਉਸ ਦੀਆਂ ਦੋਵੇਂ ਲੱਤਾਂ ਫੜੀਆਂ ਤੇ ਦੂਜਾ ਉਸਦੀ ਗਿੱਚੀ ਦੇ ਹੇਠੋਂ ਦੀ ਪਾ ਕੇ ਮੈਂ ਆਪਣੀਆਂ ਦੋਵੇਂ ਬਾਹਾਂ ਉੱਚੀਆਂ ਕਰ ਲਈਆਂ। ਮੁੰਡਾ ਫਿਰ ਜਾਗ ਪਿਆ ਤੇ ਉਸਦੇ ਮੂੰਹੋਂ ਨਿਕਲਿਆ, ਮਾਂ, ਮਾਂ। ਨਾਲ ਹੀ ਉਸ ਨੇ ਇੱਕ ਐਸੀ ਨਜ਼ਰ ਨਾਲ ਮੇਰੇ ਵੱਲ ਤੱਕਿਆ ਕਿ ਮੈਂ ਉਸਨੂੰ ਰੋੜਦਾ ਆਪ ਰੁੜ ਗਿਆ ਕਿ ਮੈਂ ਉਸਦੀ ਮਾਂ ਸਾਂ। ਥੋੜ੍ਹੇ ਚਿਰ ਪਿੱਛੋਂ ਉਹ ਘਾਹ 'ਤੇ ਬੈਠਾ ਰੋ ਰਿਹਾ ਸੀ ਤੇ ਮੈਂ ਉਸਨੂੰ ਵਰਚਾਉਣ ਲਈ ਅੰਬ ਦੇ ਬੂਟੇ ਨਾਲੋਂ ਕੱਚੀਆਂ ਅੰਬੀਆਂ ਤੋੜ ਰਿਹਾ ਸਾਂ। ਹੋਰ ਥੋੜ੍ਹੇ ਚਿਰ ਪਿੱਛੋਂ ਅਸੀਂ ਦੋਵੇਂ ਖੇਡ ਰਹੇ ਸਾਂ। ਉਹ ਅੰਬੀਆਂ ਚੁੱਕ ਕੇ ਮੇਰੇ ਵੱਲ ਸੁੱਟਦਾ ਸੀ ਤੇ ਮੈਂ ਉਸ ਵੱਲ। ਨਾਲ ਹੀ ਕਿਸੇ ਵੇਲੇ ਮੈਂ ਉਸਦੇ ਕੰਨ ਨਾਲ ਮੂੰਹ ਜੋੜ ਕੇ ਕਹਿੰਦਾ ਸਾਂ, ਕੰਨਾ ਮੁੰਨਾ ਕੁਰ। ਬਾਲਪੁਣੇ ਦੀ ਸਾਰੀ ਉਮਰ ਮੈਂ ਖੇਡਣ ਮੱਲਣ ਵਿੱਚ ਹੀ ਗੁਆਈ ਸੀ, ਪਰ ਉਸ ਦਿਨ ਦੀ ਖੇਡ ਵਿੱਚ ਮੈਨੂੰ ਜੋ ਸਵਾਦ ਆਇਆ ਉਹ ਅੱਗੇ ਕਦੇ ਕਾਹਨੂੰ ਆਇਆ ਸੀ। ਖੇਡਦਿਆਂ ਮੁੰਡੇ ਨੂੰ ਫਿਰ ਮਾਂ ਦਾ ਚੇਤਾ ਆ ਗਿਆ ਤੇ ਨਾਲ ਹੀ ਮੈਨੂੰ ਵੀ ਆਪਣੇ ਕੰਮ ਦਾ। ਪਰ ਅਸਾਂ ਦੋਹਾਂ ਹੀ ਕੋਈ ਬਹੁਤਾ ਖਿਆਲ ਨਾ ਕੀਤਾ। ਮੁੰਡਾ ਮੇਰਾ ਹੱਥ ਫੜ ਕੇ ਕਹਿਣ ਲੱਗਾ, ਮਾਂ ਕੋਲ ਜਾਣਾ ਏ। ਤੇ ਮੇਰੇ ਅੰਦਰੋਂ ਇੱਕ ਆਵਾਜ਼ ਆਈ, ਤੂੰ ਇੱਥੇ ਕਿਸ ਕੰਮ ਲਈ ਆਇਆ ਸੈਂ? ਆਪਣੇ ਅੰਦਰਲੇ ਦੀ ਆਵਾਜ਼ ਮੈਂ ਸੁਣ ਕੇ ਵੀ ਨਾ ਸੁਣੀ, ਪਰ ਮੁੰਡੇ ਦੀ ਗੱਲ ਦਾ ਜਵਾਬ ਦੇਣ ਲਈ ਮੈਂ ਉਸਦੀ ਠੋਡੀ ਫੜ ਕੇ ਕਿਹਾ, ਤੇਰੀ ਮਾਂ ਮੇਲੇ ਗਈ ਏ। ਚੱਲ ਤੈਨੂੰ ਵੀ ਲੈ ਚੱਲਾਂ। ਉੱਥੇ ਚੱਲ ਕੇ ਤੈਨੂੰ ਬਾਜੀਆਂ ਲੈ ਦਿਆਂਗਾ, ਨਾਲੇ ਰਿਉੜੀਆਂ ਵੀ। ਰਿਉੜੀਆਂ, ਬਾਜੀਆਂ ਕਹਿ ਕੇ ਤੇ ਭੁੜਕ ਕੇ ਮੁੰਡਾ ਮੇਰੇ ਗਲ ਨੂੰ ਆ ਚਿੰਬੜਿਆ। ਮਾਲੂਮ ਹੁੰਦਾ ਸੀ ਉਹ ਮਾਂ ਤੋਂ ਬਿਨਾਂ ਰਹਿਣਾ ਗਿੱਝਿਆ ਹੋਇਆ ਸੀ ਤੇ ਨਹੀਂ ਤਾਂ ਰੋ ਕੇ ਫਵਾਹ ਹੋ ਜਾਂਦਾ। ਮੈਂ ਉਸਨੂੰ ਮੋਢੇ 'ਤੇ ਚੁੱਕ ਕੇ ਤੁਰ ਪਿਆ, ਪਤਾ ਨਹੀਂ ਕਿੱਧਰ। ਥੋੜ੍ਹੀ ਦੂਰ ਜਾ ਕੇ ਮੇਰੀ ਸਲਾਹ ਹੋਈ ਕਿ ਇਸਨੂੰ ਇਸਦੇ ਘਰ ਪਹੁੰਚਾਵਾਂ, ਪਰ ਦਿਲ ਨੇ ਆਖਾ ਨਾ ਮੰਨਿਆ। ਸੋਚਿਆ, ਚਲੋ ਚੋਰ ਤਾਂ ਬਣ ਹੀ ਚੁੱਕਾ ਹਾਂ, ਪਰ ਹੁਣ ਇਸ ਆਈ ਦੌਲਤ ਨੂੰ ਕਿਉਂ ਗਵਾਵਾਂ। ਮੁੰਡਾ ਮੇਰੇ ਮੋਢੇ 'ਤੇ ਬੈਠਾ ਮੇਲੇ ਤੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਮੇਰੇ ਉੱਤੇ ਤਰ੍ਹਾਂ ਦੇ ਸਵਾਲ ਕਰ ਰਿਹਾ ਸੀ। ਵਿੱਚ ਆਪਣੀ ਮਾਂ ਦਾ ਵੀ ਜ਼ਿਕਰ ਕਰਦਾ ਸੀ, ਪਰ ਮੈਨੂੰ ਉਸਦੀਆਂ ਗੱਲਾਂ ਸੁਣਨ ਦੀ ਵਿਹਲ ਨਹੀਂ ਸੀ। ਮੇਰੀਆਂ ਅੱਖਾਂ ਅੱਗੇ ਕੋਈ ਹੋਰ ਜਹਾਨ ਉਸਰ ਰਿਹਾ ਸੀ। ਥੋੜ੍ਹੇ ਚਿਰ ਪਿੱਛੋਂ ਅਸੀਂ ਰੇਲ ਸਟੇਸ਼ਨ 'ਤੇ ਸਾਂ ਤੇ ਉਸ ਤੋਂ ਕੁਝ ਚਿਰ ਬਾਅਦ ਗੱਡੀ ਵਿੱਚ। ਜਿਹੜਾ 20 ਰੁਪਏ ਮੈਨੂੰ ਮੁੰਡੇ ਦੇ ਮੁਕਾਉਣ ਨੂੰ ਮਿਲੇ ਸਨ, ਉਹ ਹੁਣ ਉਸਨੂੰ ਲੁਕਾਉਣ ਲਈ ਖਰਚ ਹੋ ਰਹੇ ਸਨ। ਥੋੜ੍ਹੇ ਦਿਨ ਪਿੱਛੋਂ ਅਸੀਂ ਦੋਵੇਂ ਲੈਲਪੁਰ ਦੀ ਬਾਰ ਵਿੱਚ ਸਾਂ। 14 ਆਨੇ ਦਿਹਾੜੀ ਉੱਤੇ ਮੈਂ ਸੜਕਾਂ ਦੀ ਰੋੜੀ ਕੁੱਟਣ ਦਾ ਕੰਮ ਕਰਦਾ ਸਾਂ। ਸਾਰੀ ਉਮਰ ਕਦੇ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ, ਪਰ ਇਸ ਸਾਰੀ ਦਿਹਾੜੀ ਦੀ ਮਿਹਨਤ ਵਿੱਚ ਕਿਤਨਾ ਸਵਾਦ ਸੀ ਮੈਂ ਦੱਸ ਨਹੀਂ ਸਕਦਾ। ਉਂਗਲਾਂ ਉੱਤੇ ਟਾਕੀਆਂ ਬੰਨ੍ਹੀ ਸਾਰਾ ਦਿਨ ਪੱਥਰ ਕੁੱਟਦਾ ਸਾਂ, ਪਰ ਥੱਕਦਾ ਨਹੀਂ ਸਾਂ। ਜਦ ਘੁੱਗੀ, ਉਸਦਾ ਨਾਂ ਕੁਝ ਹੋਰ ਸੀ, ਪਰ ਮੈਂ ਉਸਨੂੰ ਘੁੱਗੀ ਸੱਦਦਾ ਹੁੰਦਾ ਸਾਂ।
ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਨਿੱਕੇ ਨਿੱਕੇ ਪੱਥਰ ਹਿੱਕ ਦਾ ਸਾਰਾ ਜ਼ੋਰ ਲਾ ਕੇ ਮੈਨੂੰ ਫੜਾਉਂਦਾ ਸੀ ਤਾਂ ਉਸ ਵੱਲ ਇੱਕੋ ਵੇਰਾਂ ਤੱਕਣ ਨਾਲ ਮੇਰਾ ਸਾਰਾ ਥਕੇਵਾਂ ਲੱਥ ਜਾਂਦਾ ਸੀ। ਹੁਣ ਅਸੀਂ ਪਿੰਡ ਬਾਹਰ ਇੱਕ ਕੱਚੇ ਕੋਠੇ ਵਿੱਚ ਰਹਿੰਦੇ ਸਾਂ। ਘੁੱਗੀ ਨੇ ਮਾਂ ਨੂੰ ਹੁਣ ਭੁੱਲ ਕੇ ਯਾਦ ਵੀ ਨਹੀਂ ਸੀ ਕੀਤਾ। ਮੇਰੇ ਦਿਨ ਡਾਢੀ ਖੁਸ਼ੀ ਦੇ ਲੰਘ ਰਹੇ ਸਨ। ਕੰਮ ਤੋਂ ਜਿੰਨਾ ਵਿਹਲਾ ਬਚਦਾ ਸੀ ਉਹ ਸਾਰਾ ਘੁੱਗੀ ਨਾਲ ਹੱਸਣ ਖੇਡਣ ਤੇ ਉਸਨੂੰ ਪਾਲਣ ਪਲੋਸਣ ਵਿੱਚ ਹੀ ਬੀਤਦਾ ਸੀ। ਵੱਡੇ ਵੇਲੇ ਜਦੋਂ ਜਾਗਦਾ ਸੀ ਤਾਂ ਸਭ ਤੋਂ ਪਹਿਲਾਂ ਮੈਨੂੰ ਉਸਦੀ ਭੁੱਖ ਦਾ ਫਿਕਰ ਹੁੰਦਾ ਸੀ। ਮੂੰਹ ਹੱਥ ਧੁਆ ਕੇ, ਕੰਘੀ ਵਾਹ ਕੇ ਤੇ ਜੂੜਾ ਕਰਕੇ ਮੈਂ ਉਸਨੂੰ ਘਿਓ ਤੇ ਲੂਣ ਵਾਲੀ ਪਰੌਂਠੀ ਪਕਾ ਦਿੰਦਾ ਸਾਂ। ਉਹ ਖਾਂਦਾ ਖਾਂਦਾ ਰੱਜ ਜਾਂਦਾ ਸੀ, ਪਰ ਮੈਂ ਉਸ ਵੱਲ ਤੱਕਦਾ ਤੱਕਦਾ ਨਹੀਂ ਸੀ ਰੱਜਦਾ। ਨਾਲ ਹੀ ਸੋਚਦਾ ਜਾਂਦਾ ਸੀ, ਇਹ ਕੌਣ ਹੈ ਮੇਰਾ? ਕਿੱਥੋਂ ਮਿਲ ਗਿਆ? ਜੇ ਇਸਦੀ ਮਾਂ ਨੂੰ ਕਿਸੇ ਨੇ ਜਾ ਦੱਸਿਆ ਤਾਂ ਮੇਰਾ ਕੀ ਬਣੇਗਾ? ਜੇ ਇੱਕ ਪਲ ਲਈ ਵੀ ਉਹ ਮੇਰੀਆਂ ਅੱਖਾਂ ਤੋਂ ਓਹਲੇ ਹੁੰਦਾ ਸੀ ਤਾਂ ਮੈਨੂੰ ਅੰਦਰ ਬਾਹਰ ਸੁੰਨਾ ਸੁੰਨਾ ਜਾਪਣ ਲੱਗ ਪੈਂਦਾ ਸੀ। 2 ਵਰ੍ਹੇ ਬੀਤ ਗਏ। ਘੁੱਗੀ ਹੁਣ ਸਿਆਣਾ ਹੋ ਗਿਆ ਸੀ। ਮੈਂ ਉਸਨੂੰ ਮਦਰੱਸੇ ਪਾ ਦਿੱਤਾ। ਕੁਝ ਦਿਨ ਤਾਂ ਉਸਦਾ ਇਹ ਸਾਰੀ ਦਿਹਾੜੀ ਦਾ ਵਿਛੋੜਾ ਮੈਨੂੰ ਡਾਢਾ ਸਤਾਉਂਦਾ ਰਿਹਾ, ਪਰ ਹੌਲੀ ਹੌਲੀ ਸਹਿ ਗਿਆ। ਸਹਿ ਜਾਈਦਾ ਏ ਭਾਊ, ਸਿਰ ਬਣੀ ਨੂੰ ਸਭ ਕੋਈ ਸਹਿ ਲੈਂਦਾ ਏ। ਮੋਇਆਂ ਨਾਲ ਵੀ ਤਾਂ ਤੇਰੀ ਕੋਈ ਮਰ ਨਹੀਂ ਜਾਂਦਾ। ਬੋਲਦਿਆਂ ਬੋਲਦਿਆਂ ਬੁੱਢੇ ਦੀ ਆਵਾਜ਼ ਭਾਰੀ ਹੋ ਗਈ ਤੇ ਫਿਰ ਉਹ ਅੱਗੇ ਵਾਂਗ ਡਾਢਾ ਔਖਾ ਹੋ ਕੇ ਹਟਕੋਰੇ ਭਰਨ ਲੱਗਾ। ਮੈਨੂੰ ਕਦੇ ਰੋਣ ਨਹੀਂ ਸੀ ਆਇਆ। ਇੱਕ ਤਾਂ ਉਂਝ ਹੀ ਦਿਲ ਸਖਤ ਸੀ, ਦੂਜਾ ਕਚਹਿਰੀ ਦਾ ਨੌਕਰ, ਪਰ ਉਸ ਬੁੱਢੇ ਦੀ ਕਹਾਣੀ ਨੇ ਮੇਰੇ ਪੱਥਰ ਦਿਲ ਨੂੰ ਵੀ ਭੰਗਾਰ ਦਿੱਤਾ। ਮੈਂ ਇੱਕ ਹੱਥ ਨਾਲ ਆਪਣੀਆਂ ਅੱਖਾਂ ਪੂੰਝਦਿਆਂ ਹੋਇਆਂ ਤੇ ਦੂਜੇ ਨਾਲ ਉਸਨੂੰ ਮੋਢੇ ਤੋਂ ਫੜ ਕੇ ਦਿਲਾਸਾ ਦਿੰਦਿਆਂ ਹੋਇਆਂ ਕਿਹਾ, ਬਾਬਾ ਰੋ ਨਾ, ਅੱਗੇ ਈ ਤੂੰ ਸਰੀਰ ਦਾ ਮਾੜਾ ਏਂ, ਕੁਝ ਹੋ ਨਾ ਜਾਏ। ਉਹ ਹਫਦਾ ਹਫਦਾ ਬੋਲਿਆ, ਸਰੀਰ ਤੇ ਭਾਊ ਲੋਹੇ ਦੀ ਲੱਠ ਵਰਗਾ ਸੀ, ਪਰ ਗਾਲ ਸੁੱਟਿਆ ਏ ਮੁੰਡੇ ਦੇ ਹਾਵਿਆਂ ਨੇ। ਹੁਣ ਤੇ ਜਿਉਣ ਦਾ ਕੋਈ ਹੱਜ ਨਹੀਂ। ਆਹਨਿਆਂ ਵੀ ਘੜਿਓ ਚੌਥਾ ਭਾਅ ਮੌਤ ਆ ਜਾਵੇ, ਪਰ ਕਹਿੰਦੇ ਹੁੰਦੇ ਨੇ ਮੌਤ ਮੰਗੀ ਮੌਤ ਵੀ ਨਹੀਂ ਮਿਲਦੀ। ਬੁੱਢੇ ਦੀ ਆਵਾਜ਼ ਭਰੜਾ ਗਈ। ਉਹ ਫਿਰ ਆਪਣੀ ਗੱਲ ਨੂੰ ਸ਼ੁਰੂ ਕਰਨ ਲੱਗਾ, ਪਰ ਉਸਦੇ ਸੰਘ ਵਿੱਚੋਂ 2 ਆਵਾਜ਼ਾਂ ਆਉਂਦੀਆਂ ਸਨ। 3-4 ਵਾਰੀ ਉਸਨੇ ਖੰਘੂਰੇ ਮਾਰੇ, ਪਰ ਆਵਾਜ਼ ਫਿਰ ਵੀ ਠੀਕ ਨਾ ਹੋਈ। ਮੈਂ ਪੁੱਛਿਆ, ਬਾਬਾ, ਘੁੱਗੀ ਦਾ ਫਿਰ ਕੀ ਹੋਇਆ? ਉਸੇ ਤਰ੍ਹਾਂ ਫਟਵੀਂ ਆਵਾਜ਼ ਵਿੱਚ ਬੁੱਢਾ ਬੋਲਿਆ, ਹੋਣਾ ਉਹੀਓ ਸੀ ਜੋ ਨਸੀਬਾਂ 'ਚ ਲਿਖਿਆ ਸੀ। ਮੇਰਾ ਘੁੱਗੀ ਨੇ 5 ਵਰ੍ਹਿਆਂ ਵਿੱਚ 7 ਜਮਾਤਾਂ ਪਾਸ ਕਰ ਲਈਆਂ। ਜਦੋਂ 8ਵੀਂ ਚੜ੍ਹਿਆ ਤਾਂ ਮਸੇ ਉਸਦੀ ਉਮਰ 13 ਵਰ੍ਹਿਆਂ ਦੀ ਹੀ ਹੋਵੇਗੀ। ਵਜ਼ੀਫਾ ਵੀ 5 ਰੁਪਏ ਲੱਗ ਗਿਆ। ਸਕੂਲ 8 ਜਮਾਤਾਂ ਤੋੜੀ ਹੀ ਸੀ। ਮੈਂ ਸੋਚ ਰਿਹਾ ਸਾਂ, ਅਗਲੇ ਸਾਲ ਘੁੱਗੀ ਨੂੰ ਵੱਡੇ ਸਕੂਲ ਵਿੱਚ ਦਾਖਲ ਕਰ ਦਿਆਂਗੇ। ਪਰ ਮੈਨੂੰ ਕੀ ਪਤਾ ਸੀ ਜੋ ਨਸੀਬ ਨੇ ਮੇਰੀ ਨਿੱਸਰਦੀ ਖੇਤੀ ਉੱਤੇ ਗੜੇਮਾਰ ਕਰ ਦੇਣੀ ਏ। ਮੈਂ ਉਸ ਤੋਂ ਕਾਹਲੀ ਨਾਲ ਪੁੱਛਿਆ, ਬਾਬਾ, ਫੇਰ ਕੀ ਹੋਇਆ? ਰਤਾ ਕੁ ਠਹਿਰ ਕੇ ਬੁੱਢਾ ਬੋਲਿਆ, ਇੱਕ ਦਿਨ ਦੀ ਗੱਲ ਹੈ। ਐਤਵਾਰ ਸੀ। ਘੁੱਗੀ ਨੂੰ ਛੁੱਟੀ ਹੋਈ ਸੀ ਤੇ ਮੈਂ ਵੀ ਓਦਣ ਕੰਮ ਤੇ ਨਾ ਗਿਆ। ਮੈਂ ਉਸ ਨੂੰ ਕੇਸੀ ਨੁਹਾਇਆ। ਉਹ ਮੰਜੇ ਤੇ ਬੈਠਾ ਕੇਸ ਸੁਕਾ ਰਿਹਾ ਸੀ, ਨਾਲੇ ਸਕੂਲ ਦਾ ਕੰਮ ਪਿਆ ਕਰਦਾ ਸੀ। ਇੰਨੇ ਨੂੰ ਸਾਡੇ ਪਿੰਡ ਦਾ ਉਹੀਓ ਗੱਭਰੂ ਆ ਨਿਕਲਿਆ, ਜਿਸਨੇ ਮੈਨੂੰ ਘੁੱਗੀ ਦੇ ਮਾਰਨ ਲਈ 20 ਰੁਪਏ ਦਿੱਤੇ ਸਨ। ਉਹ ਆਪਣੇ ਕਿਸੇ ਸ਼ਰੀਕ ਦੀ ਮੁਕਾਣੀ ਆਇਆ ਸੀ, ਪਰ ਨਾਲ ਹੀ ਮੇਰਾ ਵੀ ਸਭ ਕੁਝ ਮੁਕਾ ਗਿਆ। ਮੈਂ ਇੱਥੇ ਰਹਿੰਦਾ ਹਾਂ, ਇਸ ਗੱਲ ਦਾ ਨਾ ਉਹਨੂੰ ਪਤਾ ਸੀ ਤੇ ਨਾ ਹੀ ਮੇਰੇ ਪਿੰਡ ਦਿਆਂ ਨੂੰ। ਮੈਂ ਉਸਨੂੰ ਮਿਲ ਕੇ ਬੜਾ ਖੁਸ਼ ਹੋਇਆ। ਕਰਮਾਂ ਦੀ ਮਾਰ, ਮੈਂ ਉਸਨੂੰ ਲਾਂਭੇ ਕਰਕੇ ਘੁੱਗੀ ਬਾਰੇ ਸਾਰਾ ਹਾਲ ਸੱਚੋ ਸੱਚ ਸੁਣਾ ਦਿੱਤਾ। ਉਸਦੇ ਮੱਥੇ ਤੇ 7 ਠੀਕਰ ਭੱਜ ਗਏ ਤੇ ਮੂੰਹ ਲਮਕਾਈ ਉਹ ਉੱਠ ਗਿਆ। ਉਸਦੀ ਜ਼ਬਾਨੀ ਮੈਨੂੰ ਇਤਨਾ ਪਤਾ ਲੱਗਾ ਕਿ ਘੁੱਗੀ ਦੀ ਮਾਂ ਪੁੱਤਰ ਦੇ ਹਾਵੇਂ ਕਿਸੇ ਅਣਡਿੱਠੀ ਦੁਨੀਆਂ ਵਿੱਚ ਚਲੀ ਗਈ ਹੈ। ਇਹ ਸੁਣ ਕੇ ਮੇਰੇ ਤੇ 7 ਠੀਕਰ ਭੁੱਜ ਗਏ, ਉਹ ਉੱਠ ਗਿਆ। ਉਸਦੀ ਜ਼ਬਾਨੀ ਮੈਨੂੰ ਇਤਨਾ ਪਤਾ ਲੱਗਾ ਕਿ ਘੁੱਗੀ ਦੀ ਮਾਂ ਪੁੱਤਰ ਦੇ ਹਾਵੇਂ ਕਿਸੇ ਅਣਡਿੱਠੀ ਦੁਨੀਆਂ ਵਿੱਚ ਚਲੀ ਗਈ ਹੈ। ਇਹ ਸੁਣ ਕੇ ਮੇਰੇ ਦਿਲ ਤੋਂ ਕਈਆਂ ਸਾਲਾਂ ਦਾ ਬੋਝ ਉਤਰਿਆ, ਪਰ ਇਹ ਨਹੀਂ ਸਾਂ ਜਾਣਦਾ ਕਿ ਉਸ ਦੀਆਂ ਹਾਈ ਤੇ ਬਦਦੁਆਈ ਨੇ ਸਾਰਾ ਦੁੱਖ ਉਸ ਦੇ ਸਿਰੋਂ ਲਾਹ ਕੇ ਮੇਰੇ ਸਿਰ ਪਾ ਦੇਣਾ ਏ। ਰਾਤ ਬੀਤੀ ਤੇ ਦੂਜੇ ਦਿਨ ਦਾ ਸੂਰਜ ਮੇਰੇ ਲਈ ਨਵੇਂ ਦੁੱਖਾਂ ਦਾ ਸੁਨੇਹਾ ਲੈ ਕੇ ਚੜ੍ਹਿਆ। ਉਹ ਫੁੱਟਦਿਆਂ ਹੀ ਸਾਰਾ ਪਿੰਡ ਡਾਂਗਾਂ ਸੂਤ ਕੇ ਮੇਰੇ ਬੂਹੇ ਅੱਗੇ ਆ ਜੁੜਿਆ। ਮੈਨੂੰ ਹਜ਼ਾਰਾਂ ਹਜ਼ਾਰਾਂ ਗਾਲਾਂ ਕੱਢਦੇ ਹੋਏ ਉਹ ਗੁੱਸੇ ਨਾਲ ਸੂਹੇ ਸਾਵੇਂ ਹੋ ਕੇ ਆਖਣ ਲੱਗੇ, ਤੂੰ ਸਾਡਾ ਧਰਮ ਭ੍ਰਸ਼ਟ ਕਰ ਛੱਡਿਆ। ਇੰਨੇ ਸਾਲ ਸਾਡੇ ਨਾਲ ਵਰਤਦਾ ਭਿੱਟਦਾ ਰਿਹਾ, ਨਾਲ ਹੀ ਸਕੂਲੇ ਪੜ੍ਹਨ ਵਾਲੇ ਸਾਡਿਆਂ ਮੁੰਡਿਆਂ ਦਾ ਤੂੰ ਜਨਮ ਗਾਲ ਦਿੱਤਾ। ਸਾਨੂੰ ਹੁਣ ਪਤਾ ਲੱਗਾ ਹੈ ਕਿ ਤੂੰ ਕਿਸ ਕਰਤੂਤ ਦਾ ਮਾਲਕ ਹੈ। ਜੇ ਮੈਂ ਇਕੱਲਾ ਇਹਨਾਂ ਗੱਲਾਂ ਨੂੰ ਸੁਣਦਾ ਜਾਂ ਕੋਈ ਖਿਆਲ ਨਾ ਕਰਦਾ,
ਪਰ ਉਹਨਾਂ ਜ਼ਾਲਮਾਂ ਨੇ ਮੇਰੇ ਘੁੱਗੀ ਨੂੰ ਸੁਣਾ ਕੇ ਇਹ ਤੂਫਾਨ ਤੋਲੇ ਕਿ ਮੇਰੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਅਖੀਰ ਉਹਨਾਂ ਬੜੀ ਮਿਹਰਬਾਨੀ ਕਰਕੇ ਸਾਨੂੰ ਇਹ ਰਿਆਇਤ ਕੀਤੀ ਕਿ ਅੱਜ ਤੋਂ 4 ਦਿਨਾਂ ਅੰਦਰ ਜੇ ਪਿੰਡੋਂ ਨਿਕਲ ਜਾਓ ਤਾਂ ਵਹੀ ਭਲੀ, ਨਹੀਂ ਤਾਂ ਤੁਹਾਡੇ ਦੋਹਾਂ ਦੀ ਹੱਡੀ ਬੋਟੀ ਇੱਕ ਕਰ ਦਿੱਤੀ ਜਾਵੇਗੀ। ਘੁੱਗੀ ਤੋਂ ਮੈਂ ਅਸਲ ਭੇਦ ਲੁਕਾਈ ਰੱਖਿਆ ਸੀ ਤੇ ਉਸਨੂੰ ਇਹੋ ਯਕੀਨ ਸੀ ਕਿ ਉਸਦੀ ਮਾਂ ਨਿੱਕਿਆਂ ਹੁੰਦਿਆਂ ਮਰ ਗਈ ਹੈ ਤੇ ਮੈਂ ਹੀ ਉਸਦਾ ਪਿਓ ਹਾਂ। ਪਰ ਹੁਣ ਜਦ ਸਭ ਕੁਝ ਉਸਨੇ ਕੰਨੀਂ ਸੁਣ ਲਿਆ ਤਾਂ ਮੈਂ ਵੀ ਉਸਨੂੰ ਸਾਰੀ ਗੱਲ ਸੱਚੋ ਸੱਚ ਦੱਸ ਦਿੱਤੀ। ਮੇਰੀਆਂ ਗੱਲਾਂ ਦਾ ਪਤਾ ਨਹੀਂ ਉਸ ਵਿਚਾਰੇ ਦੇ ਦਿਲ ਤੇ ਕੀ ਅਸਰ ਹੋਇਆ, ਪਰ ਇਤਨਾ ਜਾਣਦਾ ਹਾਂ ਕਿ ਉਹ 2-3 ਵਾਰੀ ਕੁਝ ਕਹਿੰਦਾ ਰੁਕ ਗਿਆ। ਅਖੀਰ ਆਖਣ ਲੱਗਾ, ਬਾਪੂ ਜੀ, ਅਸੀਂ ਹੁਣ ਕਿੱਥੇ ਜਾਵਾਂਗੇ? ਮੈਂ ਪਿਆਰ ਨਾਲ ਉਸਦਾ ਸਿਰ ਬਾਂਹ ਵਿੱਚ ਲੈ ਕੇ ਕਿਹਾ, ਪੁੱਤ, ਆਪਣੇ ਪਿੰਡ ਜਾਵਾਂਗੇ। ਸਾਡਾ ਘਰ-ਬਾਰ, ਜ਼ਿਮੀਵਾੜੀ ਹੈ, ਸਭ ਕੁਝ ਏ। ਘੁੱਗੀ ਉਦਾਸ ਜਿਹਾ ਹੋ ਕੇ ਬੋਲਿਆ, ਜਦ ਸਾਡੇ ਪਿੰਡ ਦੇ ਇੱਕ ਬੰਦੇ ਨੇ ਇੱਥੇ ਆ ਕੇ ਸਾਡਾ ਇਹ ਹਾਲ ਕਰਾਇਆ ਏ ਤਾਂ ਸਾਰਾ ਪਿੰਡ ਖ਼ਬਰੇ ਸਾਡੀ ਕੀ ਬਾਬ ਕਰੇ। ਉਸਦਾ ਖਿਆਲ ਝੂਠਾ ਨਹੀਂ ਸੀ ਤੇ ਨਾ ਹੀ ਇਸਦਾ ਮੇਰੇ ਪਾਸ ਕੋਈ ਜਵਾਬ ਸੀ। ਮੈਨੂੰ ਚੁੱਪ ਵੇਖ ਕੇ ਉਸਨੇ ਡੁੱਬ-ਡੁਬਾਈਆਂ ਅੱਖਾਂ ਨਾਲ ਮੇਰੇ ਵੱਲ ਤੱਕਿਆ ਤੇ ਫਿਰ ਬੋਲਿਆ, ਬਾਪੂ ਜੀ, ਤੁਹਾਨੂੰ ਮੇਰੇ ਪਿੱਛੇ ਹੀ ਇਹ ਸਭ ਕੁਝ ਝੱਲਣਾ ਪਿਆ। ਮੈਂ ਉਸਨੂੰ ਛਾਤੀ ਨਾਲ ਲਾ ਕੇ ਕਿਹਾ, ਨਹੀਂ ਪੁੱਤ, ਸਗੋਂ ਮਈਓ ਤੈਨੂੰ ਸੁਖੀ ਸਾਂਦੀ ਵਸਦੇ ਨੂੰ ਪੁੱਟ ਕੇ ਇਸ ਹਾਲ ਤੀਕ ਪਹੁੰਚਾਇਆ ਏ ਤੇ ਮਈਓ ਤੇਰੀ ਮਾਂ ਦਾ ਖੂਨੀ ਆ। ਪਰ ਯਾਦ ਰੱਖ, ਮੈਂ ਘਰ-ਬਾਰ ਛੱਡ ਦਿਆਂਗਾ, ਸਾਰਾ ਜਹਾਨ ਛੱਡ ਦਿਆਂਗਾ, ਪਰ ਆਪਣੇ ਕਾਲਜੇ ਦਾ ਟੁਕੜਾ। ਬੁੱਢਾ ਫਿਰ ਹਫ਼ਨ ਲੱਗਾ। ਉਸਦੀ ਆਵਾਜ਼ ਥਿੜਕਣ ਲੱਗੀ, ਪਰ ਰੁਕਿਆ ਨਾ। ਔਖ ਸੁਖਾਲ ਨਾਲ ਬੋਲੀ ਗਿਆ। ਘੁੱਗੀ ਦੀਆਂ ਅੱਖਾਂ ਵਿੱਚ ਅੱਥਰੂ ਵੇਖ ਕੇ ਮੇਰੇ ਕਾਲਜੇ ਵਿੱਚ ਲਾਂਬਾਂ ਉੱਠਣ ਲੱਗੀਆਂ। ਪਰ ਕਿੱਡਾ ਸਿਆਣਾ ਮੁੰਡਾ ਸੀ। ਮੈਨੂੰ ਰੋਂਦਿਆਂ ਵੇਖ ਕੇ ਝੱਟ ਸੰਭਲ ਗਿਆ ਤੇ ਗੱਲ ਨੂੰ ਹੋਰ ਪਾਸੇ ਪਲਟਾ ਗਿਆ। ਦੂਜੇ ਦਿਨ ਉਹ ਸਕੂਲ ਜਾਣ ਲੱਗਾ ਤਾਂ ਮੈਂ ਉਸਨੂੰ ਆਖਿਆ, ਪੁੱਤ, ਹੁਣ 1-2 ਦਿਨ ਲਈ ਕੀ ਕਰੇਂਗਾ ਸਕੂਲੇ ਜਾ ਕੇ? ਉਹ ਹੱਸ ਕੇ ਬੋਲਿਆ, ਬਾਪੂ ਜੀ, ਪੜ੍ਹਾਈ ਦਾ ਕਾਹਦੇ ਲਈ ਹਰਜ ਕਰਨਾ ਏ। ਬਸਤਾ ਲੈ ਕੇ ਉਹ ਤੁਰ ਪਿਆ ਤੇ ਮੈਂ ਦਲੀਲਾਂ ਵਿੱਚ ਖਲੋ ਕੇ ਉਸਨੂੰ ਵੇਖਣ ਲੱਗਾ। ਥੋੜ੍ਹੇ ਕਦਮ ਜਾ ਕੇ ਉਸਨੇ 1-2 ਵੇਰਾਂ ਪਿਛਾਂਹ ਮੁੜ ਕੇ ਤੱਕਿਆ ਤੇ ਫਿਰ ਚੋਖੀ ਦੂਰ ਤੋੜੀ ਮੈਨੂੰ ਉਸਦੀ ਪਿੱਠ ਦਿਸਦੀ ਰਹੀ। ਜ਼ਰਾ ਕੁ ਠਹਿਰ ਕੇ ਤੇ ਫਿਰ ਠੰਡਾ ਸਾਹ ਭਰ ਕੇ ਬੁੱਢਾ ਬੋਲਿਆ, ਬਸ ਇਹੋ ਮੇਰੇ ਘੁੱਗੀ ਦਾ ਛੇਕੜਲਾ ਦਰਸ਼ਨ ਸੀ। ਮੁੜ ਕੇ ਉਹ ਦਿਨ ਜਾਵੇ ਤੇ ਇਹ ਦਿਨ ਆ, ਮੈਂ ਉਸਦੇ ਸੋਹਣੇ ਮੁਖੜੇ ਨੂੰ ਨਹੀਂ ਡਿੱਠਾ। ਹੈਂ? ਮੈਂ ਤ੍ਰਿਭਕ ਕੇ ਪੁੱਛਿਆ, ਬਾਬਾ, ਫਿਰ ਉਸਨੂੰ ਕੀ ਹੋਇਆ? ਪਰ ਜਦ ਮੈਂ ਧਿਆਨ ਨਾਲ ਬੁੱਢੇ ਵੱਲ ਤੱਕਿਆ ਤਾਂ ਉਸ ਵਿੱਚ ਬੋਲਣ ਚਾਲਣ ਦੀ ਹਿੰਮਤ ਨਹੀਂ ਸੀ। ਰੋਣ ਦੀ ਤਾਂ ਅੱਗੇ ਹੀ ਨਹੀਂ ਸੀ। ਉਸਦਾ ਸਾਹ ਧੋਕਣੀ ਵਾਂਗ ਚੱਲ ਰਿਹਾ ਸੀ ਤੇ ਸਾਹ ਵਿੱਚ ਰਲੀ ਹੋਈ ਹਾਏ ਹਾਏ ਦੀ ਨਿੰਮੀ ਆਵਾਜ਼ ਇਸ ਤਰ੍ਹਾਂ ਆ ਰਹੀ ਸੀ ਜਿਸ ਤਰ੍ਹਾਂ ਕੱਪੜੇ ਛੱਡਦਿਆਂ ਹੋਇਆਂ ਧੋਬੀ ਦੇ ਮੂੰਹੋਂ ਨਿਕਲਦੀ ਹੈ। ਮੈਨੂੰ ਫਿਕਰ ਜਿਹਾ ਪੈ ਗਿਆ, ਪਰ ਉਹ ਝੱਟ ਹੀ ਸੰਭਲ ਗਿਆ। ਪਰ ਮੇਰਾ ਫਿਕਰ ਦੂਰ ਕਰਨ ਲਈ ਨਹੀਂ, ਹੌਸਲਾ ਰੱਖ ਭਾਊ, ਇਹ ਜਿੰਦ ਐਡੀ ਛੇਤੀ ਨਿਕਲਣ ਵਾਲੀ ਨਹੀਂ। ਖ਼ਬਰੇ ਕਿਹੜੇ ਖੂੰਜੇ ਅੜੀ ਹੋਈ ਏ। ਫਿਰ ਮੈਂ ਪੁੱਛਿਆ, ਬਾਬਾ ਜੀ, ਫਿਰ ਮੁੰਡੇ ਦਾ ਕੋਈ ਪਤਾ ਨਾ ਲੱਗਾ? ਮੁੜ ਕੇ ਨਹੀਂ ਆਇਆ? 1-2 ਖੰਘੂਰੇ ਲੈ ਕੇ ਤੇ ਸ਼ੁਦਾਈਆਂ ਵਾਂਗ ਸਿਰ ਮਾਰਦਾ ਹੋਇਆ ਬੋਲਿਆ, ਆਉਣਾ ਕਿੱਥੋਂ ਸੀ? ਪਤਾ ਕਿੱਥੋਂ ਲੱਗਣਾ ਸੀ? ਖਾ ਲਿਆ, ਜ਼ਾਲਮਾਂ ਨੇ ਮੇਰਾ ਕਾਲਜਾ ਕੱਢ ਕੇ ਖਾ ਲਿਆ। ਸਕੂਲੋਂ ਆਉਂਦੇ ਨੂੰ ਜਾਂ ਖ਼ਬਰੇ ਜਾਂਦੇ ਨੂੰ ਹੀ ਚੀਲ ਵਾਂਗ ਝਪਟਾ ਲਿਆ। ਬੁੱਢਾ ਗੱਲਾਂ ਕਰੀ ਜਾਂਦਾ ਸੀ ਤੇ ਨਾਲੋਂ ਨਾਲ ਉਹ ਦੰਦ ਵਾਲੀ ਪੋਟਲੀ ਨੂੰ ਫਿਰ ਖੋਲ੍ਹੀ ਜਾਂਦਾ ਸੀ। ਦੰਦ ਨੂੰ ਕੱਢ ਕੇ ਫਿਰ ਵੇਖਣ ਲੱਗਾ ਤੇ ਘੜੀ ਮੁੜੀ ਅੱਖਾਂ ਮਲ ਰਿਹਾ ਸੀ। ਸ਼ਾਇਦ ਗਲੇਡੂ ਆ ਜਾਣ ਕਰਕੇ ਉਸਨੂੰ ਸਾਫ਼ ਨਹੀਂ ਸੀ ਦਿਸਦਾ। ਮੈਂ ਫਿਰ ਪੁੱਛਿਆ, ਬਾਬਾ ਜੀ, ਇਹ ਦੰਦ ਉਸੇ ਦਾ ਏ? ਉਸਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਹੋਇਆਂ ਕਿਹਾ, ਉਸੇ ਦਾ ਏ। ਦੁੱਧ ਦੀਆਂ ਦੰਦੀਆਂ ਵਿੱਚੋਂ ਇਹ ਉਸਦੀ ਪਹਿਲੀ ਪੁੱਟੀ ਹੋਈ ਸੀ। ਖੇਡਦਿਆਂ ਆਇਆ, ਆਖੇ, ਆਹ ਵੇਖੋ ਬਾਪੂ ਜੀ, ਮੇਰਾ ਦੰਦ ਪੁੱਟਿਆ ਗਿਆ। ਡਾਢੀ ਚਿੱਟੀ, ਚੰਬੇ ਦੀ ਕਲੀ ਵਰਗੀ, ਮਹੀਨੇ ਤੇ ਤਿੱਖੀ। ਮੈਂ ਸਹਿਜ ਨਾਲ ਲੈ ਕੇ ਕੁੱਜੀ ਵਿੱਚ ਸੁੱਟ ਛੱਡੀ। ਕੀ ਪਤਾ ਸੀ ਮੇਰੇ ਘੁੱਗੀ ਦੀ ਇਹੋ ਨਿਸ਼ਾਨੀ ਰਹਿ ਜਾਵੇਗੀ। ਮੈਂ ਜਦੋਂ ਵੇਖਿਆ ਬੁੱਢੇ ਦਾ ਬੋਲਣਾ ਹੁਣ ਖਤਰੇ ਤੋਂ ਖਾਲੀ ਨਹੀਂ ਤਾਂ ਉਸਨੂੰ ਮੰਜੇ ਤੇ ਲਿਟਾ ਕੇ ਉੱਤੇ ਕੰਬਲ ਦੇ ਦਿੱਤੇ। ਰਾਤ ਪੈ ਚੁੱਕੀ ਸੀ। ਮੈਂ ਰੋਟੀ ਪਕਾਈ। ਬੁੱਢੇ ਨੇ ਨਾਂਹ ਨੁੱਕਰ ਕਰਦਿਆਂ ਵੀ ਮੈਂ ਥੋੜ੍ਹੀ ਬਹੁਤੀ ਉਸਨੂੰ ਖੁਆ ਦਿੱਤੀ। ਰੋਟੀ ਖਾ ਕੇ ਉਹ ਉੱਠ ਖੜੋਤਾ ਤੇ ਹੱਥ ਜੋੜ ਕੇ ਮੈਨੂੰ ਆਖਣ ਲੱਗਾ, ਜਮਾਦਾਰ ਜੀ, ਲਓ ਹੁਣ ਛੁੱਟੀ ਦਿਓ।
ਤੁਹਾਨੂੰ ਬੜੀ ਖੇਚਲ ਦਿੱਤੀ ਏ, ਵੱਡੇ ਵੇਲੇ ਆਵਾਂਗਾ। ਜਮਾਦਾਰ ਜੀ। ਮੈਂ ਹੱਸ ਕੇ ਕਿਹਾ, ਬਾਬਾ ਜੀ ਬੈਠ ਜਾਓ, ਰਾਤੀਂ ਇੱਥੇ ਹੀ ਆਰਾਮ ਕਰੋ, ਵੱਡੇ ਵੇਲੇ ਮੁਲਾਕਾਤ ਕਰਾ ਦਿਆਂਗਾ, ਹੋ ਸਕਿਆ ਤਾਂ ਸਿਫਾਰਸ਼ ਵੀ ਕਰਾ ਦਿਆਂਗੇ। ਗੁਰੂ ਤੁਹਾਨੂੰ ਰਾਜ਼ੀ ਰੱਖੇ, ਕਹਿ ਕੇ ਉਹ ਖੜਾ ਹੀ ਆਖਣ ਲੱਗਾ, ਸਿਫਾਰਸ਼ ਕਰ ਦਿਓ ਤੇ ਹੋਰ ਕੀ ਚਾਹੀਦਾ ਏ। ਮੈਂ ਕਹਿੰਦਾ ਸਾਂ, ਘੁੱਗੀ ਨੂੰ ਤੇ ਜ਼ਾਲਮਾਂ ਮੈਥੋਂ ਖੋਹ ਲਿਆ, ਹੁਣ ਮੈਨੂੰ ਛੇਕੜ ਦੇ 4 ਦਿਨ ਟਿਕ ਕੇ ਆਪਣੇ ਘਰ ਤੇ ਬੈਠਣ ਦੇਣ। ਮੇਰੀ ਜਨਮ ਭੂਮੀ ਆਪਣਾ ਘਰ ਆਪਣਾ, ਭੋਇੰ ਆਪਣੀ, ਪਰ ਮੈਨੂੰ ਪਿੰਡ ਵਿੱਚ ਕੋਈ ਪੈਰ ਨਹੀਂ ਧਰਨ ਦਿੰਦਾ। ਮੈਂ ਵੱਡਿਆਂ ਵਡੇਰਿਆਂ ਦੀ ਧਰਤੀ ਤੇ ਮਰਨ ਵੀ ਨਹੀਂ ਦਿੰਦੇ। ਘੁੱਗੀ ਨੂੰ ਗੁਆ ਕੇ ਮੈਂ ਵਰ੍ਹਿਆਂ ਬੱਧੀ ਦੇਸਾਂ ਪ੍ਰਦੇਸਾਂ ਦੇ ਖੇਹ ਛਾਣਦਾ ਫਿਰਿਆ ਵਾਂ। ਅਖੀਰ ਇਹੋ ਸੋਚ ਕੇ ਚਲਾ ਆਇਆ, ਪਰੀ ਹੋਰ ਨਹੀਂ ਤੇ ਮਰਾਂ ਤਾਂ ਪਿਓ ਦਾਦੇ ਦੀ ਧਰਤੀ ਉੱਤੇ। ਪਰ ਇੱਥੇ ਆ ਕੇ ਵੀ ਉਹੀਓ ਗੱਲ ਬਣੀ। ਅਖੇ ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ, ਮੈਨੂੰ ਕੋਈ ਲਾਗੇ ਨਹੀਂ ਛੂਹਣ ਦਿੰਦਾ। ਬੁੱਢੇ ਦੀਆਂ ਛੇਕੜਲੀਆਂ ਗੱਲਾਂ ਸੁਣ ਕੇ ਮੇਰਾ ਕਾਲਜਾ ਪਾਟਣ ਲੱਗਾ। ਮੈਂ ਪੁੱਛਿਆ, ਤੇ ਬਾਬਾ ਜੀ ਅੱਜ ਕੱਲ੍ਹ ਰਹਿੰਦੇ ਕਿੱਥੇ ਹੋ? ਉਹ ਬੋਲਿਆ, ਜਮਾਦਾਰ ਜੀ ਕੀ ਪੁੱਛਦੇ ਹੋ? ਜੇ ਦੱਸ ਦਿੱਤਾ ਤਾਂ ਤੁਸੀਂ ਵੀ ਮੈਨੂੰ ਹੁਣੇ ਧੱਕੇ ਮਾਰ ਕੇ ਕੱਢ ਦਿਓਗੇ। ਤੁਸੀਂ ਵੀ ਉਹਨਾਂ ਵਰਗੇ ਹੀ ਸਿੱਖ ਹੋ ਨਾ? ਮੈਂ ਪਿਆਰ ਨਾਲ ਉਸਦੇ ਪੈਰ ਛੂਹ ਕੇ ਕਿਹਾ, ਨਾ ਬਾਬਾ ਜੀ, ਇਉਂ ਨਾ ਆਖੋ। ਮੈਂ ਤੇ ਕਹਿਣਾ ਵਾਂ ਤੁਸੀਂ ਕਿਤੇ ਵੀ ਨਾ ਜਾਓ, ਮੇਰੇ ਕੋਲ ਹੀ ਰਿਹਾ ਕਰੋ। ਉਹ ਮੈਂ ਪੁੱਛਿਆ ਏ ਭਈ ਅੱਜ ਕੱਲ੍ਹ ਕਿੱਥੇ ਰਹਿੰਦੇ ਹੋ? ਬਾਬਾ ਬੋਲਿਆ, ਰਹਿਣਾ ਵੀ ਮੈਂ ਉਹਨਾਂ ਲੋਕਾਂ ਦੀ ਟਹਿਲ ਸੇਵਾ ਵਿੱਚ ਜਿਨ੍ਹਾਂ ਦੀ ਟੁੱਟੀ ਹੋਈ ਛੰਨ ਵਿੱਚੋਂ ਮੈਨੂੰ ਲਾਲ ਲੱਭਾ ਸੀ। ਪਰ ਰਾਤ ਨੂੰ ਸੌਣਾ ਵਾਂ ਰੁੱਖਾਂ ਥੱਲੇ, ਜਿਹੜੇ ਵਿਚਾਰੇ ਆਪਣਾ ਢਿੱਡ ਨਹੀਂ ਭਰ ਸਕਦੇ, ਮੈਂ ਉਹਨਾਂ ਤੇ ਕੀਕਣ ਭਾਰੂ ਹੋਵਾਂ। ਇਸ ਕਰਕੇ ਕਹਿੰਦਾ ਸਾਂ, ਮੇਰਾ ਘਰ ਭੋਇੰ ਮੈਨੂੰ ਮਿਲ ਜਾਂਦਾ ਤਾਂ ਮੈਂ ਟਿਕ ਕੇ ਬੈਠਦਾ, ਨਾਲੇ ਉਹਨਾਂ ਲੋਕਾਂ ਦੀ ਵੀ ਕੁਝ ਸੇਵਾ ਕਰ ਸਕਦਾ, ਜਿਨ੍ਹਾਂ ਵਿੱਚੋਂ ਇੱਕ ਘਰ ਦਾ ਉਜਾੜ ਲਤਾੜ ਕੇ ਮੈਂ ਮਿੱਟੀ ਵਿੱਚ ਰਲਾ ਦਿੱਤਾ ਏ। ਖ਼ਬਰੇ ਉਸ ਮਾਈ ਦੀਆਂ ਬਦਸੀਸਾਂ ਦਾ ਸਦਕਾ ਮੈਂ ਇਹ ਤਸੀਹੇ ਪਿਆ ਭੋਗਣਾ ਵਾਂ। ਪੱਲੇ ਕੁਝ ਹੁੰਦਾ ਤਾਂ ਅਰਜ਼ੀ ਪਰਚਾ ਕੇ ਸ਼ਰੀਕਾਂ ਤੋਂ ਹੱਕ ਛੁਡਾਂਦਾ, ਪਰ ਕੀ ਕਰਾਂ, ਮੇਰੀ ਕੋਈ ਵਾਹ ਨਹੀਂ। ਪਿਛਲਾ ਜਿਹੜਾ ਸਾਹਬ ਬਦਲ ਗਿਆ ਏ, ਉਸ ਪਾਸ ਵੀ ਕਈ ਵੇਰਾਂ ਨੱਕ ਮੱਥਾ ਰਗੜਿਆ, ਪਰ ਕੌਣ ਸੁਣਦਾ ਏ ਗਰੀਬਾਂ ਦੀ। ਪਤਾ ਲੱਗਾ ਸੀ ਭਈ ਇਹ ਨਵਾਂ ਹਾਕਮ ਬੜਾ ਰਹਿਮ ਦਿਲ ਤੇ ਗਰੀਬਾਂ ਦੀ ਦਰਦੀ ਏ। ਮੈਂ ਆਖਿਆ, ਇੱਕ ਵੇਰਾਂ ਫੇਰ ਵਾਹ ਲਾ ਲੈਨਾ। ਸਾਡੀਆਂ ਗੱਲਾਂ ਅਜੇ ਹੋ ਰਹੀਆਂ ਸਨ ਕਿ ਛੌਲਦਾਰੀ ਦਾ ਪੱਲਾ ਚੁੱਕ ਕੇ ਬਹਿਰੇ ਨੇ ਆਣ ਸਿਰ ਕੱਢਿਆ। ਉਸਦੇ ਮੂੰਹੋਂ ਇਹ ਸੁਣ ਕੇ ਕਿ ਮੈਂ ਸਾਹਬ ਸੱਦਦਾ ਹੈ, ਮੈਨੂੰ ਢਾਡੀ ਖਿਝ ਆਈ। ਕੰਬਖਤ ਰਾਤ ਨੂੰ ਵੀ ਟਿਕਣ ਨਹੀਂ ਦਿੰਦਾ, ਪਰ ਮਜਬੂਰੀ ਸੀ, ਨਾ ਨੁੱਕਰ ਦੀ ਮਜਾਲ ਨਹੀਂ ਸੀ। ਬਾਬੇ ਨੂੰ ਸੁਆ ਕੇ ਮੈਂ ਬਹਿਰੇ ਨਾਲ ਸਾਹਿਬ ਦੇ ਤੰਬੂ ਵੱਲ ਚਲਾ ਗਿਆ। ਸਾਹਿਬ ਬੜੀ ਬੇਚੈਨੀ ਨਾਲ ਤੰਬੂ ਵਿੱਚ ਟਹਿਲ ਰਿਹਾ ਸੀ। ਮੈਂ ਝੁਕ ਕੇ ਸਲਾਮ ਕੀਤੀ। ਮੈਨੂੰ ਵੇਖ ਕੇ ਬੋਲਿਆ, ਵੈਲ ਕਿਸ਼ਨ ਸਿੰਘ, ਤੁਮਨੇ ਬਹੁਤ ਦੇਰ ਲਗਾ ਦਿਆ। ਮੈਂ ਡਰਦਿਆਂ ਕਿਹਾ, ਹਜ਼ੂਰ, ਮੇਰਾ ਇੱਕ ਪ੍ਰਾਹੁਣਾ ਆ ਗਿਆ ਥਾ। ਉਹ ਹੱਥ ਵਿਚਲੀ ਛੜੀ ਘੁਮਾਉਂਦਿਆਂ ਤੇ ਮੂੰਹ ਨਾਲ ਸੀਟੀ ਵਜਾਉਂਦਿਆਂ ਹੋਇਆ ਚੋਖਾ ਚਿਰ ਕੁਝ ਸੋਚਦਾ ਰਿਹਾ। ਫਿਰ ਮੇਰੇ ਨੇੜੇ ਆ ਕੇ ਕਹਿਣ ਲੱਗਾ, किशन सिंह, तुमको मालूम है हम इस गांव में क्यों आया? हजूर दौरे लई? नहीं, हम इस गांव में एक आदमी का पता लगाने आया है। पहले भी उसको ढूंढने का बहुत कोशिश किया, मगर पता नहीं मिला। इसी वास्ते तुमको बुलाया है। हजूर फरमाओ। वह इस गांव में पहले रहता था, अब नहीं है, मगर शायद किसी को उसका हाल मालूम हो। हजूर, उसका नाम क्या है? नाम उसका सरदार चेत सिंह। कोई सरदार है? नहीं, एक गरीब बदबख्त किसान। ਕਹਿੰਦਿਆਂ ਸਾਹਿਬ ਦਾ ਚਿਹਰਾ ਗੰਭੀਰ ਹੋ ਗਿਆ। ਭਾਵੇਂ ਉਹ ਆਪ ਵੀ ਦੇਸੀ ਸੀ, ਪਰ ਕਿਸੇ ਹਿੰਦੁਸਤਾਨੀ ਦਾ ਨਾਂ ਇਤਨੇ ਪਿਆਰ ਤੇ ਅਦਬ ਭਰੇ ਲਹਿਜੇ ਵਿੱਚ ਲੈਂਦਿਆਂ ਮੈਂ ਉਸਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਡਿੱਠਾ। ਸਗੋਂ ਉਹ ਸਦਾ ਹੀ ਦੇਸੀ ਆਦਮੀਆਂ ਤੋਂ ਨਫ਼ਰਤ ਕਰਦਾ ਸੀ। ਮੈਂ ਕਾਹਲੀ ਨਾਲ ਪੁੱਛਿਆ, ਹਜ਼ੂਰ, ਉਸ ਕੀ ਉਮਰ ਕਿਤਨੀ ਹੋਗੀ? ਉਹ ਗੁੱਸੇ ਨਾਲ ਬੋਲਿਆ, ਉਸ ਕੀ ਨਹੀਂ, ਉਨਕੀ ਬੋਲੋ। ਉਨਕੀ ਉਮਰ ਇਸ ਵਕਤ ਕੋਈ 60 ਬਰਸ ਕੀ ਹੋਗੀ। ਆਪਣੀ ਵੱਧ ਰਹੀ ਖੁਤਖੁਤੀ ਨੂੰ ਰੋਕਦਿਆਂ ਮੈਂ ਕਿਹਾ, ਹਜ਼ੂਰ, ਮੇਰੇ ਪ੍ਰਾਹੁਣੇ का नाम भी यही है, उसकी उम्र भी इतनी ही होगी। ਜ਼ੋਰ ਦੀ ਸਾਹ ਖਿੱਚ ਕੇ ਤੇ ਫਿਰ ਇੱਕਦਮ ਛੱਡ ਕੇ ਉਹ ਮੈਨੂੰ ਦੋਹਾਂ ਬਾਹਾਂ ਤੋਂ ਫੜ ਕੇ ਘੁੱਟਦਾ ਹੋਇਆ ਬੋਲਿਆ, ਕਿਆ ਬੋਲਾ? वो तुम्हारे टेंट में है? ਹਾਂ ਹਜ਼ੂਰ। ਸਾਹਿਬ ਦੇ ਚਿਹਰੇ ਉੱਤੇ ਖੁਸ਼ੀ ਦੀ ਕੋਈ ਅਨੋਖੀ ਝਲਕ ਆ ਗਈ। ਉਹ ਛੇਤੀ ਇੱਧਰ ਉੱਧਰ ਫਿਰਦਾ ਹੋਇਆ ਮੇਰੇ ਪਾਸ ਆ ਕੇ ਖੜੋ ਗਿਆ।
ਮੇਰੇ ਹੱਥਾਂ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਘੁੱਟ ਕੇ ਬੋਲਿਆ, किशन सिंह तुम सच बोलता है? उनके बाएं हाथ का अंगूठा थोड़ा टेढ़ा है। ਇਹ ਕਹਿ ਕੇ ਉਹ ਬੈਠ ਗਿਆ ਤੇ ਮੈਨੂੰ ਵੀ ਬਿਠਾ ਦਿੱਤਾ। ਬਸ ਵਹੀ ਹਜ਼ੂਰ ਵਹੀ ਕਹਿ ਕੇ ਇਸ ਤੋਂ ਬਾਅਦ ਮੈਂ ਸਾਹਿਬ ਦੇ ਪੁੱਛਣ ਤੇ ਉਸ ਬੁੱਢੇ ਚੇਤ ਸਿੰਘ ਨੂੰ ਸੁਣੀ ਹੋਈ ਕਥਾ ਸੁਣਾਉਣੀ ਸ਼ੁਰੂ ਕੀਤੀ। ਸਾਹਿਬ ਬੁੱਤ ਬਣ ਕੇ ਸੁਣਦਾ ਰਿਹਾ। ਵਿੱਚ ਉਸਦੀਆਂ ਅੱਖਾਂ ਭਰ ਆਉਂਦੀਆਂ ਸਨ ਤੇ ਕਦੇ-ਕਦੇ ਉੱਠ ਕੇ ਟਹਿਲਣ ਲੱਗ ਪੈਂਦਾ ਸੀ। ਜਦ ਮੈਂ ਬੁੱਢੇ ਦਾ ਅੱਧਾ ਕੁ ਹਾਲ ਸੁਣਾ ਦਿੱਤਾ ਤਾਂ ਉਸ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਰੋਕਦਿਆਂ ਹੋਇਆਂ ਕਿਹਾ, बस किशन सिंह और नहीं सुन सकता, चलो हमको जल्द उनके पास ले चलो। फिर कुछ चिर ठहर के बोलिया, नहीं वो बहुत कमजोर है, इस तरह मिलने से उनका हार्ट फेल हो जाएगा। चोखा चिर ਉਹ ਦੰਦਾਂ ਵਿੱਚ ਉਂਗਲ ਪਾ ਕੇ ਸੋਚਦਾ ਰਿਹਾ। ਫਿਰ ਮੈਨੂੰ ਉਸਨੇ ਇੱਕ ਜੁਗਤ ਸਮਝਾਈ। ਮੈਂ ਘੁੱਟਵੇਂ ਬੁੱਲ੍ਹਾਂ ਵਿੱਚ ਹੱਸਦਾ ਹੋਇਆ ਸਲਾਮ ਕਰਕੇ ਬਾਹਰ ਨਿਕਲ ਗਿਆ। ਤੰਬੂ ਦੇ ਅੰਦਰ ਆ ਕੇ ਡਿੱਠਾ। ਲੱਪ ਉੱਚੀ ਕਰਕੇ ਬਾਬਾ ਫੇਰ ਉਹੀ ਦੰਦ ਤਲੀ ਤੇ ਧਰ ਕੇ ਵੇਖ ਰਿਹਾ ਸੀ। ਅੰਦਰ ਵੜਦਿਆਂ ਹੀ ਮੈਂ ਉਸਨੂੰ ਹੱਸਦਿਆਂ ਕਿਹਾ, ਬਾਬਾ ਜੀ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਵਾਂ। ਉਹ ਸਹਿਕਵੀਂ ਨਜ਼ਰ ਨਾਲ ਮੇਰੇ ਵੱਲ ਤੱਕ ਕੇ ਬੋਲਿਆ, ਕੀ ਸਾਹਿਬ ਨੇ ਮੇਰੀ ਸਿਫਾਰਿਸ਼ ਮੰਨ ਲਈ ਏ? ਮੈਂ ਆਪਣੇ ਭਾਵ ਨੂੰ ਰੋਕਦਿਆਂ ਹੋਇਆਂ ਉਸਨੂੰ ਕਿਹਾ, ਇਹ ਤੇ ਮਾਲੂਮ ਜਿਹੀ ਗੱਲ ਏ, ਏਦੂ ਵੀ ਵੱਡੀ ਖੁਸ਼ਖਬਰੀ। ਮੂੰਹ ਤੇ ਅੱਖਾਂ ਟੱਡੀ ਉਹ ਝੋਲੇ ਮਾਰੇ ਆਦਮੀ ਵਾਂਗ ਅਗਾਂਹ ਸਿਰ ਕਰਦਾ ਹੋਇਆ ਬੋਲਿਆ, ਹੋਰ ਖੁਸ਼ਖਬਰੀ? ਕੀ? ਬਾਬਾ ਜੀ ਮੈਨੂੰ ਕਿਸੇ ਤੋਂ ਪਤਾ ਲੱਗਾ ਏ ਕਿ ਤੁਹਾਡਾ ਘੁੱਗੀ ਜਿਉਂਦਾ ਏ। ਹੈਂ? ਕਹਿ ਕੇ ਤੇ ਨਾਲ ਹੀ ਉਹ ਉੱਠ ਕੇ ਖੜਾ ਹੋ ਗਿਆ। ਕੰਬਦੀਆਂ ਦੋਵੇਂ ਬਾਹਾਂ ਮੇਰੇ ਵੱਲ ਵਧਾ ਕੇ ਬੋਲਿਆ, ਕੀ ਕਿਹਾ? ਕੀ? ਮੇਰਾ ਘੁੱਗੀ ਜਿਉਂਦਾ ਏ? ਜਮਾਦਾਰਾ ਵਾਸਤੇ ਰੱਬ ਦੇ ਦੁਖੀਏ ਨਾਲ ਮਖੌਲ ਨਾ ਕਰ। ਮਖੌਲ ਨਹੀਂ ਬਾਬਾ ਜੀ, ਸੱਚੀ ਗੱਲ ਹੈ। ਸੱਚ? ਆਹੋ। ਕਿਸੇ ਡਿੱਠਾ ਸੀ ਉਹਨੂੰ? ਆਹੋ, ਮੇਰੇ ਇੱਕ ਦੋਸਤ ਨੇ। ਹਲਾ ਕਹਿ ਕੇ ਉਹ ਮੁਹਾਰਾ ਬਾਹਰ ਵੱਲ ਭੱਜ ਤੁਰਿਆ ਤੇ ਮੇਰੇ ਕੁੜਤਾ ਖਿੱਚ ਕੇ ਆਖਣ ਲੱਗਾ, ਜਿਉਂ ਜਾਣਨਾ ਏ ਜਮਾਦਾਰਾ, ਉਹ ਬੰਦਾ ਮੈਨੂੰ ਮਿਲਾ, ਮੈਂ ਤੇਰੇ ਮੂੰਹ ਖੰਡ ਨਾ ਭਰ ਦਿਆਂਗਾ। ਮੈਂ ਤੇਰਾ ਮੂੰਹ ਖੰਡ ਨਾ ਭਰਾਂਗਾ। ਉਹ ਕੰਬ ਰਿਹਾ ਸੀ ਤੇ ਮੈਨੂੰ ਡਰ ਸੀ ਕਿ ਕਿਤੇ ਡਿੱਗ ਨਾ ਪਵੇ। ਮੈਂ ਉਸ ਨੂੰ ਬਾਹੋਂ ਫੜ ਕੇ ਬਿਠਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਕਿਹਾ, ਜਾਣ ਦੀ ਲੋੜ ਨਹੀਂ, ਉਹ ਹੁਣੇ ਇੱਥੇ ਹੀ ਆ ਜਾਵੇਗਾ। ਮੈਂ ਉਸਨੂੰ ਕਹਿ ਆਇਆ ਵਾਂ। ਅੱਛਾ, ਤੇਰੇ ਬੱਚੇ ਜਿਉਣ। ਕਹਿ ਕੇ ਬੁੱਢਾ ਫੇਰ ਆਪਣੀ ਥਾਂ ਤੇ ਬੈਠ ਗਿਆ ਤੇ ਲੱਗਾ ਇੱਕੋ ਸਾਹ ਮੇਰੇ ਉੱਤੇ ਦਬ ਸਵਾਲ ਕਰਨ। ਮੈਂ ਜਿਉਂ ਉਸਦੀ ਘਬਰਾਹਟ ਦੂਰ ਕਰਨ ਦੀ ਕੋਸ਼ਿਸ਼ ਕਰਦਾ ਸਾਂ, ਤਿਉਂ ਪਾਗਲ ਹੁੰਦਾ ਜਾਂਦਾ ਸੀ। ਘੰਟਾ ਕੁ ਬੀਤ ਗਿਆ। ਇਸੇ ਵੇਲੇ ਬਾਹਰੋਂ ਕਿਸੇ ਨੇ ਆਵਾਜ਼ ਦਿੱਤੀ, ਕਿਸ਼ਨ ਸਿਆਂ, ਉਹ ਆਇਆ ਈ ਬਾਬੇ ਦਾ ਜਿਹੜਾ ਤੂੰ ਕਹਿੰਦਾ ਸੈਂ। ਗੱਲ ਸੁਣਦਿਆਂ ਹੀ ਬਾਬਾ ਉੱਠ ਕੇ ਬਾਹਰ ਨੱਸਣ ਲੱਗਾ, ਪਰ ਉਸੇ ਵੇਲੇ ਛੋਲਦਾਰੀ ਦਾ ਪੱਲਾ ਉੱਠਿਆ। ਇੱਕ ਗੋਲ ਚਿਹਰੇ, ਮੋਟੀਆਂ ਅੱਖਾਂ ਤੇ ਭਰਮੇ ਕੱਦ ਦਾ ਗੱਭਰੂ ਸਾਦੇ ਕੱਪੜੇ ਪਾਈ ਅੰਦਰ ਆਇਆ। ਮੈਂ ਅਦਬ ਨਾਲ ਉੱਠ ਕੇ ਖੜੋ ਹੋ ਗਿਆ। ਬਾਬੇ ਨੇ ਉਸ ਵੱਲ ਤੱਕਿਆ ਤੇ ਉਸਨੇ ਬਾਬੇ ਵੱਲ। ਅੱਖ ਦੇ ਫੋਰ ਵਿੱਚ ਹੀ ਉਹ ਇੱਕ ਦੂਜੇ ਦੀ ਛਾਤੀ ਨਾਲ ਸਨ। ਇਸ ਤੋਂ ਬਾਅਦ ਕੀ ਹੋਇਆ ਇਹ ਮੈਨੂੰ ਪਤਾ ਨਹੀਂ, ਕਿਉਂਕਿ ਮੈਥੋਂ ਉਸ ਵੇਲੇ ਨਜ਼ਾਰਾ ਵੇਖਿਆ ਨਾ ਗਿਆ ਤੇ ਝੱਟ ਹੀ ਮੈਂ ਬਾਹਰ ਨਿਕਲ ਗਿਆ ਸਾਂ। ਥੋੜ੍ਹੇ ਚਿਰ ਪਿੱਛੋਂ ਜਦ ਮੈਂ ਮੁੜ ਕੇ ਛੋਲਦਾਰੀ ਵਿੱਚ ਆਇਆ ਤਾਂ ਦੋਹਾਂ ਵਿੱਚ ਕੋਈ ਵੀ ਉੱਥੇ ਨਹੀਂ ਸੀ। ਦੂਜੇ ਦਿਨ ਸਾਹਿਬ ਨੇ ਕੋਈ ਮੁਕੱਦਮਾ ਨਾ ਸੁਣਿਆ। ਸਭ ਨੇ ਅਗਲੇ ਦਿਨ ਦੀ ਤਰੀਕ ਮਿਲ ਗਈ। ਰਾਤ ਨੂੰ ਜਦ ਮੈਂ ਰੋਟੀ ਰਾਟੀ ਖਾ ਕੇ ਸੌਣ ਲੱਗਾ ਤਾਂ ਇੱਕ ਬੁੱਢਾ ਸਰਦਾਰ ਬੜੀ ਅਮੀਰੀ ਠਾਠ ਵਿੱਚ ਮੇਰੇ ਤੰਬੂ ਵਿੱਚ ਆਇਆ। ਇਹ ਉਹੀ ਬਾਬਾ ਚੇਤ ਸਿੰਘ ਸੀ। ਉਹ ਆਉਂਦਾ ਹੀ ਮੇਰੇ ਪੈਰਾਂ ਤੇ ਡਿੱਗਣ ਲੱਗਾ, ਪਰ ਮੈਂ ਜ਼ੋਰ ਵਾਲਾ ਸਾਂ। ਉਸਨੂੰ ਰੋਕ ਕੇ ਸਗੋਂ ਉਲਟਾ ਉਸਦੇ ਪੈਰ ਫੜ ਲਏ। ਹੋਰ ਤਾਂ ਸਭ ਕੁਝ ਮੇਰੀ ਸਮਝ ਵਿੱਚ ਆ ਗਿਆ ਸੀ, ਪਰ ਇੱਕ ਗੱਲ ਸਮਝ ਨਹੀਂ ਸੀ ਆਈ ਕਿ ਉਸਦਾ ਘੁੱਗੀ ਉਸ ਵੇਲੇ, ਜਿਸਦਾ ਨਾਂ ਮਿਸਟਰ ਬਰਡ ਸੀ, ਘਰੋਂ ਨੱਸਿਆ ਕਿਸ ਤਰ੍ਹਾਂ ਤੇ ਏਡੇ ਵੱਡੇ ਅਹੁਦੇ ਤੇ ਕਿੱਕਣ ਪਹੁੰਚ ਗਿਆ। ਨਾਲੇ ਇੰਨਾ ਚਿਰ ਉਸਨੇ ਵਿਚਾਰੇ ਬੁੱਢੇ ਦੀ ਖ਼ਬਰਸਾਰ ਕਿਉਂ ਨਾ ਲਈ। ਅਖੀਰ ਸਰਦਾਰ ਚੇਤ ਸਿੰਘ ਹੋਰਾਂ ਦੀ ਜ਼ਬਾਨੀ ਪਤਾ ਲੱਗਾ ਕਿ ਘਰੋਂ ਉਦਾਸ ਹੋ ਕੇ ਉਹ ਜਿਸ ਦਿਨ ਸਕੂਲੇ ਗਿਆ ਸੀ, ਉਸਦੀ ਸਲਾਹ ਮੁੜ ਘਰ ਆਉਣ ਦੀ ਨਹੀਂ ਸੀ। ਸਬੱਬ ਨਾਲ ਉਸੇ ਦਿਨ ਉਸਦਾ ਟਾਕਰਾ ਈਸਾਈ ਪ੍ਰਚਾਰਕਾਂ ਨਾਲ ਹੋ ਗਿਆ ਤੇ ਉਹਨਾਂ ਨਾਲ ਹੀ ਚਲਾ ਗਿਆ। ਉਹਨਾਂ ਦੀ ਹੀ ਪਰਵਰਿਸ਼ ਤੇ ਹਮਦਰਦੀ ਦਾ ਇਹ ਸਿੱਟਾ ਸੀ ਕਿ ਉਹ ਇਸ ਵੇਲੇ ਮਾਲ ਅਫਸਰ ਬਣਿਆ ਹੋਇਆ ਹੈ। ਚੇਤ ਸਿੰਘ ਨੂੰ ਢੂੰਡਣ ਦੀ ਉਸਨੇ ਬੇਉੜਕ ਕੋਸ਼ਿਸ਼ ਕੀਤੀ ਸੀ,
ਪਰ ਉਸਨੂੰ ਕੋਈ ਪਤਾ ਨਾ ਲੱਗਾ। ਅਖੀਰ ਇਹ ਸੋਚ ਕੇ ਕਿ ਮਤਾ ਪਿੰਡੋਂ ਜਾਂ ਲਾਗ ਪਾਸੇ ਇਲਾਕੇ 'ਚ ਪਤਾ ਲੱਗ ਸਕੇ, ਉਸਨੇ ਫਲੌਰ ਕਿਸੇ ਜ਼ਿਲ੍ਹੇ ਵਿੱਚ ਬਦਲੀ ਕਰਵਾਈ ਸੀ। ਇਸ ਗੱਲ ਨੂੰ 2 ਵਰ੍ਹੇ ਬੀਤ ਗਏ ਸਨ। ਇਸ ਗੱਲ ਨੂੰ 2 ਵਰ੍ਹੇ ਬੀਤ ਗਏ ਨੇ, ਪਰ ਹੁਣ ਤੱਕ ਬੁੱਢੇ ਸਰਦਾਰ ਦਾ ਪ੍ਰੇਮ ਮੇਰੇ ਨਾਲ ਉਹੋ ਜਿਹਾ ਹੈ। ਅੱਜ ਦੁਪਹਿਰੇ ਜਦ ਉਹ ਮੇਰੀ ਬਾਂਹ ਨੂੰ ਆਪਣੀ ਬਾਂਹ ਹੇਠ ਦੱਬ ਕੇ ਘਰ ਦੇ ਬੰਦਿਆਂ ਵਾਂਗ ਮੇਰੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ, ਤਾਂ ਪਾਸ ਖੜੋਤੇ ਪਿੰਡ ਦੇ ਬਹੁਤ ਸਾਰੇ ਸਾਊਆਂ ਦੇ ਮੂੰਹਾਂ ਵਿੱਚੋਂ ਲਾਲਾਂ ਟਪਕ ਰਹੀਆਂ ਸਨ। ਉਹ ਜਿੱਥੇ ਸਾਡੇ ਦੋਹਾਂ ਦੇ ਭਾਗਾਂ ਨੂੰ ਸਲਾਹ ਰਹੇ ਸਨ, ਉੱਥੇ ਆਪਣੇ ਕਰਮਾਂ ਨੂੰ ਇਸ ਲਈ ਝੂਰਦੇ ਸਨ ਕਿ ਕਾਸ਼ ਉਹ ਵੀ ਕਿਸੇ ਮਾਲ ਅਫ਼ਸਰ ਦੇ ਪਿਓ ਹੁੰਦੇ, ਜਾਂ ਹੋਰ ਨਹੀਂ ਉਹਨਾਂ ਨੂੰ ਮਾਲ ਅਫ਼ਸਰ ਦੇ ਪਿਓ ਨਾਲ ਹੱਥ ਮਿਲਾਉਣ ਦਾ ਹੀ ਸੁਭਾਗ ਮਿਲ ਜਾਂਦਾ। ਪਰ ਉਹਨਾਂ ਨੂੰ ਕੀ ਪਤਾ ਕਿ ਬੁੱਢਾ ਕਿੰਨਾ ਲੰਮਾ ਪੈਂਡਾ ਕੱਟ ਕੇ ਇੱਥੇ ਤੱਕ ਪੁੱਜਾ ਹੈ। ਸਮਾਪਤ। ਧੰਨਵਾਦ। ਨਾਨਕ ਸਿੰਘ ਦੀ ਪੁਸਤਕ ਸੁਪਨਿਆਂ ਦੀ ਕਬਰ ਦਾ ਅਗਲਾ ਭਾਗ ਵਿਸ਼ਵਾਸਘਾਤ। ਦੀਪਕ ਦੀ ਲਾਟ ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲਟ-ਲਟ ਬਲਦੀ ਰਹੀ ਸੀ, ਵਿਸ਼ਵਾਸਘਾਤੀ ਹਵਾ ਦਾ ਇੱਕ ਨਿੱਕਾ ਜਿਹਾ ਬੁੱਲਾ ਨਾ ਸਹਾਰ ਸਕੀ, ਬੁਝ ਗਈ। ਸਾਰੇ ਪਿੰਡ ਵਿੱਚ ਖ਼ਬਰ ਫੈਲ ਗਈ, ਉਸ ਦਾ ਹਾਰਟ ਫੇਲ ਹੋ ਗਿਆ। ਇੱਕ ਗੁਮਨਾਮ ਜਿਹੇ ਪਿੰਡ ਵਿੱਚ ਰਹਿੰਦੇ ਦੀਪਕ ਨੂੰ ਉਸਦੀ ਸ਼ਾਇਰੀ ਨੇ ਦੂਰ-ਦੁਰਾਡੇ ਤੱਕ ਮਸ਼ਹੂਰ ਕਰ ਦਿੱਤਾ ਸੀ, ਪਰ ਆਪਣੇ ਪਿੰਡ ਵਿੱਚ ਉਸਦੀ ਕੋਈ ਕੀਮਤ ਨਹੀਂ ਸੀ। ਆਲੇ-ਦੁਆਲੇ ਜਗਮਗਾਉਣ ਵਾਲਾ ਦੀਵਾ ਆਪਣੇ ਨਿੱਜੀ ਥਾਂ ਨੂੰ ਹਨੇਰਾ ਰੱਖਦਾ ਹੈ। ਕੁਦਰਤ ਦਾ ਸ਼ਾਇਦ ਇਹੋ ਅਸੂਲ ਹੈ। ਦੀਪਕ ਦਾ ਉਪਨਾਮ ਉਸਦੇ ਜੀਵਨ ਦੇ ਬਿਲਕੁਲ ਅਨੁਕੂਲ ਸੀ। ਦੀਪਕ ਆਪ ਹਰ ਵੇਲੇ ਸੜਦਾ ਰਹਿੰਦਾ ਹੈ। ਉਸਦੇ ਸਥੂਲ ਸਰੀਰ ਵਿੱਚ ਕੁਝ ਵੀ ਸੁਹੱਪਣ ਨਹੀਂ ਹੁੰਦਾ। ਮੈਲਾ, ਥਿੰਦਾ, ਚਿਪਚਿਪਾ ਜਿਹਾ, ਕਾਲੇ ਤੇ ਬਦਸੂਰਤ ਮੂੰਹ ਵਾਲਾ ਦੀਵਾ। ਪਰ ਉਸਦੀ ਰੂਹ ਵਿੱਚ ਸੁੰਦਰਤਾ ਦੇ ਕਈ ਖਜ਼ਾਨੇ ਲੁਕੇ ਰਹਿੰਦੇ ਹਨ। ਸ਼ਾਇਦ ਇਸੇ ਕਰਕੇ ਭੰਬਟਾਂ ਦੀਆਂ ਵਹੀਰਾਂ ਉਸ ਉੱਤੇ ਆਪਣਾ ਜੀਵਨ ਬਲੀਦਾਨ ਕਰ ਦਿੰਦੀਆਂ ਹਨ। ਬਾਹਰਲੇ ਲੋਕੀ ਦੀਪਕ ਨੂੰ ਉਸਦੀ ਕਵਿਤਾ ਵਿੱਚੋਂ ਦੇਖਦੇ ਸਨ, ਪਰ ਪਿੰਡ ਦੇ ਲੋਕ ਉਸਦੇ ਸਰੀਰ ਵਿੱਚੋਂ। ਉਸਦੀ ਪੁਰਸੋਜ਼ ਤੇ ਦਿਲ ਵਿੰਨ੍ਹਵੀਂ ਕਵਿਤਾ ਨੂੰ ਪੜ੍ਹ ਕੇ ਲੋਕ ਵਜਦ ਵਿੱਚ ਆ ਕੇ ਝੂਮਣ ਲੱਗ ਪੈਂਦੇ ਸਨ। ਉਸਦੀ ਕੋਈ ਵੀ ਸਤਰ ਐਸੀ ਨਹੀਂ ਸੀ ਹੁੰਦੀ ਜਿਹੜੀ ਅੱਖਾਂ ਵਿੱਚ ਹੰਝੂ ਤੇ ਗਲੇ ਵਿੱਚ ਗੱਚ ਨਾ ਭਰ ਲਿਆਵੇ। ਲੋਕੀ ਰਸ਼ਕ ਕਰਦੇ, ਖ਼ਬਰੇ ਦੀਪਕ ਕਿੱਡਾ ਖੁਸ਼ਨਸੀਬ ਹੋਵੇਗਾ। ਪਰ ਕੀ ਉਹ ਸੱਚਮੁੱਚ ਖੁਸ਼ਨਸੀਬ ਸੀ? ਆਪਣੇ ਅੰਦਰਲੇ ਦੀ ਅੱਗ ਨਾਲ ਹਰ ਵੇਲੇ ਸੜਨ ਵਾਲੀ ਚੀਜ਼ ਕਦੀ ਖੁਸ਼ਨਸੀਬ ਹੋ ਸਕਦੀ ਹੈ? ਉਹ ਇੱਕ ਬਦਨਸੀਬ ਸੀ, ਇੱਕ ਨਾਮੁਰਾਦ ਤੇ ਮਾਯੂਸ ਜਿਹੀ ਜਿੰਦੜੀ। ਦੀਪਕ ਦਾ ਰੰਗ-ਰੂਪ, ਉਸਦੀ ਸਰੀਰਕ ਬਣਤਰ ਐਸੀ ਸੀ ਜਿਹੜੀ ਕਿਸੇ ਵੀ ਅੱਖ ਨੂੰ ਆਪਣੇ ਵੱਲ ਨਹੀਂ ਸੀ ਖਿੱਚ ਸਕਦੀ। ਕੀ ਘਰ ਤੇ ਕੀ ਪਿੰਡ ਦੇ ਲੋਕ, ਸਭ ਲਈ ਦੀਪਕ ਇੱਕ ਅਣਭਾਉਂਦੀ ਚੀਜ਼ ਸੀ। ਗਲੀ ਵਿੱਚੋਂ ਲੰਘਦੀਆਂ ਮੁਟਿਆਰਾਂ ਕਈ ਵਾਰ ਉਸਨੂੰ ਵੇਖ ਕੇ ਮੂੰਹ ਫੇਰ ਲੈਂਦੀਆਂ ਸਨ। ਬੱਤੀ ਮੁੱਕਣ ਤੋਂ ਪਹਿਲਾਂ ਹੀ ਦੀਪਕ ਦੀ ਆਤਮਾ ਬੁਝ ਜਾਂਦੀ, ਜੇ ਉਸ ਪਾਸ 2 ਚੀਜ਼ਾਂ ਨਾ ਹੁੰਦੀਆਂ, ਇੱਕ ਸ਼ਹਿਰੀ ਦੀ ਦੌਲਤ ਤੇ ਦੂਜਾ ਉਸਦਾ ਦੋਸਤ ਮਹਿੰਦਰ। ਕਵਿਤਾ ਉਸਦੀ ਪ੍ਰੇਮਿਕਾ ਸੀ, ਜਿਸ ਨਾਲ ਉਹ ਹੱਸਦਾ, ਖੇਡਦਾ, ਰੁੱਸਦਾ ਤੇ ਕਦੇ ਉਸਦੀਆਂ ਨਾਜ਼-ਬਰਦਾਰੀਆਂ ਵੀ ਕਰਦਾ। ਉਹ ਜਦ ਕਵਿਤਾ ਲਿਖਣ ਬੈਠਦਾ ਤਾਂ ਆਪਣੇ ਆਪ ਨੂੰ ਇੱਕ ਸਰੂਰ ਜਿਹੇ ਦੀ ਹਾਲਤ ਵਿੱਚ ਅਨੁਭਵ ਕਰਦਾ ਸੀ, ਤੇ ਇਹੋ ਹੁੰਦੀਆਂ ਸਨ ਉਸਦੇ ਸੁੰਨਸਾਨ ਜੀਵਨ ਦੀਆਂ ਸੁਨਹਿਰੀ ਘੜੀਆਂ। ਜਾਂ ਫਿਰ ਮਹਿੰਦਰ ਦੀ ਸੰਗਤ ਵਿੱਚ ਉਸਨੂੰ ਕੁਝ ਧਰਵਾਸ ਮਿਲਦਾ ਸੀ। ਫੇਰ ਵੀ ਕਦੇ-ਕਦੇ ਦੀਪਕ ਉਦਾਸ ਹੋ ਜਾਂਦਾ ਸੀ। ਇਹ ਉਦਾਸੀ ਦਿਨਾਂ ਤੇ ਹਫ਼ਤਿਆਂ ਬੱਧੀ ਉਸ ਉੱਤੇ ਛਾਈ ਰਹਿੰਦੀ ਸੀ। ਉਸਦਾ ਦੋਸਤ ਇੱਕ ਅਮੀਰ ਘਰਾਣੇ ਦਾ ਗੱਭਰੂ ਸੀ, ਰਿਸ਼ਟ-ਪੁਸ਼ਟ, ਸੋਹਣਾ, ਸੁਨੱਖਾ ਤੇ ਹਸਮੁਖ। ਉਸਦੀ ਮਿੱਠੀ ਮੁਸਕਰਾਹਟ ਕਈਆਂ ਅੱਲ੍ਹੜ ਦਿਲਾਂ ਲਈ ਕਦੇ-ਕਦੇ ਜਾਲ ਦਾ ਕੰਮ ਕਰ ਦਿੰਦੀਆਂ। ਉਹ ਲਾਹੌਰ ਦੇ ਐਫ.ਐਲ. ਕਾਲਜ ਵਿੱਚ ਪੜ੍ਹਦਾ ਸੀ ਤੇ ਅੱਜ-ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਆਪਣੇ ਪਿੰਡ ਰਹਿ ਕੇ ਬਿਤਾ ਰਿਹਾ ਸੀ। ਮਹਿੰਦਰ ਦੀ ਆਤਮਾ ਜਿਵੇਂ ਦੀਪਕ ਵਿੱਚ ਅਭੇਦ ਹੋ ਚੁੱਕੀ ਸੀ। ਅਮੀਰ ਹੁੰਦਾ ਹੋਇਆ ਵੀ ਉਹ ਗਰੀਬ ਦੀਪਕ ਲਈ ਜਾਨ ਦਿੰਦਾ ਸੀ। ਕਦੇ-ਕਦੇ ਜਦੋਂ ਦੀਪਕ ਨੂੰ ਬਹੁਤ ਉਦਾਸ ਵੇਖਦਾ ਤਾਂ ਕਹਿੰਦਾ, ਕਾਸ਼ ਦੀਪਕ, ਕਦੇ ਤੂੰ ਆਪਣੀ ਤਾਕਤ ਦਾ ਅੰਦਾਜ਼ਾ ਲਾ ਸਕਦਿਓ। ਤੂੰ ਨਹੀਂ ਜਾਣਦਾ ਕਿ ਦੁਨੀਆ ਲਈ ਤੂੰ ਵੱਡੀ ਕੀਮਤੀ ਚੀਜ਼ ਹੈ, ਪਰ ਫਿਰ ਵੀ ਤੂੰ ਹਮੇਸ਼ਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ। ਮਹਿੰਦਰ ਦੇ ਇਹ ਦਰਦ ਤੇ ਪਿਆਰ ਭਰੇ ਵਾਕ ਦੀਪਕ ਦੀ ਡਾਵਾਂ-ਡੋਲ ਆਤਮਾ ਨੂੰ ਨਿੱਘ ਜ਼ਰੂਰ ਦਿੰਦੇ ਸਨ, ਪਰ ਉਸੇ ਤਰ੍ਹਾਂ ਦਾ ਜਿਵੇਂ ਪਿਆਸੇ ਆਦਮੀ ਨੂੰ ਸੁਪਨੇ ਵਿੱਚ ਮਿਲਿਆ ਹੋਇਆ ਪਾਣੀ। ਕਈ ਵਾਰ ਦੀਪਕ ਆਪਣੇ ਪਾਸੋਂ ਆਪਣੀ ਉਦਾਸੀ ਦਾ ਕਾਰਨ ਪੁੱਛਦਾ, ਪਰ ਕਦੇ ਵੀ ਉਸਨੂੰ ਸਮਝ ਨਾ ਆ ਸਕੀ ਕਿ ਕਿਹੜੀ ਚੀਜ਼ ਦੀ ਘਾਟ ਉਸਨੂੰ ਹਰ ਵੇਲੇ ਨਿੰਮੋ-ਝੂਣਾ ਬਣਾਈ ਰੱਖਦੀ ਹੈ। ਕਦੇ-ਕਦੇ ਜਦ ਵਿਹੜੇ ਵਿੱਚ ਲੱਗੇ ਹੋਏ ਅੰਬ ਦੇ ਦਰਖ਼ਤ ਤੋਂ ਉਸਨੂੰ ਕੋਇਲ ਦੀ ਕੂ-ਕੂ ਸੁਣਾਈ ਦਿੰਦੀ ਤਾਂ ਉਸਦੇ ਦਿਲ ਦੇ ਸਾਗਰ ਵਿੱਚ ਜਵਾਰ-ਭਾਟਾ ਜਿਹਾ ਆ ਜਾਂਦਾ। ਚੰਨ ਦੀ ਚਾਨਣੀ, ਬੱਦਲਾਂ ਦੀ ਘਣਘੋਰ,
ਫੁੱਲਾਂ ਦੀ ਖੁਸ਼ਬੂ ਤੇ ਪ੍ਰਭਾਤ ਪੰਛੀਆਂ ਦੇ ਮਧੁਰ ਗੀਤ, ਇਹ ਚੀਜ਼ਾਂ ਬਾਜੇ ਵੇਲੇ ਉਸਨੂੰ ਪਾਗਲ ਨਹੀਂ ਤਾਂ ਅੱਧ ਪਾਗਲ ਜ਼ਰੂਰ ਬਣਾ ਦਿੰਦੀਆਂ ਸਨ। ਉਸ ਦੇ ਸੱਖਣੇ ਤੇ ਬੇਸਾਥ ਹਿਰਦੇ ਅੰਦਰ ਜਿਵੇਂ ਇੱਕ ਖਲਾਅ ਜਿਹਾ ਪੈਦਾ ਹੋ ਜਾਂਦਾ ਤੇ ਉਹ ਬਰਾਬਰ ਸੋਚਦਾ, ਇਹ ਕੀ, ਕਿਉਂ ਹੈ? ਦੀਪਕ ਆਪਣੀ ਹਰ ਇੱਕ ਕਵਿਤਾ ਪਹਿਲਾਂ ਮਹਿੰਦਰ ਨੂੰ ਸੁਣਾ ਕੇ ਫਿਰ ਕਿਸੇ ਰਸਾਲੇ ਨੂੰ ਭੇਜਿਆ ਕਰਦਾ ਸੀ। ਇੱਕ ਦਿਨ ਉਸਨੇ ਇੱਕ ਕਵਿਤਾ ਲਿਖੀ ਜਿਸ ਦਾ ਸਿਰਲੇਖ ਸੀ ਮੇਰੀ ਆਤਮਾ। ਉਸਨੇ ਸਦਾ ਵਾਂਗ ਇਹ ਮਹਿੰਦਰ ਨੂੰ ਸੁਣਾਉਣੀ ਸ਼ੁਰੂ ਕੀਤੀ। ਕਵਿਤਾ ਦਾ ਭਾਵ ਇਹ ਸੀ, ਉਹ ਮੇਰੀ ਨਿਰਾਸ਼ ਤੇ ਇਕੱਲੀ ਆਤਮਾ, ਉਹ ਮੇਰੀ ਨਿਰਾਸ਼ ਤੇ ਇਕੱਲੀ ਆਤਮਾ, ਤੂੰ ਕੀ ਚਾਹੁੰਦੀ ਹੈ? ਅਮੀਰੀ ਤੇ ਐਸ਼, ਪਰ ਕੀ ਤੂੰ ਨਹੀਂ ਜਾਣਦੀ ਕਿ ਇਸ ਦੇ ਚੁਫੇਰੇ ਖੁਦਗਰਜੀ ਤੇ ਗੰਦਗੀ ਤੇ ਹੰਕਾਰ ਦੀ ਸੜਿਆਂਦ ਭਰਿਆ ਡੂੰਘਾ ਦਲਦਲ ਹੈ? ਤਾਂ ਫਿਰ ਹੋਰ ਕੀ ਮੰਗਦੀ ਹੈ? ਇੱਜ਼ਤ? ਪਰ ਇਸ ਦੇ ਮਗਰ ਈਰਖਾ ਦੇ ਕੁੱਤੇ ਦੰਦੀਆਂ ਚਿੜਾਈ ਫਿਰ ਰਹੇ ਹਨ। ਹੋਰ ਕੀ ਹੁਸਨ? ਆਹ ਮੇਰੀ ਭੋਲੀ ਆਤਮਾ, ਇਸ ਦੀਆਂ ਚਮਕੀਲੀਆਂ ਕੰਨੀਆਂ ਉੱਤੇ ਵਿਸ਼ਵਾਸਘਾਤ ਦਾ ਰੰਗ ਹੈ ਜਿਹੜਾ ਬਹੁਤਾ ਚਿਰ ਨਹੀਂ ਹੰਢਦਾ। ਕੀ ਇੱਕ ਪਿਆਰ ਛਲਕਦਾ ਹਿਰਦਾ, ਕਿਸੇ ਸੁੰਦਰੀ ਦੇ ਵੀਣਾ ਕੰਠ ਵਿੱਚੋਂ ਨਿਕਲਦੀ ਹੋਈ ਪ੍ਰਸ਼ੰਸਾ। ਆਹ ਮੇਰੀ ਬਦਨਸੀਬ ਆਤਮਾ, ਬੰਦ ਕਰ ਇਸ ਬੇਸੁਰੇ ਰਾਗ ਨੂੰ, ਆਪਣੇ ਆਪ ਦੇ ਤੇ ਆਪਣੀ ਇਸ ਬੇਹੂਦਾ ਮੰਗ ਦਾ ਟਾਕਰਾ ਕਰ ਤੇ ਤੂੰ ਸੋਚ ਤੂੰ ਕੀ ਮੰਗ ਰਹੀ ਹੈ। ਇਹ ਸਭ ਕੁਝ ਤੇਰੇ ਲਈ ਨਹੀਂ ਬਣਿਆ। ਤੇਰੀ ਦੁਨੀਆ ਹੈ, ਉਸ ਦੁਨੀਆ ਤੋਂ ਬਹੁਤ ਦੂਰ ਇਕੱਲੀ ਤੇ ਸੁਨਸਾਨ ਦੁਨੀਆ, ਬੇਸਾਥ ਤੇ ਨਿਰਾਸ਼ ਦੁਨੀਆ। ਮਹਿੰਦਰ ਨੇ ਇਹ ਕਵਿਤਾ ਸੁਣੀ ਤੇ ਸੁਣ ਕੇ ਤੜਪ ਉੱਠਿਆ, ਪਰ ਅੱਗ ਵਾਂਗ ਅੱਜ ਉਸਦੇ ਮੂੰਹੋਂ ਸ਼ਲਾਘਾ ਭਰੇ ਵਾਕ ਦੀ ਥਾਂ ਸਿਰਫ ਇਹ ਸ਼ਬਦ ਨਿਕਲੇ, ਦੀਪਕ, ਕਾਸ਼ ਮੈਂ ਲੜਕੀ ਹੁੰਦੀ। ਤੇ ਇਸ ਤੋਂ ਬਾਅਦ ਇਹ ਕਵਿਤਾ ਜੀਵਨ ਰਸਾਲੇ ਨੂੰ ਭੇਜ ਦਿੱਤੀ ਗਈ। ਅੱਜ ਕਈਆਂ ਦਿਨਾਂ ਤੋਂ ਦੀਪਕ ਦੇ ਹਿਰਦੇ ਉੱਤੇ ਫੇਰ ਉਹੀ ਉਦਾਸੀ ਦੇ ਬੱਦਲ ਛਾਏ ਹੋਏ ਸਨ। ਉਹ ਪੁਰਾਣੀ ਤੇ ਅਸਾਧ ਬਿਮਾਰੀ, ਮਹਿੰਦਰ ਦੀ ਕੋਈ ਕੋਸ਼ਿਸ਼ ਕਾਰਗਾਰ ਨਾ ਹੋ ਸਕੀ। ਇਸ ਵੇਲੇ ਉਹ ਮਹਿੰਦਰ ਦੇ ਘਰ ਉਸਦੇ ਸਜੇ ਹੋਏ ਕਮਰੇ ਵਿੱਚ ਬੈਠਾ ਸੀ। ਮਹਿੰਦਰ ਆਪਣੇ ਮਾਪਿਆਂ ਤੋਂ ਡਰਦਾ ਮਾਰਾ ਦੀਪਕ ਨੂੰ ਘੱਟ ਵੱਧ ਹੀ ਆਪਣੇ ਘਰ ਲਿਆਉਂਦਾ ਸੀ। ਸ਼ਾਇਦ ਉਸਦੇ ਮਾਪਿਆਂ ਨੂੰ ਇੱਕ ਅਮੀਰ ਤੇ ਗਰੀਬ ਅਥਵਾ ਸੋਹਣੇ ਤੇ ਕਸੋਹਣੇ ਦਾ ਸਾਥ ਪਸੰਦ ਨਹੀਂ ਸੀ। ਪਰ ਅੱਜ ਕਿਉਂਕਿ ਦੀਪਕ ਦੀ ਤਬੀਅਤ ਵਧੇਰੇ ਖਰਾਬ ਸੀ, ਉਹ ਉਸਦਾ ਦਿਲ ਠੀਕ ਕਰਨ ਲਈ ਆਪਣੇ ਘਰ ਲੈ ਆਇਆ। ਇਸ ਵੇਲੇ ਬਾਹਰੋਂ ਡਾਕੀਏ ਨੇ ਦੀਪਕ ਦਾ ਨਾਂ ਲੈ ਕੇ ਇੱਕ ਲਿਫਾਫਾ ਅੰਦਰ ਸੁੱਟਿਆ। ਕਿਸੇ ਸਮਾਲੋਚਕ ਵੱਲੋਂ ਪ੍ਰਸ਼ੰਸਾ ਜਾਂ ਕਿਸੇ ਐਡੀਟਰ ਵੱਲੋਂ ਕਵਿਤਾ ਦੀ ਮੰਗ ਹੋਵੇਗੀ। ਇਹ ਖਿਆਲ ਕਰਕੇ ਦੀਪਕ ਨੇ ਲਿਫਾਫਾ ਖੋਲ੍ਹਿਆ, ਪਰ ਅੰਦਰੋਂ ਜੋ ਕੁਝ ਨਿਕਲਿਆ ਇਸ ਨੂੰ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਚਿੱਠੀ ਦੀ ਇੱਕ ਤਹਿ ਵਿੱਚ 100 ਰੁਪਏ ਦਾ ਇੱਕ ਨੋਟ ਤੇ ਕਿਸੇ ਮੁਟਿਆਰ ਦੀ ਇੱਕ ਫੋਟੋ। ਮਹਿੰਦਰ ਇਸ ਵੇਲੇ ਕਮਰੇ ਵਿੱਚ ਨਹੀਂ ਸੀ। ਦੀਪਕ ਨੇ ਧੜਕਦੇ ਦਿਲ ਨਾਲ ਚਿੱਠੀ ਪੜ੍ਹਨੀ ਸ਼ੁਰੂ ਕੀਤੀ। ਜਮਸ਼ੇਦਪੁਰ, 5/7/40। ਮੇਰੇ ਦੀਪਕ ਜੀ, ਕੀ ਖਿਮਾ ਨਹੀਂ ਕਰੋਗੇ ਜੇ ਇੱਕ ਅਣਜਾਣ ਕੁੜੀ ਤੁਹਾਡੇ ਨਾਂ ਨਾਲ ਮੇਰੇ ਵਿਸ਼ੇਸ਼ਣ ਲਾ ਰਹੀ ਹੈ? ਕੀ ਇਹ ਜਗਿਆਸੂ ਦਾ ਹੱਕ ਨਹੀਂ ਕਿ ਉਹ ਆਪਣੇ ਗੁਰਦੇਵ ਨੂੰ ਮੇਰਾ ਕਹਿ ਕੇ ਸੰਬੋਧਨ ਕਰੇ? ਮੈਂ ਬਹੁਤ ਚਿਰ ਤੋਂ ਤੁਹਾਨੂੰ ਗੁਰਭਾਵਨਾ ਨਾਲ ਵੇਖਦੀ ਸਾਂ। ਤੁਹਾਡੀ ਹਰ ਇੱਕ ਕਵਿਤਾ ਮੇਰੇ ਦਿਲ ਦੀ ਕਿਤਾਬ ਤੇ ਲਿਖੀ ਪਈ ਹੈ। ਤੁਹਾਡੀਆਂ ਰਚਨਾਵਾਂ ਨੇ ਮੇਰੇ ਜੀਵਨ ਨੂੰ ਪਲਟ ਦਿੱਤਾ ਹੈ। ਮੈਂ ਇੱਕ ਅਮੀਰ ਘਰਾਣੇ ਦੀ ਜੰਮਪਲ ਹਾਂ, ਪਰ ਤੁਹਾਡੀਆਂ ਕਵਿਤਾਵਾਂ ਨੇ ਮੈਨੂੰ ਅਮੀਰੀ ਤੋਂ ਘ੍ਰਿਣਤ ਕਰ ਦਿੱਤਾ ਹੈ। ਇੱਕ ਗਰੀਬ ਕਵੀ ਦੀ ਅਮੀਰ ਆਤਮਾ ਨੇ ਮੇਰੇ ਅੰਦਰ ਇਨਕਲਾਬ ਲੈ ਆਂਦਾ ਹੈ। ਮੈਂ ਹਮੇਸ਼ਾ ਆਪਣੇ ਉਸ ਬਾਦਸ਼ਾਹ ਦਿਲ ਵਾਲੇ ਕਵੀ ਦੀ ਆਤਮਾ ਵਿੱਚ ਝਾਤੀਆਂ ਪਾ ਕੇ ਵੇਖਦੀ ਰਹੀ ਹਾਂ, ਪਰ ਤੁਹਾਡੀ ਰਿਸਾਲਾ ਜੀਵਨ ਵਿੱਚ ਛਪੀ ਹੋਈ ਐਤਕਾਂ ਦੀ ਕਵਿਤਾ ਮੇਰੀ ਆਤਮਾ ਨੇ ਤਾਂ ਮੇਰੀ ਆਤਮਾ ਨੂੰ ਝੰਜੋੜ ਹੀ ਸੁੱਟਿਆ ਹੈ। ਮੈਂ ਸਮਝ ਰਹੀ ਹਾਂ ਕਿ ਤੁਹਾਡੀ ਆਤਮਾ ਕੀ ਮੰਗਦੀ ਹੈ, ਤਾਂ ਸ਼ਾਇਦ ਮੇਰੀ ਆਤਮਾ ਦੀ ਮੰਗ ਵੀ ਉਸ ਨਾਲ ਇਕਸੁਰ ਹੋ ਕੇ ਇਹੋ ਕੁਝ ਮੰਗ ਰਹੀ ਹੈ, ਇੱਕ ਉੱਚ ਆਤਮਾ ਕਵੀ ਦਾ ਪਵਿੱਤਰ ਪ੍ਰੇਮ। ਓ ਮੇਰੇ ਕਵੀ, ਕੀ ਤੂੰ ਸੱਚਮੁੱਚ ਉਹ ਕੁਝ ਹੈ ਜੋ ਤੂੰ ਮੈਨੂੰ ਮੇਰੀ ਆਤਮਾ ਵਿੱਚੋਂ ਦਿਸਿਆ ਹੈ? ਕੀ ਤੇਰੀ ਆਤਮਾ ਸੱਚਮੁੱਚ ਉਹ ਚੀਜ਼ ਤੇਰੇ ਚਰਨਾਂ ਵਿੱਚ ਭੇਟ ਕਰਨ ਲਈ ਕਿਸੇ ਜਗਿਆਸੂ ਨੇ ਚਿਰਾਂ ਤੋਂ ਸਾਂਭ ਕੇ ਰੱਖੀ ਹੋਈ ਹੈ? ਤਾਂ ਲੈ ਮੇਰੇ ਗੁਰਦੇਵ, ਮੈਂ ਇਸ ਨੂੰ ਪ੍ਰਵਾਨ ਕਰ। ਸ਼ਾਇਦ ਮੈਂ ਸੁੰਦਰੀਆਂ ਵਿੱਚੋਂ ਨਾ ਹੋਵਾਂ, ਸ਼ਾਇਦ ਮੇਰੀ ਆਵਾਜ਼ ਵੀਣਾ ਵਰਗੀ ਨਾ ਹੋਵੇ, ਪਰ ਪਿਆਰ ਛਲਕਦਾ ਹਿਰਦਾ ਮੇਰੇ ਕੋਲ ਹੈ, ਤੇ ਅੱਜ ਇਸ ਨੂੰ ਆਪਣੇ ਗੁਰਦੇਵ ਦੀ ਭੇਟ ਕਰ ਰਹੀ ਹਾਂ। ਜੇ ਕਬੂਲਿਆ ਜਾ ਸਕੇ, ਕੀ ਮੇਰੀ ਦਰਸ਼ਨ ਛਿੱਕ ਨੂੰ ਪੂਰਾ ਕਰਨ ਲਈ ਮੈਨੂੰ ਡਲਹੌਜ਼ੀ ਪਹਾੜ ਤੇ, ਜਿੱਥੇ ਮੈਂ ਆਪਣੀ ਮਾਤਾ ਜੀ ਨਾਲ ਰਹਿ ਰਹੀ ਹਾਂ, ਆ ਕੇ ਮਿਲ ਸਕੋਗੇ? ਦਿਲ ਕਹਿੰਦਾ ਹੈ ਕਿ
ਤੁਹਾਡਾ ਮਨ ਏਡਾ ਕਠੋਰ ਨਹੀਂ ਹੋਵੇਗਾ ਕਿ ਤੁਸੀਂ ਮੇਰੀ ਮਿਲਣ ਪ੍ਰਾਰਥਨਾ ਨੂੰ ਠੁਕਰਾ ਦਿਓ। ਪਿਆਰ ਸਹਿਤ ਤੁਹਾਡੀ ਰੂਪ ਕੁਮਾਰੀ ਸਪੁੱਤਰੀ ਰਾਏ ਸਾਹਿਬ ਦੀਨ ਦਿਆਲ, ਮੈਜਿਸਟ੍ਰੇਟ ਦਰਜਾ ਅੱਵਲ, ਹਾਲ 57 ਬਕਰੋਟਾ ਰੋਡ, ਡਲਹੌਜ਼ੀ। ਚਿੱਠੀ ਪੜ੍ਹਦਿਆਂ ਦੀਪਕ ਨੂੰ ਪਤਾ ਨਾ ਲੱਗਾ ਕਿ ਕਿਹੜੇ ਵੇਲੇ ਦਾ ਮਹਿੰਦਰ ਕਮਰੇ ਵਿੱਚ ਆ ਕੇ ਉਸਦੇ ਪਿੱਛੇ ਖੜਾ ਸੀ। ਉਸਦੀਆਂ ਅੱਖਾਂ ਬਰਾਬਰ ਉਸ ਫੋਟੋ ਉੱਤੇ ਗੱਡੀਆਂ ਹੋਈਆਂ ਸਨ। ਜੀ ਹਾਂ, 22 ਵਰ੍ਹਿਆਂ ਦੀ ਪਤਲੀ ਤੇ ਸਨਿਮਰ ਜਿਹੀ ਹਸੀਨਾ ਅੱਖਾਂ ਥਾਣੀ ਮਹਿੰਦਰ ਦੇ ਦਿਲ ਵਿੱਚ ਉਤਰਦੀ ਜਾ ਰਹੀ ਸੀ। ਚਿੱਠੀ ਖਤਮ ਹੋਣ ਤੋਂ ਬਾਅਦ ਦੀਪਕ ਦੀਆਂ ਅੱਖਾਂ ਤੇ ਚਿਹਰੇ ਉੱਤੇ ਇੱਕ ਅਦੁੱਤੀ ਖੇੜਾ ਸੀ। ਉਸਨੂੰ ਆਪਣਾ ਸਿਰ ਘੁੰਮਦਾ ਮਾਲੂਮ ਹੁੰਦਾ ਸੀ। ਮਹਿੰਦਰ ਨੇ ਪਿੱਛੇ ਖਲੋਤਿਆਂ ਚਿੱਠੀ ਪੜ੍ਹ ਲਈ ਸੀ। ਉਹ ਦੀਪਕ ਦਾ ਮੋਢਾ ਟੁੰਬ ਕੇ ਬੋਲਿਆ, ਕਿਉਂ ਮਿਸਟਰ, ਮੈਂ ਨਹੀਂ ਸਾਂ ਕਹਿੰਦਾ ਕਿ ਤੇਰੀ ਕਿਸਮਤ ਦਾ ਸਿਤਾਰਾ ਚਮਕਣ ਵਾਲਾ ਈ ਏ। ਵੇਖ ਤੇ ਸਹੀ, ਜਿਵੇਂ ਕੋਈ ਪਰੀ ਕੋਹਫਾਕ ਤੋਂ ਉਤਰੀ ਹੋਈ ਏ। ਮਹਿੰਦਰ ਦੀਆਂ ਅੱਖਾਂ ਬਰਾਬਰ ਫੋਟੋ ਉੱਤੇ ਗੱਡੀਆਂ ਹੋਈਆਂ ਸਨ। ਆਪਣੇ ਅੰਦਰਲੇ ਦੀ ਬੇਅਰਾਮੀ ਨੂੰ ਦਬਾਉਂਦਾ ਹੋਇਆ ਮਹਿੰਦਰ ਬੋਲਿਆ, ਚਲੋ, ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਗੰਗਾ ਦਾ ਇਸ਼ਨਾਨ। ਕਦੋਂ ਚੱਲਣਾ ਈ? ਸ਼ਾਇਦ ਮੇਰੀ ਵੀ ਸਲਾਹ ਬਣ ਜਾਵੇ। ਛੁੱਟੀਆਂ ਵੀ ਅਜੇ 1.5 ਮਹੀਨਾ ਬਾਕੀ ਨੇ। ਬਾਪੂ ਹੋਰਾਂ ਦੀ ਬਿਮਾਰੀ ਕਰਕੇ ਨਹੀਂ ਸਾਂ ਜਾ ਸਕਿਆ, ਪਰ ਜੇ ਤੇਰੀ ਸਲਾਹ ਚੱਲਣ ਦੀ ਹੋਵੇ। ਤੇ ਉਹ ਗੱਲ ਕਰਦਾ ਕਰਦਾ ਰੁਕ ਗਿਆ। ਦੀਪਕ ਦਾ ਚਿਹਰਾ ਉਤਰਦਾ ਜਾ ਰਿਹਾ ਸੀ। ਕੇਵਲ ਇੱਕੋ ਵਾਰੀ ਕਿਸੇ ਸਫਲਤਾ ਦੀ ਝਲਕ ਉਸ ਤੇ ਆ ਕੇ ਝਟਪਟ ਅਲੋਪ ਹੋ ਚੁੱਕੀ ਸੀ। ਹੈਂ, ਕੀ ਹੋ ਗਿਆ ਈ? ਮਹਿੰਦਰ ਨੇ ਸਹਿਮੀ ਹੋਈ ਆਵਾਜ਼ ਵਿੱਚ ਪੁੱਛਿਆ। ਕੁਝ ਨਹੀਂ, ਦੀਪਕ ਨੇ ਆਪਣੇ ਆਪ ਨੂੰ ਠੀਕ ਕਰਕੇ ਕਿਹਾ। ਹਾਂ ਹਾਂ, ਜ਼ਰੂਰ ਚੱਲਾਂਗੇ, ਹੋ ਸਕੇ ਤਾਂ ਪਰਸੋਂ ਈ। ਪਰ ਤੂੰ ਖੁਸ਼ ਨਹੀਂ ਜਾਪਦਾ ਦੀਪਕ, ਉਸਨੇ ਪੁੱਛਿਆ ਤੇ ਨਜ਼ਰ ਉਸਦੀ ਬਰਾਬਰ ਫੋਟੋ ਉੱਤੇ ਸੀ। ਨਹੀਂ, ਮੈਂ ਬਿਲਕੁਲ ਠੀਕ ਹਾਂ। ਦੀਪਕ ਨੇ ਉਸਨੂੰ ਟਾਲ ਦਿੱਤਾ ਤੇ ਇਸ ਘੜੀ ਤੋਂ ਪਹਾੜ ਜਾਣ ਦੀ ਤਿਆਰੀ ਹੋਣ ਲੱਗੀ। ਦੂਜੇ ਦਿਨ ਦੋਹਾਂ ਦਾ ਡਲਹੌਜ਼ੀ ਜਾਣ ਦਾ ਪ੍ਰੋਗਰਾਮ ਪੱਕਾ ਹੋ ਗਿਆ। ਰਾਤ ਨੂੰ ਜਦ ਮਹਿੰਦਰ ਦੀਪਕ ਪਾਸ ਆਇਆ ਤਾਂ ਉਸਨੇ ਵੇਖਿਆ ਦੀਪਕ ਆਪਣੇ ਬੰਨੇ ਹੋਏ ਸਾਮਾਨ ਨੂੰ ਮੁੜ ਖੋਲ੍ਹ ਰਿਹਾ ਸੀ। ਹੈਂ, ਇਹ ਕੀ? ਮਹਿੰਦਰ ਨੇ ਹੈਰਾਨੀ ਨਾਲ ਪੁੱਛਿਆ। ਕੁਝ ਨਹੀਂ, ਕਹਿ ਕੇ ਦੀਪਕ ਚੁੱਪ ਹੋ ਗਿਆ ਤੇ ਫਿਰ ਬੋਲਿਆ, ਮਹਿੰਦਰ, ਇੱਕ ਗੱਲ ਮੰਨੇਗਾ? ਦੱਸ, ਇਕਰਾਰ ਕਰ। ਅੱਗੇ ਕਦੇ ਇਨਕਾਰ ਕੀਤਾ ਏ? ਮਹਿੰਦਰ, ਤੈਨੂੰ ਇਕੱਲਿਆਂ ਹੀ ਡਲਹੌਜ਼ੀ ਜਾਣਾ ਪਵੇਗਾ। ਮੈਂ ਸ਼ਾਇਦ ਨਾ ਜਾ ਸਕਾਂ। ਤੂੰ ਸ਼ਾਇਦ ਨਾ ਜਾ ਸਕੇ? ਮਹਿੰਦਰ ਨੇ ਉਸਦੇ ਉਤਰੇ ਹੋਏ ਚਿਹਰੇ ਵੱਲ ਤੱਕ ਕੇ ਹੈਰਾਨੀ ਨਾਲ ਪੁੱਛਿਆ, ਕੀ ਮਤਲਬ? ਮੈਂ ਰੂਪ ਕੁਮਾਰੀ ਦੇ ਸਾਹਮਣੇ ਨਹੀਂ ਹੋਣਾ ਚਾਹੁੰਦਾ। ਕਿਉਂ? ਉਸਨੂੰ ਮੈਂ ਮਾਯੂਸ ਨਹੀਂ ਕਰਨਾ ਚਾਹੁੰਦਾ। ਇਸ ਤਰ੍ਹਾਂ ਕਰਨ ਨਾਲ ਉਸਦੀ ਤਸੱਵਰ ਦੀ ਦੁਨੀਆ ਬਰਬਾਦ ਹੋ ਜਾਵੇਗੀ। ਮੇਰੀ ਸ਼ਕਲ ਵੇਖਦਿਆਂ ਉਸਦੇ ਸਾਰੇ ਸੁਪਨੇ ਖਿੰਡ ਜਾਣਗੇ। ਉਸਦੀਆਂ ਉਮੀਦਾਂ ਦਾ ਖੂਨ ਹੋ ਜਾਵੇਗਾ। ਮੈਂ ਉਸਨੂੰ ਪਿਆਰ ਕਰਦਾ ਹਾਂ। ਮੈਂ ਇੱਕ ਪੁਜਾਰੀ ਵਾਂਗ ਪਵਿੱਤਰ ਭਾਵਨਾ ਨਾਲ ਉਸ ਦੇਵੀ ਦੀ ਪੂਜਾ ਕਰਦਾ ਹਾਂ। ਉਸਦੇ ਭਵਿੱਖ ਨੂੰ ਨਸ਼ਟ ਕਰਦਿਆਂ ਇਹ ਮੈਥੋਂ ਨਹੀਂ ਹੋ ਸਕਦਾ। ਦੀਪਕ, ਇਹ ਤੂੰ ਕੀ ਕਹਿ ਰਿਹਾ ਏਂ? ਮਹਿੰਦਰ ਨੇ ਇੱਕ ਵਾਰੀ ਦੀਪਕ ਵੱਲ ਤੇ ਇੱਕ ਵਾਰੀ ਕੰਧ ਤੇ ਲੱਗੀ ਉਸ ਸੁੰਦਰੀ ਦੀ ਤਸਵੀਰ ਵੱਲ ਤੱਕ ਕੇ ਕਿਹਾ। ਮਹਿੰਦਰ, ਦੀਪਕ ਨੇ ਸ਼ਾਇਦ ਦਿਲ ਵਿੱਚ ਤਰਾਟ ਨੂੰ ਰੋਕਦਿਆਂ ਹੋਇਆਂ ਕਿਹਾ, ਰੂਪ ਕੁਮਾਰੀ ਕੋਲ ਜਾ ਕੇ ਤੈਨੂੰ ਮੇਰਾ ਪਾਰਟ ਅਦਾ ਕਰਨਾ ਪਵੇਗਾ। ਮੇਰੀਆਂ ਕਵਿਤਾ ਦੀਆਂ ਜਿੰਨੀਆਂ ਕਾਪੀਆਂ ਨੇ, ਸਾਰੀਆਂ ਤੂੰ ਨਾਲ ਲਈ ਜਾਈਂ। ਇਹਨਾਂ ਦੀ ਮਦਦ ਨਾਲ ਤੂੰ ਆਪਣੇ ਆਪ ਨੂੰ ਦੀਪਕ ਜ਼ਾਹਰ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਸਕੇਗਾ। ਤੇ ਦੂਜੇ ਦਿਨ ਮਹਿੰਦਰ ਨੂੰ ਗੱਡੀ ਚੜ੍ਹਾਉਣ ਵੇਲੇ ਜਦ ਦੀਪਕ ਨੇ ਹੱਥ ਮਿਲਾਇਆ ਤਾਂ ਮਹਿੰਦਰ ਨੂੰ ਇਹ ਹੱਥ ਠੰਡੀ ਮੂਲੀ ਵਰਗਾ ਲੱਗਾ ਤੇ ਇਸ ਦੇ ਕਾਂਬੇ ਨੂੰ ਵੀ ਉਸਨੇ ਸਪਸ਼ਟ ਮਹਿਸੂਸ ਕੀਤਾ। 1.5 ਦੀ ਥਾਂ 2 ਮਹੀਨੇ ਪਹਾੜ ਤੇ ਕੱਟ ਕੇ ਜਦ ਮਹਿੰਦਰ ਵਾਪਸ ਮੁੜਿਆ ਤਾਂ ਦੀਪਕ ਵੱਲ ਤੱਕ ਕੇ ਉਹ ਹੈਰਾਨ ਰਹਿ ਗਿਆ। ਦੀਪਕ ਇਤਨਾ ਕਮਜ਼ੋਰ ਹੋ ਗਿਆ ਸੀ ਕਿ ਪਛਾਤਾ ਨਹੀਂ ਸੀ ਜਾਂਦਾ। ਦੂਜੇ ਦਿਨ ਜਦ ਮਹਿੰਦਰ ਦੀਪਕ ਦੀ ਕੋਠੜੀ ਵਿੱਚ ਗਿਆ ਤਾਂ ਦੀਪਕ ਸੁੱਤਾ ਹੋਇਆ ਸੀ। ਭੁੰਜੇ ਇੱਕ ਖੁੱਲ੍ਹੀ ਹੋਈ ਚਿੱਠੀ ਪਈ ਸੀ, ਕੋਲ ਹੀ ਇੱਕ ਲਿਫਾਫਾ ਵੀ। ਮਹਿੰਦਰ ਨੇ ਪੜ੍ਹਨੀ ਸ਼ੁਰੂ ਕੀਤੀ। ਦੀਪਕ ਜੀ, ਆਹ 2 ਮਹੀਨੇ 2 ਮਿੰਟਾਂ ਵਾਂਗ ਬੀਤ ਗਏ ਸਨ, ਪਰ ਜੁਦਾਈ ਦੇ ਇਹ ਕੁਝ ਘੰਟੇ ਸਦੀਆਂ ਲੰਬੇ ਹੋ ਗਏ ਹਨ। ਕੀ ਤੁਸੀਂ ਮੇਰੀ ਹਾਲਤ ਦਾ ਅੰਦਾਜ਼ਾ ਲਾ ਸਕਦੇ ਹੋ? ਇਹ ਬੀਤੇ 60 ਦਿਨ, ਜਿਨ੍ਹਾਂ ਦਾ ਇੱਕ ਇੱਕ ਪਲ ਸਾਡੀਆਂ ਬਾਹਾਂ ਵਿੱਚ ਜਕੜਿਆ ਰਿਹਾ ਸੀ। ਇਸ ਦੀ ਯਾਦ ਮੇਰੇ ਹਿਰਦੇ ਵਿੱਚ ਤੂਫਾਨ ਪੈਦਾ ਕਰ ਰਹੀ ਹੈ। ਅੱਜ ਮੈਂ ਪਛਤਾਵੇ ਦੇ ਹੰਝੂਆਂ ਨਾਲ ਸੋਚਦੀ ਹਾਂ ਕਿ ਮੈਂ ਇਹ ਕੀ ਕੀਤਾ। ਤੁਸਾਂ ਮੇਰੇ ਆਦਰਸ਼ ਤੇ ਸੁੱਚੇ ਪ੍ਰੇਮ ਨੂੰ ਆਪਣੀਆਂ ਕਾਮਨਾਵਾਂ ਦਾ ਸ਼ਿਕਾਰ ਬਣਾ ਕੇ ਮੇਰੇ ਜੀਵਨ ਵਿੱਚ ਇੱਕ ਭਾਰੀ ਖਤਰੇ ਦਾ ਅਹਿਸਾਸ ਪੈਦਾ ਕਰ ਦਿੱਤਾ ਹੈ। ਮੈਂ ਬੜੇ ਸਹਿਜ ਭਰੇ ਦਿਲ ਨਾਲ ਸੋਚਦੀ ਹਾਂ, ਇਸ ਦਾ ਆਖਰ ਕੀ ਸਿੱਟਾ ਹੋਵੇਗਾ।
ਅੱਜ ਮੇਰੇ ਦਿਲ ਵਿੱਚ ਨਾ ਉਹ ਕਾਵਿ ਤਰੰਗਾਂ ਹਨ, ਨਾ ਹੀ ਤੁਹਾਡੀ ਪੂਜਨੀਕ ਪ੍ਰਤਿਮਾ। ਤੁਹਾਡਾ ਪਿਆਰ ਅੱਜ ਵੀ ਉਸੇ ਤਰ੍ਹਾਂ ਹਿਰਦੇ ਵਿੱਚ ਉਮੜ ਰਿਹਾ ਹੈ। ਪਰ ਚਿੱਠੀ ਬਹੁਤ ਲੰਬੀ ਸੀ, ਪਰ ਮਹਿੰਦਰ ਇਸ ਤੋਂ ਅੱਗੇ ਨਾ ਪੜ੍ਹ ਸਕਿਆ। ਉਸਦਾ ਸਰੀਰ ਮੁੜਕੇ ਨਾਲ ਗੜੁੱਚ ਹੋ ਗਿਆ। ਪਹਿਲਾਂ ਉਸ ਦੀ ਸਲਾਹ ਹੋਈ ਕਿ ਦੱਬੇ ਪੈਰੀਂ ਕਮਰੇ ਚੋਂ ਬਾਹਰ ਨਿਕਲ ਕੇ ਰਾਤ ਦੀ ਗੱਡੀ ਹੀ ਚੁੱਪ-ਚੁਪਾਤਾ ਲਾਹੌਰ ਚਲਾ ਜਾਵੇ, ਪਰ ਅੰਦਰੋਂ ਆਤਮਾ ਨੇ ਲਾਹਨਤਾਂ ਦੀ ਬੁਛਾੜ ਪਾਈ। ਉਹ ਮੱਕਾਰ, ਉਹ ਵਿਸ਼ਵਾਸਘਾਤੀ, ਪਸ਼ਚਾਤਾਪ ਤੇ ਉਹ ਸੁੱਤੇ ਹੋਏ ਦੀਪਕ ਦੇ ਪੈਰਾਂ ਤੇ ਸਿਰ ਰੱਖ ਕੇ ਚਿল্ਲਾਇਆ, ਦੀਪਕ, ਦੀਪਕ, ਮੈਨੂੰ ਮਾਫ਼ ਕਰ। ਮੈਂ ਤੇਰਾ ਚੋਰ ਹਾਂ, ਤੇਰੀ ਰੂਪ ਕੁਮਾਰੀ ਦਾ ਡਾਕੂ। ਪਰ ਦੀਪਕ ਨਾ ਹਿੱਲਿਆ, ਨਾ ਬੋਲਿਆ। ਦੀਪਕ ਦੀ ਲਾਟ, ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲੱਟ-ਲੱਟ ਬਲਦੀ ਰਹੀ ਸੀ, ਵਿਸ਼ਵਾਸਘਾਤ ਦਾ ਇੱਕ ਨਿੱਕਾ ਜਿਹਾ ਬੁੱਲ੍ਹਾ ਨਾ ਸਹਾਰ ਸਕੀ ਤੇ ਬੁੱਝ ਗਈ। ਸਾਰੇ ਪਿੰਡ ਵਿੱਚ ਖ਼ਬਰ ਫੈਲ ਗਈ, ਉਸਦਾ ਹਾਰਟ ਫੇਲ ਹੋ ਗਿਆ ਹੈ। ਸਮਾਪਤ। ਧੰਨਵਾਦ। ਨਾਨਕ ਸਿੰਘ ਦੀ ਪੁਸਤਕ ਸੁਪਨਿਆਂ ਦੀ ਕਬਰ ਦਾ ਅਗਲਾ ਭਾਗ, ਰੱਖੜੀ। ਪੂਰੇ 10 ਦਿਨਾਂ ਤੋਂ ਸੋਮਾ ਨੂੰ ਜਿਸ ਦਿਨ ਦੀ ਉਡੀਕ ਸੀ, ਉਹ ਨੇੜੇ ਆ ਗਿਆ। ਭਲਕੇ ਰੱਖੜੀ ਦਾ ਦਿਨ। ਆਪਣੇ ਵੀਰ ਨੂੰ ਰੱਖੜੀ ਬੰਨਾਂਗੀ, ਸੋਹਣੀ ਵਡਮੁੱਲੀ ਝਿਲਮਿਲ ਕਰਦੀ। ਕਿਤਨੀ ਫੱਬੇਗੀ ਉਹਦੇ ਹੱਥ ਤੇ। ਉਹ ਹਰ ਵੇਲੇ ਇਹ ਸੋਹਣੇ ਫੁੰਮਣਾਂ ਵਾਲੀ ਰੱਖੜੀ ਉਸਦੀਆਂ ਅੱਖਾਂ ਅੱਗੇ ਫਿਰਦੀ ਰਹਿੰਦੀ ਸੀ। ਸੋਮਾ ਦੀ ਉਮਰ ਉਸ ਵੇਲੇ 13 ਵਰ੍ਹਿਆਂ ਦੀ ਸੀ। ਉਸਦੇ ਸਵਰਗਵਾਸੀ ਮਾਪਿਆਂ ਦੀ ਇੱਕੋ ਇੱਕ ਨਿਸ਼ਾਨੀ ਉਸ ਕੋਲ ਰਾਮ ਲਾਲ ਸੀ, ਉਸ ਨਾਲ 2 ਕੁ ਵਰ੍ਹੇ ਵੱਡਾ। ਇਹ ਦੋਵੇਂ ਯਤੀਮ ਭੈਣ ਭਰਾ ਆਪਣੇ ਚਾਚੇ ਚਾਚੀ ਕੋਲ ਰਹਿੰਦੇ ਸਨ। ਗੁਆਂਢ ਦੀਆਂ ਕੁੜੀਆਂ ਵਿੱਚੋਂ ਕੋਈ ਕਹਿੰਦੀ ਮੈਂ ਚੁਆਨੀ ਦੀ ਰੱਖੜੀ ਲਵਾਂਗੀ ਤੇ ਕੋਈ ਕਹਿੰਦੀ ਅਠਿਆਨੀ ਦੀ। ਪਰ ਸੋਮਾ ਪਾਸ 10 ਦਿਨਾਂ ਦੀ ਬੱਚਤ ਕੁੱਲ 5 ਪੈਸੇ ਸਨ। ਉਸਨੂੰ ਧੇਲਾ ਰੋਜ਼ ਖਰਚਣ ਨੂੰ ਮਿਲਦਾ ਸੀ। ਸਾਰੀ ਰਾਤ ਸੋਮਾ ਨੇ ਇਹਨਾਂ ਗਿਣਤੀਆਂ ਵਿੱਚ ਕੱਟੀ। ਇੰਨੇ ਥੋੜ੍ਹੇ ਪੈਸਿਆਂ ਦੀ ਰੱਖੜੀ ਕੀ ਆਵੇਗੀ। ਸੁੱਤਿਆਂ ਸੁੱਤਿਆਂ ਉਸਦੀਆਂ ਅੱਖਾਂ ਅੱਗੇ ਚਾਚੀ ਦੀ ਉਹੀ ਨਿੱਕੀ ਸੰਦੂਕੜੀ ਵੀ ਇੱਕ ਦੋ ਵਾਰੀ ਆਈ। ਉਸਦੀ ਕੁੰਜੀ ਜਿਸ ਆਲੇ ਵਿੱਚ ਪਈ ਹੁੰਦੀ ਸੀ, ਉਹ ਵੀ ਸੋਮਾ ਨੇ ਮਨ ਦੀਆਂ ਅੱਖਾਂ ਨਾਲ ਵੇਖਿਆ। ਪਰ ਦਿਨ ਚੜ੍ਹਿਆ, ਉਸਦੇ ਕੰਨ ਗਲੀ ਵੱਲ ਸਨ ਕਿ ਕਿਹੜੇ ਵੇਲੇ ਕੋਈ ਆਵਾਜ਼ ਆਉਂਦੀ ਹੈ। ਵੀਰਾਂ ਵਾਲੀਓ ਰੱਖੜੀਆਂ। ਉਹ ਭਾਂਡੇ ਮਾਂਜ ਰਹੀ ਸੀ ਕਿ ਹੇਠੋਂ ਆਵਾਜ਼ ਆਈ, ਵੀਰਾਂ ਵਾਲੀਓ ਰੱਖੜੀਆਂ, ਭਰਾਵਾਂ ਵਾਲੀਓ ਰੱਖੜੀਆਂ। ਸੁਆਹ ਵਾਲੇ ਹੱਥ ਧੋ ਕੇ ਸੋਮਾ ਨੇ ਝਟਪਟ ਜਾ ਕੇ ਆਲੇ ਵਿੱਚੋਂ ਉਹ 10 ਧੇਲੇ ਚੁੱਕੇ ਤੇ ਦਗੜ-ਦਗੜ ਹੇਠਾਂ ਉਤਰ ਆਈ। ਰੱਖੜੀਆਂ ਵੰਨ-ਸੁਵੰਨੀਆਂ ਸਨ, ਇੱਕ ਆਨੇ ਤੋਂ ਲੈ ਕੇ 8 ਆਨਿਆਂ ਤੱਕ ਮੁੱਲ ਦੀਆਂ। ਪਰ ਸੋਮਾ ਕੋਲ ਇੰਨੇ ਪੈਸੇ ਨਹੀਂ ਸਨ। ਸਭ ਤੋਂ ਪਹਿਲਾਂ ਉਸਨੇ ਇੱਕ ਵਡਮੁੱਲੀਆਂ ਰੱਖੜੀਆਂ ਦੇ ਜੋੜੇ ਵਿੱਚੋਂ ਇੱਕ ਚੁੱਕੀ ਤੇ ਛਾਬੇ ਵਾਲੇ ਨੂੰ ਪੁੱਛਣ ਲੱਗੀ, ਭਾਈ ਕੀ ਲੈਣਾ ਈ ਇਸਦਾ? ਦੁਕਾਨਦਾਰ ਨੂੰ ਗਾਹਕ ਦੀ ਪਛਾਣ ਹੁੰਦੀ ਹੈ। ਪਾਟੇ ਹੋਏ ਕੱਪੜਿਆਂ ਤੋਂ ਸ਼ਾਇਦ ਉਸਨੇ ਸੋਮਾ ਦੇ ਖੀਸੇ ਦਾ ਅਨੁਮਾਨ ਲਾ ਲਿਆ ਸੀ। ਰੱਖੜੀ ਉਸ ਹੱਥੋਂ ਖੋਹ ਕੇ ਉਸਦੇ ਤਿੱਲੇਦਾਰ ਫੁੰਮਣਾਂ ਨੂੰ ਸੰਵਾਰਦਾ ਹੋਇਆ ਉਹ ਕੜਕਿਆ, ਛੱਡ ਛੱਡ ਕੁੜੀਏ, ਮੈਲੀ ਨਾ ਕਰ, ਇਹ ਨਹੀਂ ਤੇਰੇ ਲੈਣ ਵਾਲੀ। ਪਰ ਮੁੱਲ ਕੀ ਹੈ ਭਾਈ ਇਸਦਾ? ਸੋਮਾ ਨੇ ਡਰਦਿਆਂ ਡਰਦਿਆਂ ਫਿਰ ਪੁੱਛਿਆ। ਧੇਲੀ ਹੈਗੀ ਉਹ ਪੱਲੇ? ਰੱਖੜੀਆਂ ਵਾਲੇ ਨੇ ਅਗਾਂਹ ਜਾਣ ਦੀ ਕਾਹਲੀ ਸੀ। ਉਸਨੇ ਸ਼ਾਇਦ ਅਜੇ ਬੋਹਣੀ ਨਹੀਂ ਸੀ ਕੀਤੀ। ਪਹਿਲ ਪਲਾਹੀ ਗਲੀ ਵਿੱਚ ਵੜਿਆ ਸੀ ਤੇ ਗਲੀ ਦੇ ਸਿਰੇ ਉੱਤੇ ਘਰ ਹੋਣ ਕਰਕੇ ਸ਼ਾਇਦ ਸੋਮਾ ਨੇ ਹੀ ਉਸਨੂੰ ਸਭ ਤੋਂ ਪਹਿਲਾਂ ਆਵਾਜ਼ ਮਾਰੀ ਸੀ। 5 ਪੈਸਿਆਂ ਵਾਲੀ ਕਿਹੜੀ ਊ? ਸੋਮਾ ਨੇ ਮੁੱਠ ਵਿੱਚ ਘੁੱਟੇ ਹੋਏ ਧੇਲਿਆਂ ਵੱਲ ਵੇਖਦਿਆਂ ਹੋਇਆਂ ਉਸ ਤੋਂ ਪੁੱਛਿਆ। ਛਾਬੇ ਵਾਲਾ ਤੁਰਨ ਲੱਗਾ, ਫੇਰ ਰੁਕ ਗਿਆ ਤੇ ਇੱਕ ਹੋਰ ਰੱਖੜੀ ਫੜ ਕੇ ਉਸਨੇ ਸੋਮਾ ਨੂੰ ਵਿਖਾਈ। ਐ ਈ। ਟੋਕਰੇ ਵਿੱਚ ਜੇ ਵਡਮੁੱਲੀਆਂ ਰੱਖੜੀਆਂ ਨਾ ਹੁੰਦੀਆਂ ਤਾਂ ਸੋਮਾ ਖ਼ਬਰੇ ਏਸੇ ਨੂੰ ਪਸੰਦ ਕਰ ਲੈਂਦੀ। ਪਰ ਹੁਣ ਇਹ ਉਸਦੀਆਂ ਨਜ਼ਰਾਂ ਵਿੱਚ ਕਿੱਥੇ ਠਹਿਰ ਸਕਦੀ ਸੀ। ਉਹ 2 ਦਲੀਲਾਂ ਵਿੱਚ ਪੈ ਗਈ। ਲੈਣੀ ਊ ਕਿ ਜਾਵਾਂ? ਕਹਿ ਕੇ ਬਿਨਾਂ ਇਸਦਾ ਉੱਤਰ ਉਡੀਕਿਆਂ ਛਾਬੇ ਵਾਲਾ ਬੁੜ-ਬੁੜ ਕਰਦਾ ਤੁਰ ਗਿਆ। ਸੋਮਾ ਪੱਥਰ ਦਾ ਪੱਥਰ ਖਲੋਤੀ ਰਹੀ। ਗੁਆਂਢ ਦੇ 2 ਘਰ ਛੱਡ ਕੇ ਤੀਜੇ ਘਰ ਅੰਦਰੋਂ ਆਵਾਜ਼ ਆਈ, ਭਾਈ ਦੇ ਜਾ। ਇਸ ਤੋਂ ਬਾਅਦ ਸੋਮਾ ਦੀ ਸਹੇਲੀ ਪਾਰੋ ਬਾਹਰ ਆਈ ਤੇ ਆਉਂਦਿਆਂ ਹੀ ਉਸਦਾ ਹੱਥ ਉਸੇ ਰੱਖੜੀ ਵੱਲ ਵਧਿਆ, ਜਿਹੜੀ ਸੋਮਾ ਨੇ ਚੁੱਕੀ ਹੋਈ ਸੀ। ਪਾਰੋ ਦੀ ਰੇਸ਼ਮੀ ਕੰਨੀ ਵਾਲੀ ਧੋਤੀ ਨੇ ਛਾਬੇ ਵਾਲੇ ਨੂੰ ਅਗਲ-ਵਾਂਡੇ ਹੀ ਸ਼ਾਇਦ ਦੱਸ ਦਿੱਤਾ ਕਿ ਇਹ ਗਾਹਕ ਪਹਿਲੇ ਵਰਗਾ ਭੁੱਖੜ ਨਹੀਂ। ਮੁੱਲ ਕਰਨ ਵਿੱਚ ਕੁਝ ਵੀ ਦੇਰੀ ਨਾ ਲੱਗੀ। ਉਸਨੇ 8 ਆਨੇ ਮੰਗੇ ਤੇ ਉਸਨੇ 4 ਆਨੇ ਸੁਣਾਏ। ਅਖੀਰ 6 ਆਨਿਆਂ ਵਿੱਚ ਸੌਦਾ ਹੋ ਗਿਆ। ਸੋਮਾ ਦਾ ਖਿਆਲ ਸੀ ਕਿ ਪਾਰੋ ਉਸਨੂੰ ਰੱਖੜੀ ਵਿਖਾਏਗੀ। ਦੋਵੇਂ ਰਲ ਕੇ ਉਸਦੀਆਂ ਮੋਤੀਆਂ ਤੇ ਫੁੰਮਣਾਂ ਦੀਆਂ ਤਾਰੀਫਾਂ ਕਰਨਗੀਆਂ, ਪਰ ਕੁਝ ਵੀ ਨਾ ਹੋਇਆ। ਸੋਮਾ
ਪਾਰੋ ਬਿਨਾਂ ਸੋਮਾ ਵੱਲ ਤੱਕਿਆਂ ਰੱਖੜੀ ਲੈ ਕੇ ਖੁਸ਼ੀ-ਖੁਸ਼ੀ ਅੰਦਰ ਚਲੀ ਗਈ। ਸੋਮਾ ਦੀ ਨਜ਼ਰ ਬਰਾਬਰ ਛਾਬੇ ਉੱਤੇ ਗੱਡੀ ਹੋਈ ਸੀ, ਜਿੱਥੇ ਉਸਦੇ ਨਾਲ ਦੀ ਇੱਕ ਰੱਖੜੀ ਅਜੇ ਵੀ ਬਾਕੀ ਸੀ। ਛਾਬੇ ਵਾਲੇ ਨੇ ਇੱਕ ਵਾਰੀ ਜੇਤੂ ਜਿਹੀ ਨਜ਼ਰ ਨਾਲ ਸੋਮਾ ਵੱਲ ਤੱਕਿਆ, ਮਾਨੋ ਉਹ ਉਸਨੂੰ ਕਹਿ ਰਿਹਾ ਸੀ, ਜਿਨ੍ਹਾਂ ਦੇ ਪੱਲੇ ਪੈਸੇ ਹੁੰਦੇ ਨੇ ਇਉਂ ਚੀਜ਼ਾਂ ਲੈਂਦੇ ਨੇ, ਤੇ ਉਹ ਹੌਂਕਾ ਦਿੰਦਾ ਹੋਇਆ ਗਲੀ ਦੇ ਅਗਲੇ ਹਿੱਸੇ ਵੱਲ ਚਲਾ ਗਿਆ। ਸੋਮਾ ਅਜੇ ਤੱਕ ਖੜੀ ਸੀ। ਗਲੀ ਵਿੱਚੋਂ ਕੁਝ ਦੁਰਾਡਿਓਂ ਫੇਰ ਆਵਾਜ਼ ਆਈ, ਵੀਰਾਂ ਵਾਲੀਓ ਰੱਖੜੀਆਂ, ਭਰਾਵਾਂ ਵਾਲੀਓ ਰੱਖੜੀਆਂ। ਇੱਕ ਵਾਰੀ ਸੋਮਾ ਨੂੰ ਖਿਆਲ ਆਇਆ, ਚਲੋ ਘਟੀਆ ਹੀ ਸਹੀ, ਤੇ ਉਹ 5 ਕਦਮ ਅਗਾਂਹ ਗਈ, ਪਰ ਫੇਰ ਮੁੜ ਆਈ। ਮੁੜਨ ਲੱਗਿਆ ਸੋਮਾ ਦੀਆਂ ਲੱਤਾਂ ਜਿਵੇਂ ਕੰਬ ਰਹੀਆਂ ਸਨ। ਉਸਦੇ ਚਿਹਰੇ ਉੱਤੇ ਨਵੇਂ ਪਾਪ ਦੀ ਤੀਖਣਤਾ ਸੀ। ਉਸਦਾ ਸਾਹ ਵੀ ਤੇਜ਼-ਤੇਜ਼ ਚੱਲ ਰਿਹਾ ਸੀ। ਉਸਦੀ ਮੁੱਠ ਵਿੱਚ ਕੱਸੇ ਹੋਏ ਧੇਲੇ ਮੁੜਕੇ ਨਾਲ ਭਿੱਜੇ ਹੋਏ ਸਨ। ਉੱਪਰ ਜਾ ਕੇ ਸੋਮਾ ਨੇ ਵੇਖਿਆ, ਉਸਦੀ ਚਾਚੀ ਉੱਪਰਲੀ ਛੱਤ ਸ਼ਾਇਦ ਕਿਸੇ ਗੁਆਂਢਣ ਨਾਲ ਗੱਲਾਂ ਕਰ ਰਹੀ ਸੀ। ਸੋਮਾ ਨੇ ਜਾਲੇ ਵਿੱਚ ਹੱਥ ਮਾਰਿਆ, ਉਹਦਾ ਹੱਥ ਕੰਬ ਰਿਹਾ ਸੀ। ਕੁੰਜੀ ਲਾ ਕੇ ਸੋਮਾ ਨੇ ਚਾਚੀ ਦੀ ਸੰਦੂਕੜੀ ਖੋਲ੍ਹੀ, ਬੰਦ ਕੀਤੀ, ਕੁੰਜੀ ਮੁੜ ਜਾਲੇ ਵਿੱਚ ਰੱਖੀ ਤੇ ਛੂਟ ਵੱਟ ਕੇ ਗਲੀ ਦੇ ਉਸ ਸਿਰੇ ਤੇ ਜਾ ਪੁੱਜੀ, ਜਿੱਥੇ ਰੱਖੜੀਆਂ ਵਾਲਾ ਇੱਕ ਧੜੇ ਤੇ ਛਾਬਾ ਰੱਖੀ ਬੈਠਾ ਸੀ। ਸੋਮਾ ਦਾ ਦਿਲ ਧੜਕ ਰਿਹਾ ਸੀ, ਮਤੇ ਉਹ ਵਿਕ ਗਈ ਹੋਵੇ। ਰੱਖੜੀ ਮੌਜੂਦ ਸੀ, ਤੇ ਦੂਜੀਆਂ ਸਾਰੀਆਂ ਰੱਖੜੀਆਂ ਉਸਦੀ ਚਮਕ-ਦਮਕ ਦੇ ਸਾਹਮਣੇ ਫਿੱਕੀਆਂ ਲੱਗ ਰਹੀਆਂ ਸਨ। ਸੋਮਾ ਨੂੰ ਤਸੱਲੀ ਦਾ ਸਾਹ ਆਇਆ, ਪਰ ਇੱਕ ਮੁਸ਼ਕਲ ਹੋਰ ਸੀ। ਛਾਬੇ ਦੁਆਲੇ ਕਈ ਕੁੜੀਆਂ-ਚਿੜੀਆਂ ਝੁਰਮਟ ਪਾਈ ਖੜੀਆਂ ਸਨ। ਸੋਮਾ ਸੋਚਣ ਲੱਗੀ, ਜੇ ਕਿਸੇ ਨੇ ਚਾਚੀ ਨੂੰ ਦੱਸ ਦਿੱਤਾ। ਉਹ ਇੱਕ ਪਾਸੇ ਛਹਿ ਕੇ ਖਲੋ ਗਈ, ਪਰ ਨਜ਼ਰ ਉਸਦੀ ਬਰਾਬਰ ਉਸੇ ਰੱਖੜੀ ਉੱਤੇ ਸੀ। ਜਦੋਂ ਵੀ ਕੋਈ ਕੁੜੀ ਉਸ ਰੱਖੜੀ ਨੂੰ ਫੜਦੀ ਜਾਂ ਮੁੱਲ ਪੁੱਛਦੀ, ਸੋਮਾ ਦਾ ਦਿਲ ਸੀਨੇ ਚੋਂ ਨਿਕਲਣ ਨੂੰ ਕਰਦਾ ਸੀ। ਜਦ ਛਾਬੇ ਵਾਲਾ ਵਿਹਲਾ ਹੋ ਗਿਆ, ਸਭ ਕੁੜੀਆਂ ਚਲੀਆਂ ਗਈਆਂ, ਤਾਂ ਇੱਧਰੋਂ-ਉੱਧਰੋਂ ਨਜ਼ਰ ਬਚਾਉਂਦੀ ਹੋਈ ਸੋਮਾ ਝੱਟ ਛਾਬੇ ਕੋਲ ਪੁੱਜੀ, 3 ਝੁਨੁਕਰੀਆਂ ਦੁਆਨੀਆਂ ਛਾਬੇ 'ਚ ਸੁੱਟੀਆਂ ਤੇ ਰੱਖੜੀ ਲੈ ਚੁੰਨੀ ਹੇਠ ਲੁਕੋ ਕੇ ਚੱਲਦੀ ਬਣੀ। ਉਹ ਘਰ ਵੱਲ ਬੜੀ ਤੇਜ਼ੀ ਨਾਲ ਤੁਰੀ ਜਾ ਰਹੀ ਸੀ ਕਿ ਇੱਕ ਕੜਕਵੀਂ ਆਵਾਜ਼, ਇੱਕ ਭਿਆਨਕ ਆਕਾਰ ਨੇ ਉਸਦੀਆਂ ਲੱਤਾਂ ਸੁੰਨ ਕਰ ਦਿੱਤੀਆਂ। ਖਸਮ ਨੂੰ ਖਾਣੀਏ, ਕਿੱਥੇ ਮਰ ਗਈ ਸੈਂ? ਆਵਾਜ਼ਾਂ ਮਾਰ-ਮਾਰ ਕੇ ਸੰਗ ਉਸਦੀ ਚਾਚੀ ਦੀ ਨਜ਼ਰ ਸੋਮਾ ਦੀ ਚੁੰਨੀ ਹੇਠ ਕਿਸੇ ਚਮਕਦੀ ਚੀਜ਼ ਤੇ ਪਈ। ਹੈ ਨੀ, ਇਹ ਕੀ ਓ? ਸੋਮਾ ਦਾ ਗਲਾ ਖੁਸ਼ਕ ਹੋ ਗਿਆ, ਹੋਂਠ ਜੁੜ ਗਏ। ਉਸਦਾ ਰੱਖੜੀ ਵਾਲਾ ਹੱਥ ਕੰਬ ਰਿਹਾ ਸੀ। ਝਟਕਾ ਮਾਰ ਕੇ ਬਿੰਦਰੋਂ ਨੇ ਉਸਦੀ ਚੁੰਨੀ ਹੇਠੋਂ ਰੱਖੜੀ ਖਿੱਚ ਲਈ। ਹੈ ਨੀ, ਲੋੜਾ ਪੈ ਜਾਏ ਤੈਨੂੰ। ਕਿੰਨੇ ਦੀ ਲਿਆਈ ਏ? ਪੈਸੇ ਕਿੱਥੋਂ ਲਏ ਸਾਈ? ਸੋਮਾ ਨੂੰ ਕੁਝ ਵੀ ਦੱਸਣ ਦੀ ਲੋੜ ਨਾ ਪਈ। ਉਹ ਰੱਖੜੀਆਂ ਵਾਲਾ ਗਲੀ ਤੋਂ ਫਿਰ-ਫਿਰਾ ਕੇ ਮੁੜਿਆ ਆ ਰਿਹਾ ਸੀ। ਵੀਰਾਂ ਵਾਲੀਓ ਰੱਖੜੀਆਂ, ਭਰਾਵਾਂ ਵਾਲੀਓ ਰੱਖੜੀਆਂ। ਭਾਈ, ਕਿੰਨੇ ਦੀ ਦਿੱਤੀ ਉਹ ਰੱਖੜੀ ਕੁੜੀ ਨੂੰ? ਬਿੰਦਰੋਂ ਨੇ ਤਲਖ ਲਹਿਜੇ ਵਿੱਚ ਪੁੱਛਿਆ। 6 ਆਨਿਆਂ ਦੀ ਮਾਈ ਜੀ, 6 ਆਨਿਆਂ ਦੀ। ਸੋਮਾ ਦੀ ਚਾਚੀ ਨੇ ਸ਼ੇਰਨੀ ਵਾਂਗ ਗੁਰਾਈ। ਅਸਾਂ ਫੂਕਣੀ ਏ 6 ਆਨਿਆਂ ਦੀ? ਫੜ ਆਪਣੀ ਰੱਖੜੀ ਤੇ ਫੜਾ ਉਰੇ ਪੈਸੇ। ਤੇ ਰੱਖੜੀ ਉਸਨੇ ਛਾਬੇ ਵਿੱਚ ਵਗਾ ਮਾਰੀ। ਛਾਬੇ ਵਾਲਾ ਦਬਕ ਗਿਆ। ਬਿਨਾਂ ਹੀਲ ਹੁੱਜਤ ਉਹਨੇ 3 ਦੁਆਨੀਆਂ ਉਹਨੂੰ ਫੜਾ ਦਿੱਤੀਆਂ। ਰੱਖੜੀ ਫੂਕਣੀ ਸੀ? ਇਹ ਵਾਕ ਤੀਰ ਬਣ ਕੇ ਸੋਮਾ ਦਾ ਕਲੇਜਾ ਵਿੰਨ ਰਿਹਾ ਸੀ। ਇਸ ਤੋਂ ਬਾਅਦ ਚਾਚੀ ਉਸਨੂੰ ਗੁੱਤੋਂ ਫੜ ਕੇ ਘੜੀਸਦੀ ਹੋਈ ਘਰ ਲੈ ਗਈ। ਸੋਮਾ ਨੇ ਭਾਵੇਂ ਆਪਣਾ ਸਾਰਾ ਕਸੂਰ ਮੰਨ ਲਿਆ, ਪਰ ਚਾਚੀ ਦੀ ਜ਼ੁਬਾਨ ਤੇ ਹੱਥ ਜਦ ਤੀਕ ਥੱਕ ਨਾ ਗਏ, ਉਸਨੇ ਸੋਮਾ ਨੂੰ ਨਾ ਛੱਡਿਆ। ਨਾਲ ਹੀ ਉਸ ਪਾਸ ਜਿਹੜੇ ਧੇਲੇ ਸਨ, ਉਹ ਵੀ ਖੋਹ ਲਏ। ਦੁਪਹਿਰੇ 12 ਵਜੇ ਰਾਮ ਲਾਲ ਘਰ ਆਇਆ। ਭੁੱਜੇ ਘੱਟੇ ਮਿੱਟੀ ਵਿੱਚ ਸੁੱਤੀ ਹੋਈ ਭੈਣ ਨੂੰ ਵੇਖ ਕੇ ਉਸਨੂੰ ਖੁੜਕ ਗਈ ਕਿ ਭਾਵੇਂ ਅੱਜ ਫੇਰ ਵਿਚਾਰੀ ਨੂੰ ਚਾਚੀ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਹੈ। ਸੋਮਾ ਦੀਆਂ ਗੱਲਾਂ ਤੋਂ ਵਗੀਆਂ ਹੋਈਆਂ ਅੱਥਰੂਆਂ ਦੀਆਂ ਧਾਰੀਆਂ ਉਸਦੇ ਚਿਹਰੇ ਨੂੰ ਜੰਮੀ ਹੋਈ ਮੈਲ ਨੂੰ ਘੋਲ ਕੇ ਸਾਫ਼ ਲੀਕਾਂ ਪਾ ਗਈਆਂ ਸਨ। ਰਾਮ ਲਾਲ ਦੀਆਂ ਅੱਖਾਂ ਸੱਜਲ ਹੋ ਗਈਆਂ ਤੇ ਉਹਨਾਂ ਦੇ ਅੱਗੇ ਮੱਧਮ ਜਿਹਾ ਹਨੇਰਾ ਛਾ ਗਿਆ। ਉਸਦੇ ਆਪਣੇ ਦੁੱਖ ਸੋਮਾ ਦੇ ਫਿਕਰ ਹੇਠ ਨੱਪੇ ਗਏ। ਉਸਨੇ ਸੁੱਤੀ ਭੈਣ ਦਾ ਹੱਥ ਫੜ ਕੇ ਰੁਕਵੀਂ ਆਵਾਜ਼ ਵਿੱਚ ਕਿਹਾ, ਸੋਮਾ। ਭਰਾ ਦੀ ਆਵਾਜ਼ ਸੁਣ ਕੇ ਉਹ ਝੱਟ ਉੱਠ ਬੈਠੀ। ਉਸਨੇ ਚੁੰਨੀ ਦੇ ਲੜ ਨਾਲ ਮੂੰਹ ਪੂੰਝਿਆ। ਖੱਬੇ ਪਾਸਿਓਂ ਉਸਦਾ ਪੱਲਾ ਅੱਗੇ ਹੀ ਅੱਥਰੂਆਂ ਨਾਲ ਭਿੱਜਾ ਪਿਆ ਸੀ। ਇਸ ਨੂੰ ਰਾਮ ਲਾਲ ਨੇ ਗਹੁ ਨਾਲ ਵੇਖਿਆ। ਚੁੰਨੀ ਪਰਤ ਕੇ ਉਸਨੇ ਲੰਗਾਰ ਵਾਲਾ ਪਾਸਾ ਹੇਠਾਂ ਕੀਤਾ ਤੇ ਵਾਲ ਮੱਥੇ ਤੋਂ ਪਿਛਾਂਹ ਹਟਾ ਕੇ ਬੁੱਕਲ ਮਾਰੀ। ਰਾਮ ਲਾਲ ਨੇ ਪੁੱਛਿਆ, ਸੋਮਾ, ਕੀ ਗੱਲ ਸੀ? ਕੁਝ ਨਹੀਂ ਪਾ, ਮੈਂ ਤੇ ਇਸ ਤੋਂ ਅੱਗੇ ਉਹ ਸਿੱਧੜ ਕੁੜੀ ਕੋਈ ਝੂਠੀ ਕਹਾਣੀ ਨਾ ਘੜ ਸਕੀ। ਅੱਜ ਦੀ ਮਾਰ ਵਾਲੀ ਘਟਨਾ ਨੂੰ ਉਹ ਹਰ ਹੀਲੇ ਭਰਾ ਤੋਂ ਲੁਕਾਉਣਾ ਚਾਹੁੰਦੀ ਸੀ। ਉਸਨੂੰ ਪਤਾ ਸੀ ਕਿ ਉਹ ਰੋਟੀ ਖਾਣ ਆਇਆ ਹੈ,
ਪਰ ਉਸਦੀ ਵਿੱਥਿਆ ਸੁਣ ਕੇ ਉਹ ਭੁੱਖਾ ਹੀ ਮੁੜ ਜਾਵੇਗਾ ਤੇ ਸਾਰੀ ਦਿਹਾੜੀ ਭੁੱਖਾ ਰਹਿਣ ਕਰਕੇ ਰੋਟੀ ਦੀ ਥਾਂ ਮਾਲਕ ਦੀਆਂ ਝਿੜਕਾਂ ਖਾਏਗਾ। ਰਾਮ ਲਾਲ ਦਾ ਗਲਾ ਭਰ ਆਇਆ। ਮਾਰ ਪਈ ਸੀ? ਸੋਮਾ ਬਨੋਟੀ ਮੁਸਕਰਾਹਟ ਬੁੱਲ੍ਹਾਂ ਤੇ ਲਿਆਉਣ ਦਾ ਯਤਨ ਕਰਦੀ ਹੋਈ ਬੋਲੀ, ਨਹੀਂ ਭਾ, ਮਾਰਨਾ ਕਿਹਨੇ ਸੀ? ਰਾਮ ਲਾਲ ਅਜੇ ਹੀ ਉੱਤਰ ਦਾ ਲਾਹੇਵੰਦ ਸੀ। ਉਸਦਾ ਦਿਲ ਇਹੋ ਚਾਹੁੰਦਾ ਸੀ ਕਿ ਰੱਬ ਕਰੇ ਸੋਮਾ ਦੀ ਗੱਲ ਸੱਚੀ ਹੋਵੇ, ਉਸਨੂੰ ਮਾਰ ਨਾ ਪਈ ਹੋਵੇ। ਪਰ ਰੋਕਦਿਆਂ ਰੋਕਦਿਆਂ ਵੀ ਸੋਮਾ ਦਾ ਇੱਕ ਹਟਕੋਰਾ ਨਿਕਲ ਗਿਆ। ਉਸਨੂੰ ਸਾਰਾ ਮਾਮਲਾ ਸਮਝ ਆ ਗਿਆ। ਇਸ ਦੇ ਨਾਲ ਹੀ ਮੌਕੇ ਦੀ ਗਵਾਹੀ ਸੋਮਾ ਦੀਆਂ ਅੱਖਾਂ ਦੇ ਰਹੀਆਂ ਸਨ, ਨਾਲੇ ਗੱਲਾਂ ਤੇ ਉਂਗਲਾਂ ਦੇ ਨਿਸ਼ਾਨ। ਉਸ ਵੇਲੇ ਸੋਮਾ ਦਾ ਧਿਆਨ ਭਰਾ ਦੇ ਪੈਰ ਤੇ ਪਿਆ, ਜਿਸਦੀ ਅੱਡੀ ਵਿੱਚੋਂ ਪਰਲ ਪਰਲ ਲਹੂ ਵਗ ਰਿਹਾ ਸੀ। ਉਹ ਅੰਦਰੇ ਅੰਦਰ ਕੰਬ ਗਈ। ਸੋਮਾ ਦੇ ਪੁੱਛਣ ਤੇ ਰਾਮ ਲਾਲ ਨੇ ਦੱਸਿਆ, ਬਾਟੀਆਂ ਮਾਂਜਦਿਆਂ ਮਾਂਜਦਿਆਂ ਉਸਤਾਦ ਨੇ ਲੱਕੜਾਂ ਲੈਣ ਭੇਜਿਆ। ਲੱਕੜਾਂ ਚੁੱਕੀ ਆ ਰਿਹਾ ਸਾਂ ਤਾਂ ਜੋ ਪੈਰ ਵਿੱਚ ਬੋਤਲ ਦੀ ਸ਼ੀਸ਼ੀ ਚੁੱਭ ਗਈ। ਸੋਮਾ ਨੂੰ ਆਪਣਾ ਦੁੱਖ ਭੁੱਲ ਗਿਆ। ਉਸਨੇ ਉਠਾ ਕੇ ਭਰਾ ਦਾ ਫੱਟ ਧੋਤਾ ਤੇ ਫਿਰ ਚੁੰਨੀ ਨਾਲ ਲੀਰ ਪਾੜ ਕੇ ਉਸਨੂੰ ਘੁੱਟ ਕੇ ਬੰਨ੍ਹ ਦਿੱਤਾ। ਦੂਜੇ ਦਿਨ ਵੱਡੇ ਵੇਲੇ ਹੀ ਸੋਮਾ ਦੀ ਚਾਚੀ ਆਪਣੇ ਭਰਾ ਨੂੰ, ਜਿਹੜਾ ਕਿਸੇ ਦੂਸਰੇ ਮਹੱਲੇ ਵਿੱਚ ਰਹਿੰਦਾ ਸੀ, ਰੱਖੜੀ ਬੰਨ੍ਹਣ ਚਲੀ ਗਈ। ਸੋਮਾ ਨੂੰ ਚੰਗਾ ਮੌਕਾ ਮਿਲ ਗਿਆ। ਉਸਨੇ ਮੰਜੇ ਨਾਲੋਂ ਸੀਵੀਂ ਦੀ ਰੱਸੀ ਤੋੜੀ, ਫਿਰ ਚਾਚੀ ਦੇ ਇੱਕ ਪਾਸੇ ਪਾਟੇ ਹੋਏ ਪੋਛਣ ਨਾਲੋਂ ਤਿੱਲੇ ਦੀਆਂ ਕੁਝ ਤਾਰਾਂ ਲਾ ਕੇ ਉਸ ਉੱਤੇ ਵੱਲ ਦਿੱਤੀਆਂ। ਫਿਰ ਫੁੰਮਣ ਬਣਾਉਣ ਲਈ ਉਸਨੂੰ ਕੋਈ ਚੀਜ਼ ਨਹੀਂ ਸੀ ਲੱਭਦੀ। ਸੋਚਦਿਆਂ ਸੋਚਦਿਆਂ ਉਸਨੂੰ ਚੇਤਾ ਆ ਗਿਆ, ਉਸਦੀ ਗੁੱਤ ਵਿੱਚ ਲਾਲ ਪਸ਼ਮ ਦਾ ਧਾਗਾ ਸੀ। ਗੁੱਤ ਖੋਲ੍ਹ ਕੇ ਉਸਨੇ ਧਾਗਾ ਕੱਢਿਆ, ਉਸਨੂੰ ਸਾਬਣ ਨਾਲ ਧੋ ਕੇ ਸੁਕਾਇਆ ਤੇ ਫਿਰ ਕੈਂਚੀ ਨਾਲ ਉਸਦੀਆਂ ਫੁੰਮਣੀਆਂ ਕੱਟ ਕੇ ਤੇ ਜੋੜ ਜਾੜ ਕੇ ਇੱਕ ਸਿੱਧ ਪੱਧਰੀ ਜਿਹੀ ਰੱਖੜੀ ਬਣਾ ਲਈ। ਵੱਡੇ ਵੇਲੇ ਸਵੇਰੇ ਉਹ ਭਰਾ ਨੂੰ ਰੱਖੜੀ ਨਾ ਬੰਨ੍ਹ ਸਕੀ, ਕਿਉਂਕਿ ਰਾਮ ਲਾਲ ਪ੍ਰਭਾਤ ਵੇਲੇ ਹੀ ਕੰਮ ਤੇ ਚਲਾ ਗਿਆ ਸੀ। ਸੋਮਾ ਨੇ ਪਾਣੀ ਦੀ ਬਾਲਟੀ ਭਰ ਰੱਖੀ ਤਾਂ ਜੋ 12 ਵਜੇ ਭਰਾ ਨੂੰ ਨਹਾ ਕੇ ਸੁੱਚੇ ਮੂੰਹ ਰੱਖੜੀ ਬੰਨੇਗੀ। ਰਾਮ ਲਾਲ ਨੇ ਪਾਟੀਆਂ ਬਾਹਾਂ ਵਾਲਾ ਝੱਗਾ ਲਾਇਆ। ਰੁਮਾਲੀ ਉਸਦੇ ਤੇੜ ਬੱਧੀ ਹੋਈ ਸੀ। ਸਿਰ ਤੇ ਲੱਤਾਂ ਤਾਂ ਉਸਦੀਆਂ ਹੁਨਾਲ ਸਿਆਲ ਨੰਗੀਆਂ ਹੀ ਰਹਿੰਦੀਆਂ ਸਨ। ਸੋਮਾ ਕੱਪੜੇ ਧੋਣ ਵਾਲੇ ਸਾਬਣ ਦੀ ਚਾਕੀ ਲਿਆ ਕੇ ਬੋਲੀ, ਭਾ ਤੂੰ ਬਹਿ ਜਾ, ਮੈਂ ਤੈਨੂੰ ਨੁਆਨੀ ਆਂ। ਗੋਡਿਆਂ ਤੋਂ ਪੈਰਾਂ ਦੀ ਮੈਲ ਲਾਹੁੰਦਿਆਂ ਉਸਨੂੰ ਚੋਖਾ ਚਿਰ ਲੱਗ ਗਿਆ। ਉਸਨੂੰ ਇਹ ਵੀ ਡਰ ਸੀ ਕਿ ਜੂ ਕਿਤੇ ਵੀਰ ਦਾ ਪੈਰ ਨਾ ਦੁਖ ਜਾਵੇ ਜਾਂ ਚਾਚੀ ਨਾ ਆ ਜਾਏ। ਇਹੋ ਕੰਮੋਂ ਵਿਹਲੀ ਹੋ ਕੇ ਸੋਮਾ ਨੇ ਝੱਟ-ਪੱਟ ਉਸਦਾ ਝੱਗਾ ਫੁਲਕਿਆ ਤੇ ਕੋਠੇ ਜਾ ਕੇ ਸੁੱਕਣੇ ਪਾ ਆਈ। ਪਰ ਚਿਰ ਹੋ ਜਾਣ ਦੇ ਡਰ ਤੋਂ ਉਸਨੇ ਸਿੱਲਾ ਹੀ ਲਿਆ ਦਿੱਤਾ। ਉਹ ਅੰਦਰੋਂ ਰੱਖੜੀ ਚੁੱਕ ਲਿਆਈ। ਰਾਮ ਲਾਲ ਨੇ ਸੱਜੀ ਬਾਂਹ ਅੱਗੇ ਕੀਤੀ। ਸੋਮਾ ਨੇ ਰੱਖੜੀ ਵਾਲਾ ਹੱਥ ਵਧਾਇਆ, ਪਰ ਝੱਟ ਹੀ ਦੋਹਾਂ ਨੇ ਆਪਣਾ ਹੱਥ ਖਿੱਚ ਲਿਆ। ਆ ਰਤਾ ਠਹਿਰ ਜਾ, ਕਹਿ ਕੇ ਸੋਮਾ ਅੰਦਰ ਰਸੋਈ ਵਿੱਚ ਚਲੀ ਗਈ। ਸੋਮਾ, ਮੈਂ ਹੁਣੇ ਆਇਆ, ਕਹਿ ਕੇ ਰਾਮ ਲਾਲ ਹੇਠਾਂ ਉਤਰ ਗਿਆ। ਰਾਮ ਲਾਲ ਨੇ ਉਸਤਾਦ ਪਾਸੋਂ ਜਾ ਕੇ ਇੱਕ ਚੁਆਨੀ ਮੰਗੀ। ਰੂਪ ਹਲਵਾਈ ਬੋਲਿਆ, ਤੇਰਾ ਚਾਚਾ ਪਿਛਲੇ ਮਹੀਨੇ ਦੇ 3 ਰੁਪਏ ਕੱਲ੍ਹ ਲੈ ਗਿਆ ਏ ਤੇ ਕਹਿ ਗਿਆ ਏ ਕਿ ਮੁੰਡੇ ਨੂੰ ਕੋਈ ਪੈਸਾ ਨਾ ਦਿਆ ਕਰੋ। ਰਾਮ ਲਾਲ ਨੇ ਬਥੇਰੇ ਤਰਲੇ ਮਿੰਨਤਾਂ ਕੀਤੀਆਂ, ਪਰ ਭੈਣ ਦੀ ਤਲੀ ਤੇ ਧਰਨ ਲਈ ਉਸ ਕੋਲ ਇੱਕ ਚੁਆਨੀ ਵੀ ਨਹੀਂ ਸੀ। ਉਹ ਇਸੇ ਸ਼ਰਮ ਨਾਲ ਮਾਰਿਆ ਦੁਪਹਿਰੇ ਰੋਟੀ ਖਾਣ ਨਾ ਗਿਆ। ਸਾਰੀ ਦਿਹਾੜੀ ਭੁੱਖਾ ਰਿਹਾ। ਉੱਧਰ ਸੋਮਾ ਨੇ ਘਰ ਵਿੱਚ ਬੜੀ ਫੋਲਾ-ਫਾਲੀ ਕੀਤੀ, ਪਰ ਉਸਨੂੰ ਭਰਾ ਦਾ ਮੂੰਹ ਮਿੱਠਾ ਕਰਾਉਣ ਲਈ ਕੋਈ ਚੀਜ਼ ਨਾ ਲੱਭੀ, ਕਿਉਂਕਿ ਸਭ ਕੁਝ ਚਾਚੀ ਦੇ ਜਿੰਦਰੇ ਵਿੱਚ ਰਹਿੰਦਾ ਸੀ। ਉਹ ਹੇਠਾਂ ਉਤਰ ਕੇ ਪਰਸੀਨੋ ਦੇ ਘਰ ਗਈ ਤੇ ਉਸਨੂੰ ਆਖਣ ਲੱਗੀ, ਭੈਣ, ਮੈਨੂੰ ਇੱਕ ਧੇਲਾ ਉਧਾਰ ਦੇ, ਮੈਂ ਤੇਰੇ ਲਹੁਦੇ ਪਹਿਰ ਦੇ ਦਿਆਂਗੀ। ਧੇਲਾ ਲੈ ਕੇ ਉਹ ਬਾਜ਼ਾਰ ਮਿਸ਼ਰੀ ਲੈਣ ਗਈ, ਪਰ ਹਟਵਾਣੀਏ ਨੇ ਧੇਲੇ ਦੀ ਮਿਸ਼ਰੀ ਨਾ ਦਿੱਤੀ, ਛੇਕੜ ਗੁੜ ਹੀ ਲੈ ਆਈ। ਸੋਮਾ ਸਾਰਾ ਦਿਨ ਭਰਾ ਦੀ ਉਡੀਕ ਵਿੱਚ ਸੁੱਚੇ ਮੂੰਹ ਬੈਠੀ ਰਹੀ, ਪਰ ਉਹ ਨਾ ਆਇਆ। ਡੇਢ ਰਾਤ ਗਈ। ਰਾਮ ਲਾਲ ਨੇ ਉਗਲਾਂਦਿਆਂ ਹੋਇਆਂ ਹੱਟੀ ਵਧਾਈ ਤੇ ਘਰ ਆਇਆ। ਸੋਮਾ ਅਜੇ ਤੱਕ ਬੈਠੀ ਉਡੀਕ ਰਹੀ ਸੀ। ਉਹ ਪਿਆਰ ਰਲਵੇਂ ਗੁੱਸੇ ਨਾਲ ਸੋਮਾ ਵੱਲ ਤੱਕ ਕੇ ਬੋਲਿਆ, ਸੋਮਾ, ਅਜੇ ਤੂੰ ਸੁੱਤੀ ਨਹੀਂ? ਅੱਧੀ ਰਾਤ ਹੋਣ ਲੱਗੀ ਉੱਤੋਂ। ਉਹ ਲਾਡ ਨਾਲ ਬੋਲੀ, ਭਾ, ਤੂੰ ਜੋ ਸਵੇਰ ਦਾ ਗਿਆ ਹੁਣ ਪਿਆ ਆਉਣਾ ਏ, ਤੈਨੂੰ ਚੇਤਾ ਭੁੱਲ ਗਿਆ ਸੀ? ਮੈਂ ਤੈਨੂੰ ਸੁੱਚੇ ਮੂੰਹ ਰੱਖੜੀ ਬੰਨ੍ਹਣੀ ਸੀ ਤੇ ਨਾਲੇ ਰੋਟੀ ਖਾਣ ਵੀ ਨਹੀਂ ਸੀ ਆਉਣਾ। ਹੈਂ, ਤੇ ਤੂੰ ਹੁਣ ਤੀਕ ਰੋਟੀ ਨਹੀਂ ਖਾਧੀ? ਸੋਮਾ ਕੁਝ ਨਹੀਂ ਬੋਲੀ। ਇਸ ਤੋਂ ਬਾਅਦ ਝੱਟ-ਪੱਟ ਸੋਮਾ ਨੇ ਕੰਨਿਓ ਗੁੜ ਖੋਲ੍ਹ ਕੇ ਉਸ ਵਿੱਚੋਂ ਜ਼ਰਾ ਕੁ ਲੈ ਕੇ ਭਰਾ ਦੇ ਮੂੰਹ ਵਿੱਚ ਪਾਇਆ ਤੇ ਰੱਖੜੀ ਉਸਨੂੰ ਬੰਨ੍ਹ ਦਿੱਤੀ। ਜਿਸ ਵੇਲੇ ਉਹ ਪਿਆਰ ਵਿੱਚ ਉਮਲਦੇ ਦਿਲ ਨਾਲ ਚਾਈਂ-ਚਾਈਂ ਰੱਖੜੀ ਦੀ ਘੂਟੀ ਵਿੱਚੋਂ ਦੂਸਰਾ ਸਿਰਾ ਲੰਘਾ ਕੇ ਗੰਢ ਦੇ ਰਹੀ ਸੀ, ਉਸੇ ਵੇਲੇ ਰਾਮ ਲਾਲ ਦੇ ਦਿਲ ਵਿੱਚ ਅਰਮਾਨਾਂ ਦੇ ਤੂਫਾਨ ਉੱਠ ਰਹੇ ਸਨ। ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਸਿਮ ਰਹੇ ਸਨ। ਉਸ ਨੂੰ ਰਹਿ-ਰਹਿ ਕੇ ਖਿਆਲ ਸਤਾ ਰਿਹਾ ਸੀ, ਇਸ ਰੱਖੜੀ ਦੇ ਬਦਲੇ ਮੈਂ ਆਪਣੀ ਸੁੱਖੇ ਲੱਦੀ ਭੈਣ ਦੀ ਤਲੀ ਤੇ ਇੱਕ ਪੈਸਾ ਵੀ ਨਹੀਂ ਰੱਖ ਸਕਦਾ।
ਮੈਨੂੰ ਤੇ ਮੇਰੇ ਜਿਉਣ ਨੂੰ ਲਾਹਨਤ ਹੈ। ਭੈਣ ਦੀ ਖੁਸ਼ੀ ਨਾਲ ਛਲਕ ਰਹੇ ਦਿਲ ਉੱਤੇ ਇੱਕ ਹੋਰ ਸੱਟ ਨਾ ਵੱਜੇ, ਇਹ ਸੋਚ ਕੇ ਉਸਨੇ ਮੱਥੇ ਦਾ ਮੁੜਕਾ ਪੂੰਝਣ ਬਹਾਨੇ ਅੱਖਾਂ ਪੂੰਝ ਲਈਆਂ। ਸੋਮਾ ਰੱਖੜੀ ਬੰਨ੍ਹ ਚੁੱਕੀ ਸੀ, ਉਸਦੇ ਚਿਹਰੇ ਤੇ ਅਨੋਖੀ ਖੁਸ਼ੀ ਝਲਕ ਰਹੀ ਸੀ। ਰਾਮ ਲਾਲ ਨੇ ਉਸਨੂੰ ਕੁਝ ਕਹਿਣ ਲਈ 2-3 ਵਾਰੀ ਕੋਸ਼ਿਸ਼ ਕੀਤੀ, ਪਰ ਉਸਦੀ ਜ਼ਬਾਨ ਨਾ ਖੁੱਲੀ। ਅੰਤ ਜੇ ਉਸਦੀ ਜ਼ਬਾਨ ਖੁੱਲੀ ਸੀ ਤਾਂ ਗਲਾ ਬੰਦ ਹੋ ਗਿਆ। ਬੜੀ ਮੁਸ਼ਕਲ ਨਾਲ ਆਪਣੇ ਚਿਹਰੇ ਤੇ ਹਾਸਾ ਲਿਆ ਕੇ ਇਤਨਾ ਹੀ ਕਹਿ ਸਕਿਆ, ਸੋਮਾ, ਮੈਂ ਤੈਨੂੰ ਕੀ ਦਿਆਂ, ਮੇਰੇ ਕੋਲ ਤੇ ਕੁਝ ਵੀ ਨਹੀਂ। ਤੇ ਉਸਨੇ ਆਪਣੀ ਚੀਚੀ ਉਂਗਲ ਵਿੱਚੋਂ ਲੋਹੇ ਦੀ ਮੁੰਦਰੀ ਲਾਹ ਕੇ ਉਸਦੇ ਹਵਾਲੇ ਕਰਦਿਆਂ ਹੋਇਆਂ ਕਿਹਾ, ਲੈ ਇਹ ਆਪਣੇ ਕੋਲ ਗਹਿਣੇ ਰੱਖ ਲੈ। ਇਸ ਦੇ ਨਾਲ ਹੀ ਅੰਦਰੋਂ ਉਬਾਲ ਨੂੰ ਰੋਕ ਰੱਖਣ ਵਾਲੀ ਉਸਦੀ ਸ਼ਕਤੀ ਬੇਕਾਰ ਹੋ ਗਈ। ਉਹਦੇ ਹੰਝੂ ਬੇਕਾਬੂ ਹੋ ਗਏ। ਨਿਰਬਲ ਤੋਂ ਨਿਰਬਲ ਆਦਮੀ ਵੀ ਦੂਸਰੇ ਨੂੰ ਦਿਲ ਛੱਡਦਿਆਂ ਵੇਖ ਹੌਸਲੇ ਵਿੱਚ ਆ ਜਾਂਦਾ ਹੈ। ਸੋਮਾ ਦੀ ਮਾਣੋ ਕਾਇਆ ਪਲਟ ਗਈ। ਉਹ ਰਾਮ ਲਾਲ ਦੇ ਅਥਰੂਆਂ ਨੂੰ ਆਪਣੇ ਪੱਲੇ ਨਾ ਪੂੰਝਦੀ ਹੋਈ ਬੋਲੀ, ਭਾ ਤੂੰ ਕਿਉਂ ਰੋਵੇਂ ਸੁੱਖੀ ਸਾਂਦੀ, ਤੇਰੇ ਹੁੰਦਿਆਂ ਮੈਨੂੰ ਕਿਹੜੀ ਚੀਜ਼ ਦੀ ਥੋੜੇ। ਨਾ ਰੋ ਮੇਰਾ ਵੀਰ, ਮੈਂ ਸਦਕੇ ਕੀਤੀ। ਇੱਥੇ ਤੱਕ ਪਹੁੰਚ ਕੇ ਸੋਮਾ ਦੀ ਆਵਾਜ਼ ਰੁਕ ਗਈ, ਪਰ ਫਿਰ ਵੀ ਉਸਨੇ ਆਪਣੇ ਅਥਰੂ ਨਾ ਡਿੱਗਣ ਦਿੱਤਾ। ਉਹ ਜਾਣਦੀ ਸੀ ਕਿ ਭਰਾ ਨੂੰ ਇਸ ਨਾਲ ਹੋਰ ਦੁੱਖ ਹੋਏਗਾ। ਰਾਮ ਲਾਲ ਰੱਖੜੀ ਨੂੰ ਧਿਆਨ ਨਾਲ ਵੇਖ ਕੇ ਬੋਲਿਆ, ਸੋਮਾ, ਰੱਖੜੀ ਤੂੰ ਆਪ ਬਣਾਈ ਜਾਪਦੀ ਏ, ਤੈਨੂੰ ਵੀ ਪੈਸੇ ਨਹੀਂ ਸੀ ਲੱਭਾ। ਹੁਣ ਸੋਮਾ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ। ਉਸਨੇ ਕੱਲ ਵਾਲੀ ਸਾਰੀ ਗੱਲ ਉਸਨੂੰ ਸੁਣਾ ਦਿੱਤੀ, ਚੋਰੀ ਦੀ ਕਰਤੂਤ ਦੀ। ਪਰ ਨਿਰਕਰਮਨ ਨੂੰ ਪਤਾ ਨਹੀਂ ਸੀ ਕਿ ਚਾਚੀ ਪੌੜੀਆਂ ਵਿੱਚ ਖੜੀ ਸਾਰੀਆਂ ਗੱਲਾਂ ਸੁਣ ਰਹੀ ਹੈ। ਬਿੰਦਰੋਂ ਹੋਰ ਨਾ ਜਰ ਸਕੀ ਤੇ ਸਾਹਮਣੇ ਆ ਕੇ ਬੋਲੀ, ਕਿਉਂ ਨੀ ਕਲੈਣੀਏ, ਕਿਹੜਾ ਮੈਂ ਤੇਰੇ ਪਿਓ ਦੀ ਖੱਟੀ ਦੇ ਪੈਸੇ ਲਏ ਸਨ ਨੀ। ਰਾਮ ਲਾਲ, ਤੇ ਤੂੰ ਇਹ ਨਾ ਜਿਹੜਾ ਸਾਹਣ, ਤੂੰ ਇੱਕ ਅੱਗ ਦਾ ਪਲੀਤਾ ਵੇਂ। ਮਰ ਜਾਓ ਤੁਸੀਂ ਰੱਬ ਕਰਕੇ, ਤੁਹਾਥੋਂ ਮੈਨੂੰ ਇਹੋ ਨਫਾ ਮਿਲਣਾ ਸੀ ਗੋਲੀ ਜੋਗਿਓ। ਇਸੇ ਲਈ ਤੁਹਾਨੂੰ ਏਡਾ ਕੀਤਾ ਏ। ਮੂੰਹ ਵਿੱਚ ਦੰਦ ਨਹੀਂ ਸਾਂ ਜੋ ਔਂਤਰੇ ਨਖੱਤਰੇ ਜੰਮ ਕੇ ਸੁੱਟ ਗਈ ਸਾਂ ਜੇ। ਅੱਜ ਤੁਹਾਨੂੰ ਟਕੇ ਦੀਆਂ ਗੱਲਾਂ ਆ ਗਈਆਂ ਨੇ। ਜੰਮਦੀਆਂ ਸੂਲਾਂ ਦੇ ਵਿੱਚੋਂ ਹੀ ਕੰਬਦਿਆਂ ਰਾਮ ਲਾਲ ਬੋਲਿਆ, ਪਰ ਚਾਚੀ ਜੀ, ਅਸੀਂ ਤੁਹਾਨੂੰ ਤੇ ਕੁਝ ਨਹੀਂ ਆਖਿਆ, ਤੁਸੀਂ ਤੇ ਐਵੇਂ ਹੀ ਖਪਦੇ ਰਹਿੰਦੇ ਹੋ। ਮੈਂ ਤੇ ਉਂਝ ਕਿਹਾ ਸੀ ਪਈ ਮੇਰੇ ਕੋਲ ਸੋਮਾ ਤੈਨੂੰ ਦੇਣ ਜੋਗਾ ਕੁਝ ਨਹੀਂ, ਤੇ ਉਸ ਅੱਗੋਂ ਕਹਿ ਦਿੱਤਾ। ਬਿੰਦਰੋਂ ਗੁੱਸੇ ਨਾਲ ਉਸਦੀ ਗੱਲ ਟੁੱਕ ਕੇ ਬੋਲੀ, ਤੇਰੇ ਕੋਲ ਕੁਝ ਨਹੀਂ ਤੇ ਐਵੇਂ ਕਿਉਂ ਆਕੜੇ ਫਿਰਨਾ ਵੇ। ਏਡਾ ਹੇਜ ਆਉਂਦਾ ਏ ਤਾਂ ਜਾ ਕੇ ਵੱਖਰੇ ਧੌਲਰ ਪੁਆ ਦੇ ਸੂ ਨਾ ਵੱਡੀ ਲੜੀਕੋ ਨੂੰ। ਬਿਗਾਨਿਆਂ ਖਾ ਕੇ ਹੀ ਡਕਾਰ ਮਾਰਨੇ ਸੁਖਾਲੇ ਹੁੰਦੇ ਨੇ। ਪਤਾ ਤੁਹਾਨੂੰ ਲੱਗਦਾ ਏ ਜਿਹਨੂੰ ਹੱਡ ਭੰਨ ਕੇ ਕਮਾਣਾ ਪੈਂਦਾ ਏ। ਸੋਮਾ ਇਸ ਵੇਲੇ ਬਾਂਦਰੀ ਦੇ ਬੱਚੇ ਵਾਂਗ ਭਰਾ ਨਾਲ ਚਿੰਬੜੀ ਹੋਈ ਸੀ ਤੇ ਰਾਮ ਲਾਲ ਉਸਦੇ ਸਿਰ ਨੂੰ ਬਾਂਹ ਵਿੱਚ ਲੈ ਕੇ ਖੜਾ ਕੰਬ ਰਿਹਾ ਸੀ। ਉਹ ਬੋਲਿਆ, ਚਾਚੀ ਜੀ, ਮੈਂ ਤੇ ਜਦੋਂ ਦੀ ਹੋਸ਼ ਸੰਭਾਲੀ ਏ ਇੱਕ ਦਿਨ ਵੀ ਵੇਲੀਆਂ ਨਹੀਂ ਖਾਧੀਆਂ। ਸਾਰਾ ਦਿਨ ਦਿਹਾੜੀ ਹਲਵਾਈ ਦੀ ਭੱਠੀ ਅੱਗੇ ਝੁਕਿਆ ਰਹਿਣਾ ਵਾਂ। ਝੁਕਣਾ ਰਹਿਣਾ ਏ ਤੇ ਮੇਰੇ ਤੇ ਹਸਾਨ ਕਰਨਾ ਏ। ਤੇਰੀਆਂ 3 ਰੁਪਇਆਂ ਨਾਲ ਹੀ ਸਾਰੀਆਂ ਗੱਡਾਂ ਲੱਦੀਆਂ ਦੀਆਂ ਨੇ ਕੀ, ਤੇ ਨਾਲੇ ਤੁਹਾਡੇ ਦੋਹਾਂ ਦੇ ਤੰਬੂਰ ਭਰਦੇ ਹੋਣੇ ਨੇ। ਰਾਮ ਲਾਲ ਨੇ ਝਿਜਕਦਿਆਂ ਆਖ ਹੀ ਦਿੱਤਾ, ਤੇ ਉਹ ਜਿਹੜਾ ਭਾਈਆ 2000 ਛੱਡ ਗਿਆ ਸੀ, ਉਹ ਕਿੱਥੇ ਨੇ। ਸੁਆਹ ਤੇ ਮਿੱਟੀ ਦੇ ਬੁੱਕ ਛੱਡ ਗਿਆ ਸੀ। ਮਰ ਜਾਣਿਆ, ਜਵਾਨ ਖਿੱਚ ਲਊਂਗੀ ਜੇ ਲੁਤਰ ਕਰੇਗਾ ਤੇ। ਕਿਹੜੇ ਮੈਨੂੰ 2000 ਬੰਨ ਗਿਆ ਸਾਈਂ ਵੇ ਟੁੱਟ ਪੈਣਿਆ, ਦੱਸ ਤੇ ਸਹੀ ਜ਼ਰਾ। ਰਾਮ ਲਾਲ ਹੋਰ ਕੁਝ ਕਹਿਣ ਹੀ ਲੱਗਾ ਸੀ ਕਿ ਰੋਂਦੀ ਸੋਮਾ ਨੇ ਉਸਦਾ ਹੱਥ ਘੁੱਟ ਕੇ ਇਸ਼ਾਰੇ ਨਾਲ ਉਸਨੂੰ ਬੋਲਣ ਤੋਂ ਰੋਕ ਦਿੱਤਾ। ਬਿੰਦਰੋਂ ਖਪਦੀ ਖਿਝਦੀ ਚਲੀ ਗਈ ਤੇ ਇਹ ਦੋਵੇਂ ਭੈਣ ਭਰਾ ਬਿਨਾਂ ਕੁਝ ਖਾਧੇ ਪੀਤਿਆਂ ਹੀ ਸੌਂ ਗਏ। ਅੱਜ ਦੀ ਰਾਤ ਸੋਮਾ ਲਈ ਵਰ੍ਹੇ ਦੀ ਹੋ ਗਈ। ਪਲ ਪਿੱਛੋਂ ਉਸਨੂੰ ਇਹ ਖਿਆਲ ਸਤਾਉਂਦਾ ਕਿ ਵੀਰ ਅੱਠਾਂ ਪੈਰਾਂ ਤੋਂ ਭੁੱਖਾ ਹੈ। ਉਹ ਘੜੀ ਮੁੜੀ ਉੱਠ ਕੇ ਬੈਠ ਜਾਂਦੀ, ਪਰ ਫਿਰ ਇਹ ਸੋਚ ਕੇ ਚਾਚੀ ਤਾਂ ਰਸੋਈ ਨੂੰ ਜਿੰਦਰਾ ਮਾਰ ਗਈ ਹੈ, ਲਹੂ ਦਾ ਘੁੱਟ ਭਰ ਕੇ ਲੰਮੀ ਪੈ ਜਾਂਦੀ ਸੀ। ਉਧਰ ਰਾਮ ਲਾਲ ਦਾ ਵੀ ਇਹੋ ਹਾਲ ਸੀ। ਉਹ ਕਿਸੇ ਹੋਰ ਦੀ ਵਹਿਣ ਵਿੱਚ ਰੁੜਿਆ ਜਾ ਰਿਹਾ ਸੀ। ਪ੍ਰਭਾਤ ਵੇਲੇ ਰਾਮ ਲਾਲ ਉੱਠਿਆ। ਚਾਨਣ ਦੀ ਚਾਨਣੀ ਵਿੱਚ ਭੈਣ ਦੇ ਚਮਕ ਰਹੇ ਭੋਲੇ ਚਿਹਰੇ ਨੂੰ ਉਹ ਕਿੰਨਾ ਹੀ ਚਿਰ ਆਪਣੇ ਸਿਰਹਾਣੇ ਖੜੋਤਾ ਵੇਖਦਾ ਰਿਹਾ। ਉਸਨੇ ਇੱਕ ਵਾਰੀ ਹੱਥ ਵਾਲੀ ਰੱਖੜੀ ਵੱਲ ਡਿੱਠਾ, ਫਿਰ ਸੋਮਾ ਦੀ ਉਂਗਲੀ ਵਿੱਚ ਪਈ ਹੋਈ ਲੋਹੇ ਦੀ ਮੁੰਦਰੀ ਵੱਲ। ਉਸਨੇ ਇੱਕ ਠੰਡਾ ਸਾਹ ਭਰਿਆ ਤੇ ਪੌੜੀਆਂ ਦੇ ਮੋੜ ਤੇ ਜਾ ਕੇ ਇੱਕ ਵਾਰੀ ਫਿਰ ਸੋਮਾ ਵੱਲ ਤੱਕਿਆ, ਫਿਰ ਹੇਠਾਂ ਉਤਰ ਗਿਆ।
ਦਿਨਾਂ ਬਾਅਦ ਮਹੀਨੇ ਤੇ ਮਹੀਨਿਆਂ ਬਾਅਦ ਵਰ੍ਹੇ ਬੀਤਣ ਲੱਗੇ। ਸੋਮਾ ਬਥੇਰੇ ਦਿਨ ਰੋਈ ਕੁਰਲਾਈ, ਪਰ ਉਸਦਾ ਵੀਰ ਨਾ ਮੁੜਿਆ, ਨਾ ਹੀ ਉਸਦੀ ਕੋਈ ਉੱਗ ਸੁੱਗ ਮਿਲੀ। ਇਹਨਾਂ 3 ਵਰ੍ਹਿਆਂ ਦੇ ਸਮੇਂ ਵਿੱਚ ਕਈ ਰੰਗ ਪਲਟੇ। ਸੋਮਾ ਵਿਆਹੀ ਜਾ ਚੁੱਕੀ ਸੀ। ਸਹੁਰੇ ਘਰ ਜਾ ਕੇ ਉਸਦੇ ਭਾਗ ਦਾ ਸਿਤਾਰਾ ਖੂਬ ਚਮਕਿਆ। ਉਸਨੂੰ ਜੇ ਕੋਈ ਥੋੜ ਸੀ ਤਾਂ ਵਿਛੜੇ ਹੋਏ ਵੀਰ ਦੀ। ਇੱਧਰ ਉਸਦਾ ਚਾਚਾ ਨਿੱਤ ਦੇ ਪੈ ਰਹੇ ਘਾਟਿਆਂ ਨੂੰ ਸਹਾਰ ਕੇ ਅੰਤ ਧੂਏ ਦਾ ਮਲੰਗ ਹੋ ਬੈਠਾ। ਇੱਥੋਂ ਤੱਕ ਰੋਟੀਓਂ ਵੀ ਆਤਰ ਹੋ ਗਿਆ। ਬਿੰਦਰੋ ਵਿੱਚ ਹੁਣ ਪਹਿਲੀ ਪੈਂਠ ਨਹੀਂ ਸੀ। ਹੁਣ ਉਹ ਬੜੀ ਵਿਚਾਰੀ ਜਿਹੀ ਜਾਪਦੀ ਸੀ। ਐਤਕੀਂ ਪੇਕੇ ਆਉਣ ਪਰ ਸੋਮਾ ਨੇ ਡਿੱਠਾ ਕਿ ਉਸਦੀ ਚਾਚੀ ਉਸਨੂੰ ਹੱਦੋਂ ਵੱਧ ਪਿਆਰ ਕਰਦੀ ਸੀ। ਵਿਆਹ ਤੋਂ ਬਾਅਦ ਜਦ ਉਹ ਭਰਾ ਨੂੰ ਯਾਦ ਕਰਕੇ ਰੋਂਦੀ ਹੁੰਦੀ ਸੀ ਤਾਂ ਬਿੰਦਰੋ ਉਸਦੇ ਪੱਛਾਂ ਤੇ ਲੂਣ ਛਿੜਕਿਆ ਕਰਦੀ ਸੀ। ਪਰ ਹੁਣ ਉਹ ਸੋਮਾ ਦੀਆਂ ਅੱਖਾਂ ਆਪਣੇ ਪੋਛਣ ਦੀ ਕੰਨੀ ਨਾਲ ਪੂੰਝਦੀ ਸੀ। ਅੱਜ ਫਿਰ ਰੱਖੜੀ ਦਾ ਤਿਉਹਾਰ ਸੀ। ਸੋਮਾ ਹਰ ਸਾਲ ਇਸ ਦਿਨ ਵੀਰ ਲਈ ਰੱਖੜੀ ਬਣਾਉਂਦੀ ਤੇ ਬਣਾ ਕੇ ਟਰੰਕ ਵਿੱਚ ਸਾਂਭ ਛੱਡਦੀ ਸੀ। ਪਹਿਲੇ ਸਾਲ ਉਸਨੇ ਪੱਛਮ ਦੀ ਰੱਖੜੀ ਬਣਾਈ ਸੀ, ਦੂਜੇ ਸਾਲ ਪੱਟ ਦੀ, ਪਰ ਐਤਕੀਂ ਉਸਨੇ ਨਿਰੋਲ ਸੁੱਚੇ ਤਿੱਲੇ ਦੀ ਤਿਆਰ ਕੀਤੀ। ਅੱਜ ਸਾਰਾ ਦਿਨ ਉਹ ਰੱਖੜੀ ਨੂੰ ਝੋਲੀ ਵਿੱਚ ਪਾ ਕੇ ਰੋਂਦੀ ਰਹੀ। ਚਾਚੀ ਦੇ 100 ਯਤਨ ਕਰਨ ਤੇ ਵੀ ਉਸਨੂੰ ਅੰਨ ਪਾਣੀ ਮੂੰਹ ਨਾ ਲਾਇਆ। ਸੰਧਿਆ ਵੇਲਾ ਹੋ ਗਿਆ। ਲੈਂਪ ਜਗਾ ਕੇ ਸੋਮਾ ਨੇ ਬੂਹੇ ਦੇ ਨਾਲ ਵਾਲੀ ਕਿੱਲੀ ਤੇ ਟੰਗਿਆ। ਆਪ ਅੰਦਰ ਜਾ ਕੇ ਬੂਹੇ ਵੱਲ ਪਿੱਠ ਕਰਕੇ ਬੈਠ ਗਈ। ਫਿਰ ਉਸਨੇ ਮਿਠਾਈਆਂ ਵਾਲਾ ਥਾਲ ਸਰਕਾ ਕੇ ਮੰਜੇ ਹੇਠਾਂ ਰੱਖ ਦਿੱਤਾ ਤੇ ਅੱਥਰੂਆਂ ਨਾਲ ਮੂੰਹ ਭਿਉਂਦੀ ਹੋਈ ਨੇ ਟਰੰਕ ਦਾ ਢੱਕਣ ਖੋਲ੍ਹਿਆ। ਉਸ ਵਿੱਚੋਂ ਚਾਂਦੀ ਦੀ ਡੱਬੀ ਕੱਢੀ ਤੇ ਉਸ ਵਿੱਚ ਦੋਹਾਂ ਦੇ ਉੱਤੇ ਇਹ ਤੀਜੀ ਰੱਖੜੀ ਟਿਕਾ ਦਿੱਤੀ। ਪਰ ਛੇਤੀ ਹੀ ਉਸਨੇ ਫਿਰ ਟਰੰਕ ਦਾ ਢੱਕਣ ਚੁੱਕਿਆ, 3 ਰੱਖੜੀਆਂ ਕੱਢ ਲਈਆਂ ਤੇ ਮਿਠਾਈ ਵਾਲਾ ਥਾਲ ਵੀ ਖਿੱਚ ਲਿਆ। ਉਹ ਡੂੰਘੀਆਂ ਸੋਚਾਂ ਵਿੱਚ ਡੁੱਬੀ ਹੋਈ ਰੱਖੜੀਆਂ ਨੂੰ ਉਂਗਲ ਤੇ ਚਾੜ ਹੌਲੀ-ਹੌਲੀ ਘੁਮਾ ਰਹੀ ਸੀ, ਜਿਵੇਂ ਵੀਰ ਦੇ ਨਾਂ ਦੀ ਮਾਲਾ ਫੇਰ ਰਹੀ ਹੈ। ਉਸਦੇ ਅੱਥਰੂ ਡਿੱਗ ਕੇ ਮਿਠਾਈ ਉੱਤੇ ਲੱਗੇ ਹੋਏ ਵਰਕਾਂ ਤੇ ਪੈ ਰਹੇ ਸਨ। ਉਸਨੂੰ ਇਸੇ ਤਰ੍ਹਾਂ ਦੀ ਭੁੱਖ ਭਾਣੀ ਬੈਠੀ ਚੋਖੀ ਰਾਤ ਬੀਤ ਗਈ। ਇਸ ਵੇਲੇ ਇੱਕ ਪੁਰਾਣੀ ਘਟਨਾ ਉਸਨੂੰ ਯਾਦ ਆਈ। ਅੱਜ ਤੋਂ 3 ਸਾਲ ਠੀਕ ਪਹਿਲਾਂ ਇਹੋ ਵੇਲਾ ਸੀ ਜਦ ਉਸਨੇ ਵੀਰ ਨੂੰ ਰੱਖੜੀ ਬੱਧੀ ਸੀ। ਫਿਰ ਉਸਨੇ ਚੀਚੀ ਵਿੱਚ ਪਾਈ ਹੋਈ ਉਹ ਮੁੰਦਰੀ ਵੇਖੀ, ਜਿਹੜੀ ਹੁਣ ਉਸਦੀ ਉਂਗਲ ਵਿੱਚ ਇੰਨੀ ਫਸ ਗਈ ਸੀ ਕਿ ਫਿਰਦੀ ਤੱਕ ਨਹੀਂ ਸੀ। ਪਰ ਫਿਰ ਵੀ ਸੋਮਾ ਇਸਨੂੰ ਉਤਾਰਨਾ ਨਹੀਂ ਸੀ ਚਾਹੁੰਦੀ। ਉਸਨੂੰ ਭਰਾ ਦਾ ਵਾਕ ਚੇਤੇ ਸੀ, ਇਹ ਗਹਿਣੇ ਰੱਖ ਲੈ। ਉਸਦੇ ਧੀਰਜ ਦਾ ਬੰਧ ਟੁੱਟ ਚੁੱਕਾ ਸੀ। ਉਸਦੇ ਰੋਣ ਵਿੱਚ ਘਰ ਦੀਆਂ ਕੰਧਾਂ ਵੀ ਸਾਥ ਦੇ ਰਹੀਆਂ ਸਨ। ਅੱਖਾਂ ਮੀਟ ਕੇ ਉਹ ਵੀਰ ਦੇ ਧਿਆਨ ਵਿੱਚ ਇੰਨੀ ਗੁੰਮ ਹੋ ਗਈ ਕਿ ਉਸਨੂੰ ਆਪਣੇ ਆਪ ਦੀ ਹੋਸ਼ ਨਾ ਰਹੀ। ਇਸ ਵੇਲੇ ਉਸਨੂੰ ਬੂਟਾਂ ਦੀ ਆਵਾਜ਼ ਸੁਣਾਈ ਦਿੱਤੀ ਤੇ ਦੂਜੇ ਪਲ ਆਪਣੇ ਪਿਛਲੇ ਪਾਸਿਓਂ ਉਰਾਂ ਨੂੰ ਆਉਂਦਾ ਉਸਨੂੰ ਕੋਈ ਪਰਛਾਵਾਂ ਦਿਸਿਆ। ਉਸਨੇ ਸਿਰ ਚੁੱਕਿਆ। ਉਸਦੇ ਪਿੱਛੇ ਰਾਮ ਲਾਲ ਖੜਾ ਮੁਸਕਰਾ ਰਿਹਾ ਸੀ। ਭਰਾ ਨੂੰ ਵੇਖਦਿਆਂ ਹੀ ਸੋਮਾ ਦੀ ਰਗ-ਰਗ 'ਚ ਖੁਸ਼ੀ ਦੀ ਬਿਜਲੀ ਦੌੜ ਗਈ। ਹੈਂ, ਮੇਰਾ ਵੀਰ, ਮੇਰਾ ਭਾ, ਕਹਿੰਦੀ ਹੋਈ ਉਹ ਉੱਠ ਕੇ ਰਾਮ ਲਾਲ ਵੱਲ ਵਧੀ ਤੇ ਦੂਜੇ ਪਲ ਉਹਦੀ ਹਿੱਕ ਨਾਲ ਸੀ। 3 ਵਰ੍ਹਿਆਂ ਦੇ ਲੰਮੇ ਵਿਛੋੜੇ ਦਾ ਮੁੱਲ ਇਹਨਾਂ 3 ਮਿੰਟਾਂ ਦੀ ਪੀਡੀ ਗਲਵੱਕੜੀ ਨੇ ਮੋੜ ਦਿੱਤਾ ਤੇ ਇਸ ਤੋਂ ਬਾਅਦ ਦੋਵੇਂ ਇਸ ਤਰ੍ਹਾਂ ਇੱਕ ਦੂਜੇ ਦੇ ਚਿਹਰਿਆਂ ਵੱਲ ਤੱਕਣ ਲੱਗੇ ਜਿਵੇਂ ਇਹ ਅਚਾਨਕੀ ਮੇਲ ਯਕੀਨੀ ਨਹੀਂ, ਸੁਪਨਾ ਹੈ। ਬੂਟ ਸੂਟ ਤੇ ਹੈਟ ਵਿੱਚ ਸਜੇ ਵੀਰ ਨੂੰ ਵੇਖ ਕੇ ਸੋਮਾ ਦੀ ਹੈਰਾਨੀ ਉੜਕ ਤੱਕ ਪਹੁੰਚ ਗਈ। ਸੋਚ ਰਹੀ ਸੀ ਕਿ ਇਹ ਉਹ ਮੇਰਾ ਵੀਰ ਹੈ ਜਿਹੜਾ ਚੀਥੜਿਆਂ ਵਿੱਚ ਲਪੇਟਿਆ ਹੋਇਆ ਗਵਾਚਾ ਸੀ। ਪੂਰੇ 3 ਵਰ੍ਹੇ ਸੋਮਾ ਸੋਚਦੀ ਰਹੀ ਸੀ, ਕਦੇ ਰੱਬ ਨੇ ਮਿਲਾਇਆ ਤਾਂ ਸਾਰੇ ਉਦਰੇਵੇਂ ਦੂਰ ਹੋ ਜਾਣਗੇ, ਤੇ ਅੱਜ ਉਸਨੇ ਜੋ ਕੁਝ ਵੇਖਿਆ ਇਹ ਉਸਦੀਆਂ ਆਸਾਂ ਉਮੀਦਾਂ ਤੋਂ ਬਹੁਤ ਵਧੀਕ ਸੀ। ਰਾਮ ਲਾਲ ਦਾ ਅਮੀਰੀ ਠਾਠ ਅੰਗਾਂ ਚੁੰਧਿਆ ਰਿਹਾ ਸੀ। ਇਸ ਤੋਂ ਕੁਝ ਚਿਰ ਬਾਅਦ ਸੋਮਾ ਨੇ ਵਾਰੋ ਵਾਰੀ 3 ਰੱਖੜੀਆਂ ਸ਼ਾਮ ਲਾਲ ਨੂੰ ਬੰਨ੍ਹ ਦਿੱਤੀਆਂ। ਉਸਦੀ ਖੁਸ਼ੀ ਦਾ ਅੰਦਾਜ਼ਾ ਕੌਣ ਲਾ ਸਕਦਾ ਸੀ? ਕੋਈ ਇਸ ਵਰਗੀ ਭੈਣ ਹੀ। ਮਿਠਾਈ ਦਾ ਇੱਕ ਦਾਣਾ ਮੂੰਹ ਵਿੱਚ ਪਾ ਰਾਮ ਲਾਲ ਨੇ ਸੂਟਕੇਸ ਦਾ ਢੱਕਣ ਖੋਲ੍ਹਿਆ। ਡੱਬੀ ਵਿੱਚੋਂ ਇੱਕ ਕਾਂਟਿਆਂ ਦੀ ਜੋੜੀ ਕੱਢ ਕੇ ਸੋਮਾ ਦੇ ਕੰਨੀ ਪਾਉਂਦਿਆਂ ਹੋਇਆਂ ਬੋਲਿਆ, ਪਹਿਲੀ ਰੱਖੜੀ ਦਾ ਮੁੱਲ। ਫਿਰ ਚੂੜੀਆਂ ਦੀ ਜੋੜੀ ਕੱਢ ਕੇ ਹੱਥੀਂ ਪਾਉਂਦਾ ਹੋਇਆ ਬੋਲਿਆ, ਦੂਜੀ ਰੱਖੜੀ ਦਾ ਮੁੱਲ। ਇਸ ਤੋਂ ਬਾਅਦ ਇੱਕ ਹਾਰ ਕੱਢ ਕੇ ਉਸਨੇ ਭੈਣ ਦੇ ਗਲ ਪਾਇਆ ਤੇ ਉਸ ਦੀ ਹੂਕ ਮੇਲਦਾ ਹੋਇਆ ਬੋਲਿਆ, ਤੀਜੀ ਰੱਖੜੀ ਦਾ ਮੁੱਲ। ਫਿਰ ਜੇਬ ਵਿੱਚੋਂ ਚਿੱਟੇ ਥੇਵੇਂ ਵਾਲੀ ਮੁੰਦਰੀ ਕੱਢ ਕੇ ਤੇ ਸੋਮਾ ਨੂੰ ਦੇ ਕੇ ਉਸਨੇ ਕਿਹਾ, ਲਿਆ ਸੋਮਾ, ਮੇਰੇ ਗਹਿਣੇ ਰੱਖੀ ਹੋਈ ਚੀਜ਼। ਉਸਨੇ ਸੋਮਾ ਦੀ ਉਂਗਲ ਵਿੱਚੋਂ ਉਹ ਲੋਹੇ ਦੀ ਮੁੰਦਰੀ ਕੱਢ ਕੇ ਇਹ ਸੋਨੇ ਦੀ ਪਾਈ। ਨਾਲ ਹੀ ਇੱਕ ਬਨਾਰਸੀ ਸਾੜੀ ਉਸਨੂੰ ਦਿੰਦਾ ਹੋਇਆ ਬੋਲਿਆ, ਤੇ ਇਹ ਉਸਦਾ ਵਿਆਜ।
ਸੋਮਾ ਨੇ ਬੜੀ ਹੈਰਾਨੀ ਭਰੀ ਨਜ਼ਰ ਨਾਲ ਇਹ ਸਭ ਕੁਝ ਵੇਖਿਆ ਤੇ ਲਾਡ ਭਰੀ ਨਜ਼ਰ ਨਾਲ ਉਸ ਵੱਲ ਤੱਕਦੀ ਹੋਈ ਬੋਲੀ, ਭਾਂ ਇੰਨਾ ਕੁਝ ਇੱਕੋ ਵਾਰੀ? ਰਾਮ ਲਾਲ ਨੇ ਉਸਦੇ ਕਾਂਟੇ ਦੀ ਕੁੰਡੀ ਵਿੱਚੋਂ ਵਾਲ ਕੱਢਦਿਆਂ ਹੋਇਆ ਕਿਹਾ, ਸੋਮਾ, 3 ਵਰ੍ਹਿਆਂ ਵਿੱਚ ਮੈਂ ਇਸ ਤੋਂ ਵਧੀਕ ਨਹੀਂ ਬਣਾ ਸਕਿਆ। ਮੇਰਾ ਖਿਆਲ ਏ ਤੂੰ ਭਰਾ ਦੀ ਇਹ ਕੁਝ ਭੇਟਾ ਹੀ ਕਬੂਲ ਕਰ ਲਵੇਂਗੀ। ਸੋਮਾ ਖੁਸ਼ੀ ਨਾਲ ਕੱਪੜਿਆਂ ਤੋਂ ਬਾਹਰ ਹੋ ਰਹੀ ਸੀ। ਭਰਾ ਦੇ ਕਾਲਰ ਤੋਂ ਪੱਲੇ ਨਾਲ ਘੱਟਾ ਝਾੜਦੀ ਹੋਈ ਬੋਲੀ, ਤੇ ਚਾਚੀ ਲਈ? ਚਾਚੀ ਅਗਲਾ ਖਾਧਾ ਹੀ ਪਚਾਵੇ। ਸੋਮਾ ਦਾ ਦਿਲ ਉਦਾਸ ਹੋ ਗਿਆ। ਉਹ ਬੋਲੀ, ਨਾ ਵੀਰਵੇ, ਸਾਨੂੰ ਇਹ ਮਾਵਾਂ ਸਾਨੂੰ ਉਸਨੇ ਮਾਵਾਂ ਵਾਂਗ ਪਾਲਿਆ ਏ। ਇਉਂ ਨਾ ਆਖ, ਅਸੀਂ ਉਸਦੀਆਂ ਦੇਣੀਆਂ ਸਾਰੀ ਉਮਰ ਨਹੀਂ ਦੇ ਸਕਦੇ। ਇਤਨੀ ਨਿਰਮਾਨਤਾ, ਇਤਨਾ ਤਿਆਗ, ਇਹ ਵੇਖ ਕੇ ਰਾਮ ਲਾਲ ਦਾ ਦਿਲ ਪਿਆਰ ਚ ਪਿੰਗਰ ਕੇ ਪਾਣੀ ਵਰਗਾ ਹੋ ਗਿਆ। ਉਹ ਬੋਲਿਆ, ਸੋਮਾ, ਇਹ ਸਭ ਕੁਝ ਮੈਂ ਤੇਰੇ ਲਈ ਹੀ ਬਣਾਇਆ ਏ। ਹੋਰ ਕੋਈ ਇਹਨਾਂ ਚੀਜ਼ਾਂ ਦਾ ਹਿੱਸੇਦਾਰ ਨਹੀਂ ਹੋ ਸਕਦਾ। ਤਾਂ ਭਾਂ ਇਹਨਾਂ ਚੀਜ਼ਾਂ ਦੀ ਮੈਂ ਮਾਲਕ ਹਾਂ? ਅੱਜ ਤੋਂ ਨਹੀਂ, ਉਸ ਦਿਨ ਤੋਂ ਜਿਸ ਦਿਨ ਮੈਂ ਇਹਨਾਂ ਦੇ ਬਣਾਉਣ ਦਾ ਖਿਆਲ ਫੁਰਿਆ ਸੀ। ਇਸ ਵੇਲੇ ਚਾਚੀ ਵੀ ਅੰਦਰ ਆ ਗਈ, ਜੋ ਕਿਸੇ ਗੁਆਂਢਣ ਦੇ ਘਰ ਮਜ਼ੂਰੀ ਦੇ ਪੈਸੇ ਮੰਗਣ ਗਈ ਹੋਈ ਸੀ। ਰਾਮ ਲਾਲ ਦੇ ਦਿਲ ਵਿੱਚ ਅੱਜ ਗੁੱਸੇ ਦੀ ਅੱਗ ਬਲ ਰਹੀ ਸੀ ਤੇ ਉਸਦਾ ਖਿਆਲ ਸੀ ਕਿ ਚਾਚੀ ਵੱਲ ਤੱਕੇਗਾ ਵੀ ਨਹੀਂ। ਪਰ ਸੋਮਾ ਦੇ ਚੋਂ ਸ਼ਬਦਾਂ ਨੇ ਤੇ ਰਹਿੰਦਾ ਚਾਚੀ ਦੇ ਤਰਸਯੋਗ ਹੁਲੀਏ ਨੇ ਉਸ ਦੇ ਖਿਆਲਾਂ ਨੂੰ ਇੱਕਦਮ ਬਦਲ ਦਿੱਤਾ। ਉਹ ਚਾਚੀ ਦੇ ਪੈਰਾਂ ਤੇ ਡਿੱਗ ਪਿਆ। ਅੱਜ ਚਾਚੀ ਉਹਨੂੰ ਆਪਣੀ ਮਾਂ ਦੇ ਰੂਪ ਵਿੱਚ ਦਿਸ ਰਹੀ ਸੀ। ਬਿੰਦਰੋ ਨੇ ਉਸਨੂੰ ਛਾਤੀ ਨਾਲ ਲਾਇਆ। ਸੋਮਾ ਨੇ ਚੂੜੀਆਂ ਤੋਂ ਬਿਨਾਂ ਸਭ ਕੁਝ ਚਾਚੀ ਦੇ ਪੈਰਾਂ 'ਚ ਰੱਖ ਦਿੱਤਾ। ਰਾਮ ਲਾਲ ਨੇ ਇੱਕ ਵਾਰੀ ਅਚਰਜ ਭਰੀ ਨਜ਼ਰ ਨਾਲ ਭੈਣ ਵੱਲ ਤੱਕਿਆ, ਪਰ ਸੋਮਾ ਦੀਆਂ ਅੱਖਾਂ ਵਿੱਚ ਦਿਵਜੋਤ ਦੇ ਸਾਹਮਣੇ ਉਸਦੀਆਂ ਅੱਖਾਂ ਨਿਉ ਗਈਆਂ। ਸਮਾਪਤ। ਧੰਨਵਾਦ। ਨਾਨਕ ਸਿੰਘ ਦੀ ਪੁਸਤਕ ਸੁਪਨਿਆਂ ਦੀ ਕਬਰ ਦਾ ਅੰਤਮ ਭਾਗ, ਸੁਪਨਿਆਂ ਕੀ ਕਬਰ। ਦਗੜ ਦਗੜ ਕਿਸੇ ਦੇ ਪੌੜੀਆਂ ਉਤਰਨ ਦੀ ਆਵਾਜ਼ ਸੁਣ ਕੇ ਰੰਜਨਾ ਦੀ ਜਾਗ ਖੁੱਲ ਗਈ। ਕਦਮਾਂ ਦੀ ਚਾਪ ਉਸਨੂੰ ਪਛਾਤੀ ਹੋਈ ਜਾਪੀ। ਪਰ ਏਡੇ ਕਾਹਲੇ ਕਦਮ? ਉਸਦਾ ਪਤੀ ਤਾਂ ਬਿੱਲੀ ਦੀ ਤੋਰ ਨਾਲ ਪੌੜੀਆਂ ਚੜ੍ਹਦਾ ਉਤਰਦਾ ਸੀ। ਪਾਸਾ ਪਰਤ ਕੇ ਉਸ ਵੇਖਿਆ ਨਾਲ ਦਾ ਮੰਜਾ ਖਾਲੀ ਸੀ। ਤਾਂ ਉਹੀ ਉਤਰੇ ਨੇ। ਕਦਮਾਂ ਦੀ ਦਗੜ ਦਗੜ ਵਿੱਚੋਂ ਉਸਨੂੰ ਕਿਸੇ ਭਿਆਨਕ ਹੋਣੀ ਦਾ ਚਾਵਲਾ ਦਿਸਿਆ। ਉਹ ਉੱਠੀ, ਮੰਜੇ ਤੋਂ ਉਤਰੀ ਤੇ ਫਿਰ ਬਾਰੀ ਵੱਲ ਵਧੀ। ਹੇਠਾਂ ਝਾਤੀ ਪਾਉਂਦਿਆਂ ਹੀ ਪ੍ਰਭਾਤ ਦੇ ਘੁਸਮੁਸੇ ਵਿੱਚ ਉਸਨੂੰ ਆਪਣੇ ਪਤੀ ਦੀ ਪਿੱਠ ਦਿਖਾਈ ਦਿੱਤੀ, ਜਿਹੜਾ ਉਵੇਂ ਹੀ ਪੈਰ ਪਟਕਦਾ ਤੇ ਕਾਹਲੀਆਂ ਕਾਹਲੀਆਂ ਉਲਾਂਘਾਂ ਭਰਦਾ ਹੋਇਆ ਤੁਰਿਆ ਜਾ ਰਿਹਾ ਸੀ। ਰੰਜਨਾ ਦੇ ਵੇਖਦਿਆਂ ਹੀ ਵੇਖਦਿਆਂ ਉਸਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। ਦਿਲ ਧੜਕਣ ਲੱਗ ਪਿਆ ਰੰਜਨਾ ਦਾ। ਰਾਤ ਵਾਲੇ ਝਗੜੇ ਦਾ ਉਸਨੂੰ ਚੇਤਾ ਆਇਆ, ਜਿਸ ਵਿੱਚ ਤੁਰਸ਼ੀ ਸੀ, ਤਲਖੀ ਸੀ, ਨਾਜ਼ਨੀ ਸੀ, ਕਿਸਮਤ ਦਾ ਰੋਣਾ ਸੀ ਤੇ ਕਿੰਨਾ ਹੀ ਕੁਝ ਸੀ। ਤਾਂ ਕੀ ਰੁੱਸ ਕੇ ਜਾ ਰਹੇ ਨੇ। ਰੰਜਨਾ ਨੇ ਚਾਹਿਆ ਕਿ ਉਹ ਪੌੜੀਆਂ ਵੀ ਉਤਰ ਜਾਵੇ ਤੇ ਭੱਜ ਕੇ ਪਤੀ ਨੂੰ ਜਾ ਮਿਲੇ, ਉਸਨੂੰ ਮੋੜ ਲਿਆਵੇ, ਜਾਂ ਜੇ ਹੋਰ ਨਹੀਂ ਤਾਂ ਬਾਰੀ ਚੋਂ ਉੱਚੀ ਚਲਾ ਕੇ ਉਸਨੂੰ ਆਵਾਜ਼ ਮਾਰੇ। ਪਰ ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਇਹ ਤਾਂ ਉਸਦਾ ਪੇਕਾ ਘਰ ਸੀ। ਦੂਸਰੇ ਕਮਰਿਆਂ ਵਿੱਚ ਉਸਦੇ ਭਰਾ ਭਰਜਾਈਆਂ ਸੁੱਤੇ ਹੋਏ ਸਨ। ਵੇਖ ਸੁਣ ਕੇ ਕੀ ਕਹਿਣਗੇ, ਏਡੀ ਬਦਤਮੀਜ਼ ਹੋ ਗਈ ਹੈ। ਉਹ ਕੁਝ ਵੀ ਨਾ ਕਰ ਸਕੀ। ਨਾ ਉਸਦੇ ਕਦਮ ਹਿੱਲੇ, ਨਾ ਜ਼ੁਬਾਨ। ਪੱਥਰ ਦੀ ਪੱਥਰ ਖੜੋਤੀ ਰਹੀ ਉਵੇਂ ਹੀ ਬਾਰੀ ਵਿੱਚ। ਦਿਲ ਉਸਦਾ ਧੜਕ ਰਿਹਾ ਸੀ। ਜਿਉਂ ਹੀ ਸੱਜੇ ਹੱਥ ਵੱਲ ਦੀ ਮੇਜ਼ ਤੇ ਉਸਦੀ ਨਜ਼ਰ ਪਈ, ਉਸਦੀ ਧੜਕਣ ਹੋਰ ਤੇਜ਼ ਹੋ ਉੱਠੀ। ਕੁਝ ਲਿਖੇ ਹੋਏ ਵਰਕੇ ਤੱਕ ਕੇ ਉਹ ਮੇਜ਼ ਵੱਲ ਲਪਕੀ ਤੇ ਕੰਬਦੇ ਹੱਥਾਂ ਨਾਲ ਕਾਗਜ਼ਾਂ ਨੂੰ ਚੁੱਕ ਕੇ ਪੜ੍ਹਨ ਲੱਗੀ। ਰੰਜਨਾ, ਤੂੰ ਇਸ ਵੇਲੇ ਮਿੱਠੀ ਨੀਂਦਰ ਮਾਰ ਰਹੀ ਹੈ, ਪਰ ਮੈਂ ਬੜੀ ਚਿੰਤਾ ਤੇ ਘਬਰਾਹਟ ਭਰੇ ਦਿਲ ਨਾਲ ਉਸ ਕਦਮ ਬਾਰੇ ਸੋਚ ਰਿਹਾ ਹਾਂ ਜਿਹੜਾ ਇਸ ਵੇਲੇ ਉਠਾਉਣ ਵਾਲਾ ਹਾਂ। ਮੈਂ ਇਸ ਘਰ ਵਿੱਚੋਂ ਹਮੇਸ਼ਾ ਲਈ ਜਾ ਰਿਹਾ ਹਾਂ। ਕਿੱਥੇ ਜਾਵਾਂਗਾ, ਇਹ ਬਾਬਤ ਤਾਂ ਮੈਂ ਅਜੇ ਕੋਈ ਫੈਸਲਾ ਨਹੀਂ ਕਰ ਸਕਿਆ, ਪਰ ਕਿਉਂ ਜਾ ਰਿਹਾ ਹਾਂ ਦਾ ਜਵਾਬ ਤੇਥੋਂ ਲੁਕਿਆ ਹੋਇਆ ਨਹੀਂ। ਫੇਰ ਵੀ ਦਿਲ ਕਰਦਾ ਹੈ ਇਹਨਾਂ ਵਰਕਿਆਂ ਰਾਹੀਂ ਇੱਕ ਵਾਰੀ ਆਪਣੇ ਦਿਲ ਅੰਦਰ ਤੇਰੀ ਝਾਤ ਪਵਾਉਂਦਾ ਜਾਵਾਂ। ਸਾਡੇ ਵਿਆਹ ਨੂੰ ਰੰਜਨਾ ਕੋਈ ਬਹੁਤੀ ਮੁੱਦਤ ਤਾਂ ਨਹੀਂ ਹੋਈ, ਕੁੱਲ 3-3.5 ਸਾਲ। ਮੈਂ ਸੋਚਦਾ ਹਾਂ ਇਤਨੇ ਚਿਰ ਵਿੱਚ ਹੀ ਮੇਰੇ ਸੁਪਨਿਆਂ ਦੀ ਮੌਤ ਹੋ ਗਈ। ਸਾਡਾ ਪਿਆਰ ਕਿੰਨਾ ਕੀਮਤੀ ਸੀ ਤੇ ਇਸ ਨੂੰ ਨਿਭਾਉਣ ਦੇ ਦਾਈਏ ਕਿੱਡੇ ਜ਼ਬਰਦਸਤ। ਪਰ ਕਿਸਨੂੰ ਖਿਆਲ ਸੀ ਕਿ ਹੋਣੀ ਦੇ ਇਸ ਅੱਧ ਝਟਕੇ ਨਾਲ ਹੀ ਮੇਰੀਆਂ ਖਾਬਾਂ ਦੇ ਮਹਿਲ ਭੁੰਜੇ ਆ ਪੈਣਗੇ। ਮੈਂ ਜਾਣਦਾ ਹਾਂ ਰੰਜਨਾ ਕਿ ਮੇਰੇ ਨਾਲ ਹੱਦ ਤੋਂ ਜ਼ਿਆਦਾ ਨਾਰਾਜ਼ ਹੋਣ ਦੇ ਬਾਵਜੂਦ ਵੀ ਮੇਰੇ ਤੁਰ ਜਾਣ ਦਾ ਖਿਆਲ ਤੈਨੂੰ ਬਹੁਤ ਦੁਖੀ ਕਰੇਗਾ। ਪਰ ਕੀ ਤੂੰ ਮੇਰੀ ਹਾਲਤ ਦਾ ਅੰਦਾਜ਼ਾ ਲਾ ਸਕਦੀ ਹੈ? ਜਿਸ ਬਦਨਸੀਬ ਪਾਸ ਤੇਥੋਂ ਬਿਨਾਂ ਹੋਰ ਹੈ ਹੀ ਕੁਝ ਨਹੀਂ ਸੀ। ਤੇਰੇ ਪਿਆਰ ਨੂੰ, ਤੇਰੇ ਆਦਰ ਨੂੰ ਜਿੱਤਣ ਲਈ ਮੈਂ ਕੀ ਨਹੀਂ ਕੀਤਾ। ਜੇ ਨਿਰੀ ਪੈਸੇ ਦੀ ਕੁਰਬਾਨੀ ਨੂੰ ਹੀ ਕੁਰਬਾਨੀ ਨਾ ਕਿਹਾ ਜਾਵੇ ਤਾਂ ਦੱਸ ਰੰਜਨਾ, ਤੇਰੀ ਖਾਤਰ ਮੈਂ ਕਿਹੜੀ ਕੁਰਬਾਨੀ ਨਹੀਂ ਕੀਤੀ।
ਪੈਸੇ ਦੀ ਕੁਰਬਾਨੀ ਦਾ ਤਾਂ ਮੇਰੇ ਲਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ, ਜਦ ਕਿ ਇਹ ਮੇਰੇ ਕੋਲ ਨਹੀਂ ਸਨ। ਜੇ ਸੀ ਤਾਂ ਮੇਰਾ ਸਵੈਮਾਨ, ਮੇਰਾ ਪਿਆਰ, ਮੇਰੇ ਪਿਆਰ ਦਾ ਅਮਨ, ਮੇਰੇ ਮਨ ਦੀ ਆਸ਼ਾ ਤੇ ਭਵਿੱਖ ਦੇ ਸੁਨਹਿਰੀ ਸੁਪਨੇ, ਇਹ ਸਭ ਕੁਝ ਕਿ ਮੈਂ ਕਿਸ ਦੀ ਖਾਤਰ ਕੁਰਬਾਨ ਕੀਤਾ? ਸਿਰਫ ਰੰਜਨਾ, ਤੇਰੀ ਖਾਤਰ। ਪਰ ਕੀ ਇੰਨਾ ਕੁਝ ਦੇ ਦੇਣ ਤੇ ਵੀ ਮੈਂ ਤੈਨੂੰ ਪ੍ਰਾਪਤ ਕਰ ਸਕਿਆ? ਰਾਤੀ ਸੌਣ ਲੱਗਿਆਂ ਤੇਰੇ ਨਾਲ ਮੇਰੀ ਖਾਸੀ ਝੜਪ ਹੋਈ ਸੀ, ਪਰ ਝੜਪ ਕੋਈ ਨਵੀਂ ਤਾਂ ਨਹੀਂ ਸੀ। ਰੋਜ਼ ਹੀ ਕਿਸੇ ਨਾ ਕਿਸੇ ਗੱਲੋਂ ਹੁੰਦੀ ਰਹਿੰਦੀ ਹੈ। ਪਰ ਇਸ ਝੜਪ ਨੇ ਨਾ ਸਿਰਫ ਮੈਨੂੰ ਬੇਆਰਾਮ ਦੀ ਹੱਦ ਤੋਂ ਜ਼ਿਆਦਾ ਕੀਤਾ, ਸਗੋਂ ਇਸ ਨੇ ਸੱਚੀ ਮੁੱਚੀ ਮੇਰੀਆਂ ਖਾਬਾਂ ਦਾ ਕਤਲੇਆਮ ਕਰ ਦਿੱਤਾ। ਮੈਂ ਅੱਜ ਦੀ ਸਾਰੀ ਰਾਤ ਜਾਗ ਕੇ ਆਪਣੇ ਭੂਤਕਾਲ ਉੱਤੇ ਪੜਚੋਲ ਕਰਦਾ ਰਿਹਾ। ਸੋਚਦਾ ਹਾਂ ਕਿ ਕਿੱਥੋਂ ਟੁਰਿਆ ਸਾਂ ਤੇ ਕਿੱਥੇ ਪਹੁੰਚਿਆ ਮੈਂ। ਕਾਲਜ ਵਿੱਚ ਤੂੰ ਤੇ ਮੈਂ ਕਲਾਸ ਫੈਲੋ ਹੁੰਦੇ ਸਾਂ ਰੰਜਨਾ, ਤੇ ਇਸੇ ਕਲਾਸ ਫੈਲੋਸ਼ਿਪ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ। ਫਿਰ ਅਸੀਂ ਪਿਆਰ ਬੰਧਨ ਵਿੱਚ ਬੱਝੇ, ਫਿਰ ਪ੍ਰੇਮ ਬੰਧਨ ਵਿੱਚ, ਤੇ ਸਭ ਤੋਂ ਛੇਕੜ ਵਿਆਹ ਬੰਧਨ ਵਿੱਚ। ਸਾਡਾ ਜੋੜ ਕਿੰਨਾ ਅਜੀਬ ਸੀ, ਇੱਕ ਕੰਗਾਲ ਮੁੰਡੇ ਦਾ ਸੰਜੋਗ ਇੱਕ ਲੱਖਾਂਪਤੀ ਦੀ ਲੜਕੀ ਨਾਲ। ਪਰ ਰੰਜਨਾ, ਤੈਥੋਂ ਸ਼ਾਇਦ ਪ੍ਰੇਮ ਦੇ ਨਸ਼ੇ ਵਿੱਚ ਭਾਰੀ ਭੁੱਲ ਹੋ ਗਈ। ਜ਼ਿੰਦਗੀ ਦਾ ਤੂੰ ਕੇਵਲ ਇੱਕੋ ਪਹਿਲੂ ਲਿਆ, ਰੰਗੀਨੀ, ਜਿਸ ਵਿੱਚ ਰੰਗੀਜ ਕੇ ਤੈਨੂੰ ਸ਼ਾਇਦ ਭੁੱਲ ਹੀ ਗਿਆ ਕਿ ਪ੍ਰੇਮ ਮੇਰਾ ਰੰਗੀਨੀ ਦਾ ਹੀ ਨਾਂ ਨਹੀਂ, ਪ੍ਰੇਮ ਰੱਬ ਜਿੰਨਾ ਵਿਸ਼ਾਲ ਹੈ। ਪ੍ਰੇਮ ਸਰਵ ਵਿਆਪੀ ਹੈ। ਤੂੰ ਸਮਝ ਲਿਆ ਕਿ ਪ੍ਰੇਮੀ ਪ੍ਰੇਮਿਕਾ ਦਾ ਸਹਿਯੋਗ, ਇਸ ਉੱਤੇ ਜੀਵਨ ਦਾ ਰੰਗ ਤੇ ਦੌਲਤ ਦੀ ਚਮਕ ਹੋਵੇ, ਬਸ ਇਸ ਨੂੰ ਮੰਨਣਾ ਹੀ ਪ੍ਰੇਮ ਦਾ ਮਨੋਰਥ ਹੈ। ਮੈਂ ਗਰੀਬੀ ਵਿੱਚ ਹੋਸ਼ ਸੰਭਾਲੀ ਤੇ ਗਰੀਬੀ ਵਿੱਚ ਹੀ ਜਵਾਨੀ ਚੜ੍ਹਿਆ। ਮੈਂ ਉਸ ਦੁਨੀਆ ਵਿੱਚ ਪਰਵਰਿਸ਼ ਪਾਈ ਹੈ ਜਿਸ ਦੀ ਇਮਾਰਤ ਨੰਗੀਆਂ ਹੱਡੀਆਂ ਤੇ ਢਕੇ ਅਰਮਾਨਾਂ ਦੀ ਆਸਰੇ ਉਸਰਦੀ ਹੈ। ਇੱਕ ਵਕਤ ਆਇਆ ਜਦੋਂ ਅਚਾਨਕ ਹੀ ਮੇਰੀਆਂ ਨਜ਼ਰਾਂ ਨੂੰ ਕਿਸੇ ਨੇ ਖਿੱਚ ਕੇ ਖਿੱਚਿਆ। ਕਿਸ ਨੇ ਖਿੱਚਿਆ? ਕੀ ਇਹ ਦੱਸਣ ਦੀ ਲੋੜ ਹੈ? ਮੇਰੀ ਇੱਕ ਕਲਾਸ ਫੈਲੋ ਨੇ, ਜਿਸ ਨੂੰ ਕਾਲਜ ਵਿੱਚ ਛੱਡਣ ਤੇ ਲੈ ਜਾਣ ਲਈ ਰੋਜ਼ 2 ਵੇਲੇ ਇੱਕ ਚਮਕੀਲੀ ਕਾਰ ਆਇਆ ਕਰਦੀ ਸੀ। ਮੈਂ ਨਹੀਂ ਕਹਿ ਸਕਦਾ ਕਿ ਮੇਰੀਆਂ ਨਜ਼ਰਾਂ ਨੂੰ ਉਹ ਕਾਰ ਬਹੁਤਾ ਖਿੱਚਦੀ ਸੀ ਕਿ ਉਸਦੀ ਸਵਾਰ, ਪਰ ਸਮਾਂ ਪਾ ਕੇ ਜਦ ਉਸ ਕੁੜੀ ਨਾਲ ਮੇਰਾ ਮੇਲ ਵੱਧ ਗਿਆ ਤਾਂ ਉਹ ਮੈਨੂੰ ਕਾਰ ਨਾਲੋਂ ਵੱਧ ਪਿਆਰੀ ਲੱਗਣ ਲੱਗ ਪਈ ਸੀ। ਫੇਰ ਜਦ ਸਾਡਾ ਮੇਲ ਪਿਆਰ ਦੀ ਹੱਦ ਤੇ ਜਾ ਪੁੱਜਾ ਤੇ ਇੱਕ ਗਰੀਬ ਪ੍ਰੇਮੀ ਤੇ ਅਮੀਰ ਪ੍ਰੇਮਿਕਾ ਦਾ ਮਿਲਣਾ ਗਿਲਣਾ ਆਮ ਅੱਖਾਂ ਵਿੱਚ ਰੜਕਣ ਲੱਗਾ ਤਾਂ ਦੋਹਾਂ ਨੇ ਰਲ ਕੇ ਇੱਕ ਨਵੀਂ ਕਾਢ ਕੱਢੀ। ਪ੍ਰੇਮੀ ਟਿਊਟਰ ਬਣ ਗਿਆ ਤੇ ਪ੍ਰੇਮਿਕਾ ਸ਼ਿਸ਼। ਚਲੋ ਰਸਤਾ ਸਾਫ਼ ਹੋ ਗਿਆ ਤੇ ਇਸ ਦਾ ਨਤੀਜਾ ਉਹੀ ਹੋਇਆ ਜੋ ਹੋਇਆ ਕਰਦਾ ਹੈ, ਵਿਆਹ। ਤੂੰ ਤੇ ਮੈਂ ਜਦ ਵਿਆਹ ਦੀ ਵੇਦੀ ਤੋਂ ਉਤਰੇ ਸਾਂ ਤਾਂ ਅਸੀਂ ਕਿੰਨੇ ਖੁਸ਼ ਸਾਂ, ਕਿੰਨੇ ਉਤਸ਼ਾਹ ਭਰਪੂਰ, ਕਿੱਡੇ ਕਿੱਡੇ ਉੱਚੇ ਮਹਿਲ ਉਸਾਰਦੇ ਸਾਂ ਖਾਬਾਂ ਦੇ। ਯਾਦ ਹੋਣਗੀਆਂ ਤੈਨੂੰ ਸਾਰੀਆਂ ਗੱਲਾਂ। ਵਿਆਹ ਦੇ ਮਾਮਲੇ ਵਿੱਚ ਰੰਜਨਾ ਤੂੰ ਖੂਬ ਫਰਜ਼ ਅਦਾ ਕੀਤਾ, ਜਦ ਕਿ ਤੇਰੇ ਅਮੀਰ ਮਾਪੇ ਇੱਕ ਗਰੀਬ ਨਾਲ ਤੇਰਾ ਵਿਆਹ ਕਰਨ ਨੂੰ ਬਿਲਕੁਲ ਤਿਆਰ ਨਹੀਂ ਸਨ, ਬਲਕਿ ਇੱਥੋਂ ਤੱਕ ਕਿ ਉਹਨਾਂ ਨੇ ਤੇਰੇ ਰਿਸ਼ਤੇ ਦੀ ਗੱਲ ਇੱਕ ਹੋਰ ਥਾਵੇਂ ਪੱਕੀ ਕਰ ਲਈ ਸੀ, ਤੇਰੀ ਵੱਡੀ ਭੈਣ ਸੁਨੀਤਾ ਦੇ ਦਿਓਰ ਨਾਲ। ਕਿਉਂਕਿ ਸੁਨੀਤਾ ਦੇ ਸਹੁਰੇ ਖੂਬ ਮਾਲਾਦਾਰ ਸਨ, ਤੇਰੇ ਪੇਕਿਆਂ ਨਾਲੋਂ ਵੀ ਵੱਧ ਕੇ। ਇਸ ਲਈ ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਸਨ ਕਿ ਹੀਰੇ ਦੀ ਅੰਗੂਠੀ ਇੱਕ ਕੰਗਾਲ ਦੀ ਉਂਗਲ ਵਿੱਚ ਪਾ ਦਿੰਦੇ। ਪਰ ਰੱਖ ਵਿਖਾਈ ਤੂੰ ਰੰਜਨਾ, ਤੂੰ ਆਪਣੇ ਇਰਾਦੇ ਉੱਤੇ ਚੱਟਾਨ ਵਾਂਗ ਡਟ ਗਈ ਤੇ ਛੇਕੜ ਤੇਰੀ ਹੀ ਗੱਲ ਸਭ ਨੂੰ ਮੰਨਣੀ ਪਈ। ਸਾਡਾ ਵਿਆਹ ਹੋ ਗਿਆ, ਪਰ ਧੂਮ-ਧਾਮ ਨਾਲ ਨਹੀਂ, ਜਿਹੋ ਜਿਹਾ ਸੇਠ ਕਿਸ਼ੋਰੀ ਲਾਲ ਦੀ ਵੱਡੀ ਕੁੜੀ ਸੁਨੀਤਾ ਦਾ ਹੋਇਆ ਸੀ। ਸ਼ਾਇਦ ਇਸ ਲਈ ਕਿ ਤੇਰੇ ਮਾਪਿਆਂ ਨੂੰ ਡਰ ਸੀ ਕਿ ਉਹਨਾਂ ਦਾ ਗਰੀਬ ਜਵਾਈ ਇੰਨਾ ਦਾਜ ਪਚਾ ਨਾ ਸਕੇ, ਤੇ ਸ਼ਾਇਦ ਇਸ ਕਰਕੇ ਉਹ ਆਪਣੀ ਗੁਸਤਾਖ ਲੜਕੀ ਨੂੰ ਉਸਦੇ ਆਪਣੇ ਹੁਦਰੇਪਨ ਦੀ ਸਜ਼ਾ ਦੇਣੀ ਚਾਹੁੰਦੇ ਸਨ। ਤੇਰੇ ਪੇਕਿਆਂ ਦਾ ਇਹ ਰਵੱਈਆ ਮੇਰੇ ਦਿਲ ਤੇ ਭੈੜਾ ਅਸਰ ਕਰਦਾ। ਇਹ ਤਾਂ ਕੁਦਰਤੀ ਗੱਲ ਸੀ। ਫੇਰ ਵੀ ਮੈਂ ਖੁਸ਼ ਸਾਂ ਕਿ ਕੁਝ ਵੀ ਹੋਵੇ, ਰੰਜਨਾ ਦੀ ਪ੍ਰਾਪਤੀ ਤਾਂ ਹੋ ਗਈ। ਖਿਮਾ ਕਰਨਾ ਰੰਜਨਾ, ਇਸ ਵੇਲੇ ਕਿ ਜਦ ਮੈਂ ਇਸ ਘਰ ਨਾਲੋਂ ਤਿਨਕਾ ਤੋੜ ਕੇ ਜਾ ਰਿਹਾ ਹਾਂ, ਕੋਈ ਗੱਲ ਲੁਕਾਵਾਂਗਾ ਨਹੀਂ। ਤੇਰੀ ਪ੍ਰਾਪਤੀ ਮੈਨੂੰ ਜ਼ਰੂਰ ਹੋਈ ਹੈ, ਇਸ ਪ੍ਰਾਪਤੀ ਉੱਤੇ ਮੈਨੂੰ ਗਰਵ ਸੀ, ਪਰ ਜਿਉਂ ਹੀ ਤੂੰ ਆਪਣੇ ਸਹੁਰੇ ਘਰ ਵਿੱਚ ਪ੍ਰਵੇਸ਼ ਕੀਤਾ ਕਿ ਥੋੜ੍ਹੇ ਹੀ ਦਿਨਾਂ ਵਿੱਚ ਤੇਰੇ ਉੱਤੇ ਮੈਂ ਇੱਕ ਨਵਾਂ ਰੰਗ ਵੇਖਣ ਲੱਗਾ। ਮੇਰੇ ਘਰ ਵਿੱਚ ਅੱਤ ਦਰਜੇ ਦੀ ਗਰੀਬੀ ਸੀ, ਇਸ ਉੱਤੇ ਮੇਰੀ ਮਾਂ ਸੀ ਬੁੱਢੀ। ਇਹ ਗੱਲ ਰੰਜਨਾ ਤੂੰ ਮੇਰੇ ਕੋਲੋਂ ਪੁੱਛ ਕੇ ਵੇਖ ਕਿ ਮੇਰੀ ਮਾਂ ਤੈਨੂੰ ਕਿੰਨਾ ਪਿਆਰ ਕਰਦੀ ਸੀ। ਆਪਣੇ ਪੁੱਤਰ ਦੀ ਦੁਲਹਨ ਨੂੰ ਉਹ ਜਿੰਨੀ ਵਾਰੀ ਤੱਕਦੀ, ਅੱਡੀ ਤੋਂ ਚੋਟੀ ਤੇ ਠਰ ਜਾਂਦੀ ਸੀ। ਉਹ ਹਰ ਗੱਲ ਵੇਲੇ ਤੇਰੇ ਉੱਤੇ ਸਦਕੇ ਘੋਲੀ ਹੁੰਦੀ ਰਹਿੰਦੀ ਸੀ। ਪਰ ਮੈਂ ਸਾਫ਼ ਕਹਾਂਗਾ ਕਿ ਉਸ ਘਰ ਵਿੱਚ ਜਾ ਕੇ ਤੇ ਉਸ ਸੱਸ ਦੀ ਨੂੰਹ ਕਹਿਲਾ ਕੇ ਤੂੰ ਖੁਸ਼ ਨਹੀਂ ਸੀ। ਤੈਨੂੰ ਨਾ ਤਾਂ ਉਸ ਘਰ ਦਾ ਵਾਸ ਚੰਗਾ ਲੱਗਦਾ ਸੀ ਤੇ ਨਾ ਹੀ ਆਪਣੀ ਸੱਸ ਦੀ ਰਹਿਣੀ ਬਹਿਣੀ। ਇਹ ਠੀਕ ਹੈ ਕਿ ਇੱਕ ਪੜ੍ਹੀ ਲਿਖੀ ਲੜਕੀ ਹੋਣ ਕਰਕੇ ਆਪਣੇ ਆਪ ਉੱਤੇ ਤੇਰਾ ਕਾਬੂ ਨਹੀਂ ਸੀ
ਆਪਣੇ ਆਪ ਉੱਤੇ ਤੇਰਾ ਕਾਬੂ ਸੀ। ਤੂੰ ਨਾ ਤਾਂ ਕਦੀ ਸੱਸ ਦੇ ਸਾਹਮਣੇ ਜ਼ੁਬਾਨ ਖੋਲ੍ਹੀ, ਨਾ ਹੀ ਤੂੰ ਮੇਰੇ ਅੱਗੇ ਕੋਈ ਗਿਲਾ ਸ਼ਿਕਵਾ ਕੀਤਾ। ਪਰ ਰੰਜਨਾ, ਆਖਰ ਤਾਂ ਮੇਰੀ ਖੋਪਰੀ ਵਿੱਚ ਵੀ ਥੋੜ੍ਹੀ ਬਹੁਤ ਸਮਝ ਹੈ ਸੀ। ਕੀ ਮੈਂ ਤੇਰੇ ਮਨੋਭਾਵਾਂ ਨੂੰ ਸਮਝਦਾ ਨਹੀਂ ਸਾਂ? ਤੈਨੂੰ ਇਹ ਵੀ ਯਾਦ ਹੋਵੇਗਾ ਕਿ ਵਿਆਹ ਤੋਂ ਬਾਅਦ ਜਦ ਮੈਂ ਰਾਸ਼ਨਿੰਗ ਦੇ ਦਫ਼ਤਰ ਵਿੱਚ 80 ਰੁਪਏ ਮਹੀਨੇ ਦੇ ਕਲਰਕ ਲੱਗ ਗਿਆ ਤਾਂ ਤੇਰੇ ਦਿਲ ਦੀ ਕੀ ਹਾਲਤ ਹੋਈ। ਭਾਵੇਂ ਤੂੰ ਮੂੰਹੋਂ ਕੁਝ ਨਾ ਕਿਹਾ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਆਪਣੇ ਆਪ ਉੱਤੇ ਜਿੰਨੀ ਗਿਲਾਨੀ ਤੈਨੂੰ ਮੇਰੀ ਉਸ ਨੌਕਰੀ ਕਰਕੇ ਹੋਈ, ਓਨੀ ਸ਼ਾਇਦ ਕਦੀ ਜ਼ਿੰਦਗੀ ਭਰ ਤੈਨੂੰ ਨਹੀਂ ਹੋਈ ਹੋਣੀ। ਸੱਚ ਦੱਸ ਰੰਜਨਾ, ਕੀ ਮੇਰਾ ਖਿਆਲ ਗਲਤ ਹੈ ਕਿ ਉਦੋਂ ਤੂੰ ਇਹ ਸੋਚ-ਸੋਚ ਕੇ ਨਹੀਂ ਸੀ ਝੂਰਦੀ ਕਿ ਅਜਿਹੀ ਲੜਕੀ, ਜਿਸ ਦੇ ਪਿਓ ਦੇ ਦਫ਼ਤਰ ਵਿੱਚ 1.5 ਤੇ 200 ਦੇ ਕਈ ਕਲਰਕ ਕੰਮ ਕਰਦੇ ਸਨ, ਇੱਕ 80 ਰੁਪਈਆਂ ਦੀ ਨੌਕਰ ਦੀ ਪਤਨੀ ਹੈ? ਇੱਕ ਗੱਲ ਹੋਰ ਦੱਸਾਂ ਰੰਜਨਾ, ਮੇਰੀ ਮਾਂ ਜਿੰਨਾ ਚਿਰ ਵਰ੍ਹਾ ਡੇਢ ਵਰ੍ਹਾ ਜਿਉਂਦੀ ਰਹੀ, ਤੂੰ ਸਬਰ ਦਾ ਘੁੱਟ ਭਰ ਕੇ ਕਿਸੇ ਦਿਨ ਕੱਟੀ ਕੀਤੀ। ਪਰ ਉਸਦੀ ਮੌਤ ਤੋਂ ਬਾਅਦ ਤਾਂ ਤੇਰੇ ਲਈ ਮੇਰੇ ਘਰ ਵਿੱਚ ਰਹਿਣਾ ਦੁੱਭਰ ਹੀ ਹੋ ਗਿਆ। ਮਾਂ ਦੇ ਮਰਨ ਤੋਂ ਕੁਝ ਹੀ ਚਿਰ ਬਾਅਦ ਮੈਨੂੰ ਤੇਰੇ ਭਰਾ ਦੀ ਚਿੱਠੀ ਮਿਲੀ, ਜਿਸ ਵਿੱਚ ਤੈਨੂੰ ਪਤਾ ਹੀ ਹੈ ਕਿ ਕੀ ਲਿਖਿਆ ਹੋਇਆ ਸੀ। ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਵਿੱਚ 200 ਤਨਖਾਹ ਉੱਤੇ ਸੱਦ ਘੱਲਿਆ ਸੀ ਤੇ ਫਿਰ ਤੇਰੇ ਮਜਬੂਰ ਕਰਨ ਤੇ ਮੈਂ ਜਲਦੀ ਹੀ ਡੇਰਾ ਡੰਗਾ ਚੁੱਕ ਕੇ ਤੇਰੇ ਪੇਕਿਆਂ ਦੇ ਬੂਹੇ ਆ ਬੈਠਾ। ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਤੂੰ ਕਿੰਨੀਆਂ ਹੀ ਚਿੱਠੀਆਂ ਆਪਣੇ ਵੱਡੇ ਭਰਾ ਨੂੰ ਲਿਖੀਆਂ ਸਨ, ਜਿਨ੍ਹਾਂ ਵਿੱਚ ਤੂੰ ਬਰਾਬਰ ਆਪਣੀ ਕਿਸਮਤ ਤੇ ਮੇਰੀ ਗਰੀਬੀ ਨੂੰ ਕੋਸਦੀ ਰਹਿੰਦੀ ਸੈਂ, ਜਿਸ ਕਰਕੇ ਉਹਨਾਂ ਨੂੰ ਆਪਣੇ ਦਫ਼ਤਰ ਵਿੱਚ ਮੇਰੀ ਨੌਕਰੀ ਦਾ ਪ੍ਰਬੰਧ ਕਰਨਾ ਪਿਆ। ਉਦੋਂ ਤੀਕ ਅਣਖ ਦਾ ਪਿਤਾ ਮੇਰੇ ਅੰਦਰ ਬਾਕੀ ਸੀ। ਮੈਂ 200 ਛੱਡ ਕੇ 2000 ਦੇ ਬਦਲੇ ਵੀ ਕੁੱਤਾ ਬਣਨ ਨੂੰ ਤਿਆਰ ਨਹੀਂ ਸਾਂ। ਸਹੁਰੇ ਘਰ ਵਿੱਚ ਰਹਿਣ ਵਾਲੇ ਜਵਾਈ ਨੂੰ ਕੁੱਤੇ ਦਾ ਉਪਮਾ ਦਿੱਤੀ ਜਾਂਦੀ ਹੈ, ਪਰ ਮਜਬੂਰ ਸਾਂ। ਤੇਰੀ ਅਸੰਤੁਸ਼ਟਤਾ ਹਰ ਵੇਲੇ ਮੇਰੇ ਲਹੂ ਸੁਕਾਉਂਦੀ ਰਹਿੰਦੀ ਸੀ। ਕਦੀ-ਕਦੀ ਜਦ ਅਚਾਨਕ ਤੂੰ ਇੱਕ ਲੰਬਾ ਹੁੱਕਾ ਭਰਦੀ ਸੈਂ, ਮੇਰਾ ਦਿਲ ਕਰਦਾ ਕਿ ਭਾਵੇਂ ਮੈਨੂੰ ਜਲੀਲ ਤੋਂ ਜਲੀਲ ਕੰਮ ਹੀ ਕਿਉਂ ਨਾ ਕਰਨਾ ਪਵੇ, ਇੱਕ ਵਾਰੀ ਤੈਨੂੰ ਸੰਤੁਸ਼ਟ ਵੇਖ ਸਕਾਂ। ਤੇ ਪਤਾ ਹੀ ਰੰਜਨਾ, ਇਸ ਸਾਲ 1.25 ਸਾਲ ਦੀ ਨੌਕਰੀ ਨੇ, ਜਾਂ ਸਮਝ ਲਓ ਕੁੱਤੇਪਣੇ ਨੇ, ਅੱਜ ਮੈਨੂੰ ਕੀ ਦਾ ਕੀ ਬਣਾ ਦਿੱਤਾ। ਨਾ ਨੂੰ ਤਾਂ ਤੇਰੇ ਪੇਕਿਆਂ ਦੇ ਦਫ਼ਤਰ ਵਿੱਚ ਕੰਮ ਕਰਦਾ ਹਾਂ, ਆਖਰ ਇੱਕ ਬਾਬੂ ਜਾਂ ਕਲਰਕ ਦੀ ਕੁਝ ਤਾਂ ਇੱਜ਼ਤ ਹੁੰਦੀ ਹੈ, ਜਿਵੇਂ ਇਸ ਦਫ਼ਤਰ ਦੇ ਦੂਸਰੇ ਕਲਰਕਾਂ ਦੀ। ਪਰ ਤੇਰੇ ਮਾਣਯੋਗ ਭਰਾਵਾਂ ਵੱਲੋਂ, ਖਾਸ ਕਰਕੇ ਛੋਟੇ ਨਰਿੰਦਰ ਵੱਲੋਂ ਜੋ ਮੇਰੀ ਦੁਰਦਸ਼ਾ ਕੀਤੀ ਜਾਂਦੀ ਹੈ, ਇਸ ਨੂੰ ਮੇਰਾ ਹੀ ਦਿਲ ਜਾਣਦਾ ਹੈ। ਗੱਲ-ਗੱਲ ਉੱਤੇ ਝਾੜਾ, ਜਰਾ ਜਿੰਨੀ ਗਲਤੀ ਬਦਲੇ ਫਟਕਾਰ, ਤੇ ਦੂਸਰਿਆਂ ਦੇ ਸਾਹਮਣੇ ਹਰ ਵੇਲੇ ਕੰਮਕੋਸ, ਹੱਡ ਹਰਾਮ, ਨਿਕੰਮਾ ਤੇ ਹੋਰ ਪਤਾ ਨਹੀਂ ਕੀ-ਕੀ। ਰੰਜਨਾ, ਤੂੰ ਸੋਚ ਸਕਦੀ ਹੈ ਕਿ ਉਸ ਵੇਲੇ ਮੇਰੇ ਦਿਲ ਦੀ ਕੀ ਹਾਲਤ ਹੁੰਦੀ ਹੋਵੇਗੀ। ਅਸਲੀ ਅਰਥਾਂ ਵਿੱਚ ਮੈਂ ਆਪਣੇ ਆਪ ਨੂੰ ਕੁੱਤਾ ਮਹਿਸੂਸ ਕਰਨ ਲੱਗ ਪੈਂਦਾ ਹਾਂ। ਕੁੱਤੇ ਨਾਲ ਤਾਂ ਫੇਰ ਵੀ ਉਸਦਾ ਮਾਲਕ ਪਿਆਰ ਕਰਦਾ ਹੈ, ਮੈਂ ਕੁੱਤੇ ਨਾਲੋਂ ਵੀ ਗਿਆ ਗੁਜ਼ਰਿਆ ਹੋਇਆ ਸਾਂ। ਇਹ ਸਾਰਾ ਨਿਰਾਦਰ, ਇਹ ਹਰ ਵੇਲੇ ਦੀ ਤੋਹੀ-ਤੋਹੀ ਤੇ ਫਿਟੇ-ਫਿਟੇ, ਜਾਣਦੀ ਹੈ ਰੰਜਨਾ, ਮੈਂ ਕਿਉਂ ਸਹਾਰਦਾ ਰਿਹਾ ਅੱਜ ਤੀਕ? ਕੇਵਲ ਤੇਰੀ ਖਾਤਰ, ਤੈਨੂੰ ਸੁਖੀ ਤੇ ਸੰਤੁਸ਼ਟ ਦੇਖਣ ਖਾਤਰ। ਪਰ ਕੁਝ ਚਿਰ ਬਾਅਦ ਮੇਰਾ ਇਹ ਭੁਲੇਖਾ ਵੀ ਨਿਕਲ ਗਿਆ। ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ 7 ਜਨਮ ਧਾਰ ਕੇ ਵੀ ਮੈਂ ਤੈਨੂੰ ਸੰਤੁਸ਼ਟ ਨਹੀਂ ਕਰ ਸਕਦਾ, ਜਦ ਕਿ ਤੇਰਾ ਦਿਲ ਤੇ ਦਿਮਾਗ ਕਿਸੇ ਜ਼ਹਿਰੀਲੀ ਭੜਾਸ ਨਾਲ ਭਰਿਆ ਹੋਇਆ ਹੈ, ਜਿਸ ਨਾਲ ਤੇਰੇ ਦੂਸਰੇ ਰਿਸ਼ਤੇਦਾਰਾਂ ਦਾ। ਤੂੰ ਇੱਕ ਗਰੀਬ ਪਤੀ ਦੀ ਇੱਕ ਕਲਰਕ ਦੀ ਪਤਲੀ ਕਹਿਲਾਣ ਵਿੱਚ ਸ਼ਰਮ ਮਹਿਸੂਸ ਕਰਦੀ ਹੈ। ਸਿਰਫ ਇਹੋ ਹੀ ਨਹੀਂ, ਤੂੰ ਸਮਝਣੀ ਹੈ ਕਿ ਤੇਰੇ ਪੇਕੇ ਮੇਰੇ ਉੱਤੇ ਕਿੰਨਾ ਉਪਕਾਰ ਕਰ ਰਹੇ ਨੇ। ਇਸ ਦੇ ਸਬੂਤ ਲਈ ਮੈਂ ਰਾਤ ਵਾਲੀ ਗੱਲ ਨੂੰ ਦੁਹਰਾਉਂਦਾ ਹਾਂ। ਕਿਹੜੀ ਗੱਲ ਬਦਲੇ ਰਾਤੀ ਸਾਡੀ ਲੜਾਈ ਹੋ ਪਈ ਸੀ। ਗੱਲ ਤਾਂ ਸਿਰਫ ਇਤਨੀ ਹੀ ਸੀ ਕਿ ਮੇਜ਼ ਤੋਂ ਕਿਤਾਬਾਂ ਚੁੱਕਦਿਆਂ ਫੁੱਲਦਾਨ ਡਿੱਗ ਕੇ ਟੁੱਟ ਗਿਆ ਸੀ। ਮੰਨਿਆ ਕਿ ਫੁੱਲਦਾਨ ਬੜਾ ਕੀਮਤੀ ਸੀ ਤੇ ਦਾਜ਼ਲ ਚੀਜ਼ ਹੋਣ ਕਰਕੇ ਤੇਰਾ ਉਸ ਨਾਲ ਪਿਆਰ ਵੀ ਬੜਾ ਸੀ, ਪਰ ਇੰਨੇ ਜਿੰਨੇ ਨੁਕਸਾਨ ਬਦਲੇ ਤੂੰ ਝੱਟ ਮੂੰਹ ਪਾੜ ਕੇ ਮੈਨੂੰ ਕਹਿ ਦਿੱਤਾ। ਆਪਣੀ ਕਮਾਈ ਦਾ ਹੁੰਦਾ ਤਾਂ ਤੈਨੂੰ ਦਰਦ ਹੁੰਦਾ ਇਸੇ ਟੁੱਟਣ ਦਾ। ਜਰਾ ਸੋਚ ਰੰਜਨਾ, ਇਹ ਕੈਡੀ ਸਾੜਨੀ ਲਾਈ ਤੂੰ ਮੈਨੂੰ। ਕੀ ਤੂੰ ਇੱਕ ਵਾਰੀ ਵੀ ਨਾ ਸੋਚਿਆ ਕਿ ਤੇਰੀ ਇਸ ਚੋਬੜ ਦਾ ਮੇਰੇ ਦਿਲ ਤੇ ਕੀ ਅਸਰ ਹੋਵੇਗਾ? ਸੱਚ ਕਹਿੰਦਾ ਹਾਂ ਕਿ ਇਸ ਨਾਲੋਂ ਕਦੀ ਤੂੰ ਮੇਰੇ ਮੂੰਹ ਤੇ ਥੱਪੜ ਮਾਰ ਦਿੰਦੀ ਓ ਤਾਂ ਮੈਨੂੰ ਘੱਟ ਤਕਲੀਫ ਹੁੰਦੀ। ਫਿਰ ਤੂੰ ਇੱਥੇ ਹੀ ਬਸ ਨਾ ਕਰਕੇ ਹੋਰ ਕਿੰਨਾ ਕੁਝ ਐਸਾ ਕਹਿ ਗਈ ਓ, ਜਿਸ ਦਾ ਇੱਕ-ਇੱਕ ਬੋਲ ਮੇਰੇ ਲਈ ਤੀਰਾਂ ਤੋਂ ਘੱਟ ਨਹੀਂ ਸੀ ਰੰਜਨਾ। ਮਨਸੂਰ ਨੇ ਸੂਲੀ ਤੇ ਚੜ੍ਹ ਕੇ ਲੋਕਾਂ ਦੀਆਂ ਇੱਟਾਂ ਤੇ ਹੱਸ ਕੇ ਸਹਿ ਲਈਆਂ ਸਨ, ਪਰ ਦੋਸਤ ਸ਼ਿਬਲੀ ਦਾ ਮਾਰਿਆ ਹੋਇਆ ਫੁੱਲ ਵੀ ਕਿਸੇ ਤੀਰ ਬਰਛੇ ਨਾਲੋਂ ਘੱਟ ਸੀ ਉਸ ਲਈ। ਤੇਰੇ ਭਰਾ ਏਦੂ ਵੀ ਜ਼ਿਆਦਾ ਮੇਰੀ ਬਾਬ ਕਰੀ ਜਾਂਦੇ ਨੇ, ਮੈਂ ਜ਼ਹਿਰ ਮਾਰ ਕਰੀ ਜਾਂਦਾ। ਪਰ ਤੂੰ ਰੰਜਨਾ, ਤੂੰ ਜਿਸ ਖਾਤਰ ਮੈਂ ਆਪਣੀ ਅਣਖ ਗੁਆ ਕੇ ਇਸ ਜਲੀਲ ਜ਼ਿੰਦਗੀ ਨੂੰ ਜੀਣਾ ਪਸੰਦ ਕੀਤਾ,
ਮੈਨੂੰ ਤੂੰ ਕਿੰਨਾ ਕੁਝ ਕਹਿ ਜਾਏਂਗੀ। ਕੀ ਮੈਨੂੰ ਤੇਰੇ ਉੱਤੇ ਇਹੋ ਉਮੀਦ ਸੀ? ਕਹਿੰਦੇ ਨੇ ਹਰ ਗਲਤੀ ਕਿਸੇ ਸਬਕ ਦੀ ਜਨਮਦਾਤੀ ਹੁੰਦੀ ਹੈ। ਸਾਲ ਸਵਾ ਸਾਲ ਦੀ ਇਹ ਨੌਕਰੀ, ਜਿੱਥੇ ਮੇਰੀ ਜ਼ਿੰਦਗੀ ਦੀ ਸਭ ਤੋਂ ਭਾਰੀ ਭੁੱਲ ਸੀ, ਉੱਥੇ ਮੈਂ ਸਮਝਦਾ ਹਾਂ ਇਹ ਮੇਰੇ ਲਈ ਇੱਕ ਸ਼ਾਨਦਾਰ ਸਬਕ ਵੀ ਸਾਬਤ ਹੋਈ। ਅੱਜ ਦੀ ਰਾਤ ਮੈਂ ਇਸੇ ਗੱਲ ਉੱਤੇ ਸੋਚਦਾ ਰਿਹਾ ਤੇ ਇਸ ਵੇਲੇ ਇਸ ਨਤੀਜੇ ਤੇ ਪਹੁੰਚ ਚੁੱਕਾ ਹਾਂ ਕਿ ਹੁਣ ਇਸ ਘਰ ਵਿੱਚ ਰਹਿਣਾ ਮੇਰੇ ਲਈ ਦੁੱਭਰ ਹੈ। ਤੇਰੇ ਉੱਤੇ ਮੈਨੂੰ ਅਜੇ ਵੀ ਕਈ ਉਮੀਦਾਂ ਸਨ, ਪਰ ਅੱਜ ਇੱਕ ਛੋਟੀ ਜਿਹੀ ਘਟਨਾ ਫੁੱਲਦਾਨ ਟੁੱਟਣ ਨੇ ਤੇ ਤੇਰੇ ਥੋੜ੍ਹੇ ਜਿਹੇ ਵਾਕਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ। ਮੇਰੇ ਉੱਤੇ ਅੱਜ ਇੱਕ ਨਵਾਂ ਰਾਜ ਖੁੱਲ੍ਹਿਆ ਹੈ ਕਿ ਇਸ ਵਿੱਚ ਨਾ ਤੇਰਾ ਕਸੂਰ ਹੈ, ਨਾ ਹੀ ਤੇਰੇ ਭਰਾਵਾਂ ਦਾ। ਕਸੂਰ ਹੈ ਮੇਰਾ, ਜਿਸ ਨੇ ਅੱਜ ਤੀਕ ਉਸ ਜਿਹਨੀਅਤ ਉੱਤੇ ਕਦੇ ਧਿਆਨ ਨਹੀਂ ਦਿੱਤਾ ਜਿਹੜਾ ਇੱਕ ਅਮੀਰ ਆਦਮੀ ਦੇ ਅੰਦਰ ਚਿੰਤੇ ਜਾਂ ਅਚਿੰਤੇ ਹਰ ਵੇਲੇ ਕੰਮ ਕਰਦੀ ਰਹਿੰਦੀ ਹੈ। ਤੇਰੇ ਭਰਾ ਜਿਸ ਐਨਕ ਵਿੱਚੋਂ ਤੱਕਦੇ ਨੇ, ਉਸ ਵਿੱਚੋਂ ਇਹ ਕੁਝ ਹੀ ਤਾਂ ਦਿਸ ਸਕਦਾ ਹੈ। ਤੇ ਤੂੰ ਉਹਨਾਂ ਦੀ ਭੈਣ, ਤੂੰ ਵੀ ਤਾਂ ਉਸੇ ਵਾਤਾਵਰਣ 'ਚ ਪਲੀ ਹੈ। ਮੰਨਿਆ ਕਿ FA ਤੀਕ ਪੜ੍ਹਾਈ ਕਰਕੇ ਤੂੰ ਵਿੱਦਿਆ ਦੇ ਮੈਦਾਨ ਵਿੱਚ ਆਪਣੇ ਮੈਟ੍ਰਿਕ ਪਾਸ ਜਾਂ ਫੇਲ ਭਰਾਵਾਂ ਤੋਂ ਬਾਜੀ ਲੈ ਗਈ ਹੈ, ਪਰ ਇਹ ਤਾਲੀਮ ਤੈਨੂੰ ਕਿਸ ਨਜ਼ਰੀਏ ਤੋਂ ਦਿੱਤੀ ਗਈ ਹੈ? ਕੀ ਇਹ ਤੈਨੂੰ ਦੂਸਰਿਆਂ ਨੂੰ ਚਾਨਣ ਦੇਣ ਲਈ ਪੜ੍ਹਾਈ ਗਈ? ਨਹੀਂ, ਬਲਕਿ ਇਸ ਲਈ ਕਿ ਇਸ ਚਾਨਣ ਵਿੱਚ ਤੇਰੀ ਖਾਨਦਾਨੀ ਅਮੀਰੀ, ਜ਼ਿਆਦਾ ਚਮਕੀਲੀ ਭਾਸ਼ੇ ਤੇ ਰਿਸ਼ਤੇ ਦੀ ਮਾਰਕੀਟ ਵਿੱਚ ਤੇਰੇ ਲਈ ਕਰੋੜਪਤੀ ਮੁੰਡਾ ਦਿਖਾਈ ਦੇ ਜਾਏ। ਮੈਂ ਮੁੱਕਰਦਾ ਨਹੀਂ ਰੰਜਨਾ ਕਿ ਕਾਲਜ ਦੇ ਦਿਨ ਜ਼ਰੂਰ ਤੇਰੇ ਖਿਆਲਾਂ ਦੇ ਵਿੱਚ ਕੁਝ ਨਾ ਕੁਝ ਤਬਦੀਲੀ ਆਈ ਸੀ, ਜਿਹਾ ਕਿ ਤੂੰ ਉਦੋਂ ਮੇਰੇ ਅੱਗੇ ਆਪਣੇ ਵਲਵਲੇ ਪ੍ਰਗਟਾਉਂਦੀ ਹੁੰਦੀ ਸੈਂ। ਤੂੰ ਦੇਸ਼ ਭਗਤੀ ਦੀਆਂ ਗੱਲਾਂ ਵੀ ਖੂਬ ਸੁਆਦ ਲਾ ਕੇ ਕਰਦੀ ਸੈਂ। ਤੂੰ ਸਮਾਜ ਸੁਧਾਰ ਦੀਆਂ ਗੱਲਾਂ ਵੀ ਖੂਬ ਮਾਰਦੀ ਸੈਂ। ਤੂੰ ਸਾਂਝੀਵਾਲਤਾ ਦੇ ਗੀਤ ਵੀ ਕਦੀ-ਕਦੀ ਸੁਣਾਇਆ ਕਰਦੀ ਸੈਂ ਤੇ ਤੂੰ ਸਾਹਿਤਕਾਰ ਬਣਨ ਦੇ ਖ਼ਾਬ ਵੀ ਲੈਂਦੀ ਹੁੰਦੀ ਸੈਂ। ਪਰ ਕਿੰਨਾ ਕੁ ਚਿਰ ਰਿਹਾ ਇਹ ਸਭ ਖਬਤ, ਜਿੰਨਾ ਚਿਰ ਤੂੰ ਕਾਲਜ ਦੀਆਂ ਦੀਵਾਰਾਂ ਅੰਦਰ ਸੀ। ਜਿਉਂ ਹੀ FA ਪੜ੍ਹਾਈ ਕਰਕੇ ਤੂੰ ਕਾਲਜ ਦੇ ਗੇਟ 'ਚੋਂ ਬਾਹਰ ਨਿਕਲਿਓ ਕਿ ਸਭ ਕੁਝ ਰਫੂ ਚੱਕਰ ਹੋ ਗਿਆ ਤੇ ਉਘੜ ਆਈ ਛੇਕੜ ਉਹੀ ਤੇਰੀ ਅਮੀਰਾਨਾ ਸੋਚ, ਜਿੱਥੇ ਦਿਨ ਰਾਤ ਆਪਣੇ ਪ੍ਰੇਮੀ ਜਾਂ ਮੰਗੇਤਰ ਲਈ ਤੇਰੇ ਅੰਦਰੋਂ ਪਿਆਰ ਦੀਆਂ ਤਰੰਗਾਂ ਉਠਾਉਂਦੀਆਂ ਸਨ। ਉੱਥੇ ਉਸੇ ਪ੍ਰੇਮੀ ਮੰਗੇਤਰ ਜਾਂ ਪਤੀ ਪ੍ਰਤੀ ਤੇਰੇ ਅੰਦਰ ਪਰਉਪਕਾਰੀ ਹੋਣ ਦੀ ਭਾਵਨਾ ਜਾਗ ਉੱਠੀ। ਮਾਨੋ ਇੱਕ ਗਰੀਬ ਵਿਦਿਆਰਥੀ ਨੂੰ ਆਪਣਾ ਜੀਵਨ ਸਾਥੀ ਬਣਾ ਕੇ ਤੂੰ ਕਿਸਮਤ ਪਲਟ ਦਿੱਤੀ ਸੀ ਤੇ ਜਿਸ ਦੇ ਬਦਲੇ ਪਤੀ ਦਾ ਰੋਮ-ਰੋਮ ਤੇਰੇ ਉਪਕਾਰਾਂ ਦੇ ਬੋਝ ਹੇਠ ਦੱਬਿਆ ਰਹਿਣਾ ਚਾਹੀਦਾ ਹੈ। ਤੇ ਫੇਰ ਜਦੋਂ ਉਹ ਪ੍ਰੇਮ ਦਾ ਦੇਵਤਾ, ਤੇਰਾ ਜੀਵਨ ਸਾਥੀ ਆਪਣੇ ਸਾਲਿਆਂ ਦੇ ਟੁਕੜੇ ਤੇ ਆ ਡਿੱਠਾ ਤਾਂ ਕੀ ਰੰਜਨਾ, ਉਸ ਦੀ ਬਦਨਸੀਬੀ ਲਈ ਤੇਰੇ ਦਿਲ ਵਿੱਚ ਕੁਝ ਵੀ ਦਰਦ ਪੈਦਾ ਹੋਇਆ? ਬਲਕਿ ਮੈਂ ਕਹਾਂਗਾ ਕਿ ਤੇਰੇ ਹੰਕਾਰ ਵਿੱਚ ਸਗੋਂ ਹੋਰ ਵਾਧਾ ਹੋਇਆ। ਤੂੰ ਸੋਚਣ ਲੱਗ ਪਈ ਕਿ ਪਤੀ ਲਈ ਤੂੰ ਸਵਰਗ ਦੇ ਕਿਵਾੜ ਖੋਲ੍ਹ ਦਿੱਤੇ ਨੇ, 200 ਦੀ ਨੌਕਰੀ ਦਵਾ ਕੇ। ਫੇਰ ਵੀ ਕੁਝ ਭਰਮ ਤਾਂ ਹੈ ਸੀ, ਪਰ ਫੁੱਲਦਾਨ ਵਾਲੇ ਇਸ ਮਾਮਲੇ ਨੇ ਅੱਜ ਰਾਤੀਂ ਮਾਮਲਾ ਹੀ ਸਾਫ਼ ਕਰ ਦਿੱਤਾ। ਮੈਨੂੰ ਤੇਰਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਰੰਜਨਾ ਕਿ ਤੂੰ ਉਸ ਵੇਲੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ, ਜਦੋਂ ਜਿੱਲਤ ਦੇ ਘਟੀਆਪਣੇ ਦੇ ਅਹਿਸਾਸ ਨੇ ਮੈਨੂੰ ਦਬੋਚਿਆ ਹੋਇਆ ਸੀ। ਪਤਾ ਨਹੀਂ ਅਜੇ ਹੋਰ ਕਿੰਨਾ ਕੁ ਚਿਰ ਮੈਂ ਤੇਰੇ ਭਰਾਵਾਂ ਦੀਆਂ ਜੁੱਤੀਆਂ ਖਾਂਦਾ ਤੇ ਤੇਰੇ ਤਾਨਿਆਂ ਦੀ ਬੁਛਾੜ ਹਾਰਦਾ ਰਹਿੰਦਾ, ਜੇ ਇਹ ਫੁੱਲਦਾਨ ਵਾਲਾ ਵਾਕਿਆ ਨਾ ਹੋ ਜਾਂਦਾ। ਇਸ ਦਾ ਟੁੱਟਣਾ ਸੀ, ਤੇਰੀ ਜ਼ੁਬਾਨੋਂ 2-4 ਬੋਲ ਨਿਕਲਣੇ ਸਨ ਕਿ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਤੇਰੇ ਇਸ ਵਰਤਾਓ ਨੇ ਮੈਨੂੰ ਅਹਿਸਾਸ ਕਰਾ ਦਿੱਤਾ ਕਿ ਮੈਂ ਇੱਕ ਲਾਵਾਰਿਸ ਕੁੱਤਾ ਨਹੀਂ, ਬਲਕਿ ਇਨਸਾਨ ਹਾਂ। ਮੈਨੂੰ ਅੱਡੀਆਂ ਚੁੱਕ-ਚੁੱਕ ਕੇ ਇਹਨਾਂ ਕਾਗਜ਼ੀ ਫੁੱਲਾਂ ਲਈ ਸੜੇਪੇ ਨਹੀਂ ਮਾਰਨੇ ਚਾਹੀਦੇ, ਜਿਨ੍ਹਾਂ ਵਿੱਚ ਨਾ ਖੁਸ਼ਬੂ ਹੈ, ਨਾ ਹੀ ਹਕੀਕਤ। ਦਿਲ ਦੇ ਵਲਵਲਿਆਂ ਨੂੰ ਕਿੱਥੋਂ ਤੱਕ ਬਿਆਨ ਕਰਾਂ ਰੰਜਨਾ, ਬੜਾ ਕੁਝ ਦੱਸਣ ਲਈ ਅੰਦਰ ਭਰਿਆ ਪਿਆ ਹੈ, ਪਰ ਵਕਤ ਦੀ ਤੰਗੀ ਏ। ਤੇਰੇ ਘੁਰਾੜਿਆਂ ਨੂੰ ਸੁਣ ਰਿਹਾ ਹਾਂ। ਇਸ ਵੇਲੇ ਲਿਖਦਿਆਂ-ਲਿਖਦਿਆਂ ਜਦ ਧਿਆਨ ਤੇਰੇ ਵੱਲ ਚਲਾ ਜਾਂਦਾ ਹੈ, ਤੇਰੇ ਹਸੀਨ ਨਕਸ਼ਾਂ ਉੱਤੇ ਜਦ ਨਜ਼ਰ ਟਿਕਦੀ ਹੈ ਤਾਂ ਅੰਦਰੋਂ ਹੂਕ ਨਿਕਲਦੀ ਹੈ। ਪੈਨ ਮੇਰੀਆਂ ਉਂਗਲਾਂ ਵਿੱਚੋਂ ਖਿਸਕ-ਖਿਸਕ ਜਾਂਦਾ ਹੈ। ਸੋਚਦਾ ਹਾਂ ਕਿ ਅੱਜ ਦੀ ਇਹ ਨਾਹਿਸ਼ ਘੜੀ ਲਈ ਹੀ ਮੈਂ ਗ੍ਰਹਿਸਥ ਦੀ ਦੁਨੀਆ ਵਸਾਈ ਸੀ। ਕੀ ਮੇਰੇ ਹੌਸਲੇ ਦਾ ਇਹ ਅੰਤ ਹੋਣਾ ਸੀ, ਜਿਸ ਨੂੰ ਮੈਂ ਪਿਆਰਾਂ ਤੇ ਸਧਰਾਂ ਦਾ ਤੀਲਾ-ਤੀਲਾ ਚੁੱਕ ਕੇ ਬਣਾਇਆ ਸੀ? ਛੇਕੜ ਇਹੋ ਸੋਚ ਕੇ ਦਿਲ ਨੂੰ ਖਲਿਹਾਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਖ਼ਬਰੇ ਇਸੇ ਵਿੱਚ ਮੇਰੀ ਤੇ ਨਾਲ ਤੇਰੀ ਬਿਹਤਰੀ ਦਾ ਕੋਈ ਰਾਜ ਲੁਕਿਆ ਹੋਇਆ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਰੰਜਨਾ ਕਿ ਅੱਜ ਤੋਂ ਸਵਾ ਸਾਲ ਪਹਿਲਾਂ ਜਿਸ ਦਿਨ ਮੈਂ ਇੱਥੇ ਆ ਟਿਕਿਆ ਸਾਂ, ਉਦੋਂ ਮੇਰੇ ਸੁਪਨੇ ਅਰਸ਼ਾਂ ਨੂੰ ਛੂੰਹਦੇ ਸਨ, ਅੱਡੀ ਤੋਂ ਚੋਟੀ ਤੱਕ ਸੁਪਨੇ ਹੀ ਸੁਪਨੇ। ਮੈਂ ਸੋਚਦਾ ਸਾਂ ਸ਼ਾਇਦ ਇੱਥੇ ਆਉਣ ਨਾਲ ਮੇਰੇ ਸੁਪਨੇ ਸਾਕਾਰ ਹੋ ਜਾਣਗੇ। ਮੈਂ ਆਪਣੀ ਰੰਜਨਾ ਨੂੰ ਜਿੱਤ ਸਕਾਂਗਾ। ਆਪਣੇ ਗ੍ਰਹਿਸਥ ਸਾਮਰਾਜ ਦੇ ਅਸੀਂ ਰਾਜਾ ਤੇ ਰਾਣੀ ਬਣ ਕੇ ਸੁੱਖ ਸੁਪਨਿਆਂ ਨੂੰ ਮਾਣਾਂਗੇ। ਪਰ ਇਸ ਤੋਂ ਉਲਟ ਜੋ ਕੁਝ ਹੋਇਆ, ਉਹ ਇਹ ਸੀ ਕਿ ਇਹ ਘਰ ਮੇਰੇ ਸੁਪਨਿਆਂ ਦੀ ਕਬਰ ਬਣ ਗਿਆ।
ਇੱਕ ਇੱਕ ਕਰਕੇ ਸਾਰੇ ਹੀ ਜਿਸ ਵਿੱਚ ਦਫਨ ਹੁੰਦੇ ਚਲੇ ਗਏ। ਬਸ ਕਰਦਾ ਹਾਂ, ਤੂੰ ਸੁੱਤੀ ਸੁੱਤੀ ਪਾਸੇ ਪਰਤ ਰਹੀ ਹੈ, ਮਤੇ ਤੇਰੀ ਜਾਗ ਖੁੱਲ ਜਾਵੇ। ਵੈਸੇ ਹੀ ਮੈਨੂੰ ਹਨੇਰੇ ਹਨੇਰੇ ਇੱਥੋਂ ਨਿਕਲ ਜਾਣਾ ਚਾਹੀਦਾ ਹੈ। ਦਿਲ ਵਿੱਚ ਬੜੀ ਸਖਤ ਕਿਸਮ ਦੀ ਹਲਚਲ ਮਚੀ ਹੋਈ ਹੈ। ਦਿਮਾਗ ਕੁਝ ਨਹੀਂ ਕਰ ਰਿਹਾ। ਕਿਹੜੇ ਪਾਸੇ ਦਾ ਸਫ਼ਰ ਸ਼ੁਰੂ ਕਰਾਂ, ਕੁਝ ਵੀ ਸਮਝ ਵਿੱਚ ਨਹੀਂ ਆ ਰਿਹਾ। ਡਰ ਜਿਹਾ ਮਹਿਸੂਸ ਹੋ ਰਿਹਾ ਹੈ, ਮਤੇ ਹਾਰਟ ਫੇਲ ਹੋ ਜਾਵੇ ਇਸ ਸਦਮੇ ਹੱਥੋਂ। ਸੋ ਪਹਿਲਾਂ ਦਿੱਲੀ ਜਾ ਕੇ 2-4 ਦਿਨ ਸ਼ਿਆਮ ਸੁੰਦਰ ਪਾਸ ਟਿਕਾਂਗਾ। ਉਹ ਇੱਕ ਆਦਮੀ ਹੈ ਜਿਸ ਨਾਲ ਦੁੱਖ ਸੁੱਖ ਦੀ ਗੱਲ ਕਰ ਸਕਦੀ ਹਾਂ। ਉਸ ਤੋਂ ਬਾਅਦ ਸੋਚਾਂਗਾ ਕਿ ਕਿਹੜੇ ਪਾਸੇ ਦਾ ਰੁਖ ਕਰਨਾ ਹੈ। ਅੱਛਾ ਰੰਜਨਾ, ਰੱਬ ਰਾਖਾ। ਜਿਹੜਾ ਹੁਣ ਤੋਂ ਪਹਿਲਾਂ ਤੇਰਾ ਸੀ, ਨੇਂਦਰ। ਚਿੱਠੀ ਦੇ ਛੇਕੜਲੇ ਪੈਰੇ ਨੂੰ ਪੜ੍ਹਨ ਲਈ ਰੰਜਨਾ ਨੇ ਇੱਕ ਤੋਂ ਵੱਧ ਵੇਰਾਂ ਅੱਖਾਂ ਪੂੰਝੀਆਂ ਤੇ ਚਿੱਠੀ ਦੀ ਸਮਾਪਤੀ ਤੋਂ ਬਾਅਦ ਇੱਕ ਅੱਧ ਮਿੰਟ ਉਸ ਅੱਖਾਂ ਬੰਦ ਕੀਤੀ ਰੱਖੀਆਂ। ਮੇਜ਼ ਤੋਂ ਹਟ ਕੇ ਉਹ ਅਲਮਾਰੀ ਵੱਲ ਵਧੀ ਤੇ ਕੱਪੜਿਆਂ ਦੀ ਫੋਲਾ ਫਾਲੀ ਵਿੱਚ ਰੁੱਝ ਗਈ, ਪਰ ਬੜੀ ਕਾਲੀ ਕਾਲੀ। ਇਸੇ ਵੇਲੇ ਉਸਦਾ ਵੱਡੇ ਤੋਂ ਛੋਟਾ ਭਰਾ ਨਰਿੰਦਰ ਕਮਰੇ ਵਿੱਚ ਦਾਖਲ ਹੋਇਆ। ਕੀ ਗੱਲ ਏ ਰੰਜੀ, ਸਵੇਰੇ ਸਵੇਰੇ ਕਿੱਧਰ ਤਿਆਰ ਹੋ ਰਹੀ ਹੈ? ਘਰ ਆਪਣੇ, ਉਵੇਂ ਹੀ ਫੋਲਾ ਫਾਲੀ ਕਰਦਿਆਂ ਉਸ ਜਵਾਬ ਦਿੱਤਾ। ਕੀ ਕਿਹਾ ਈ? ਆਪਣੇ ਘਰ? ਹੋਰ ਕਿਹੜਾ ਘਰ ਏ ਤੇਰਾ ਰੰਜੀ? ਕਿਉਂ, ਮੇਰਾ ਘਰ ਕੋਈ ਨਹੀਂ ਨਰਿੰਦਰ? ਤੇਰੇ ਖਿਆਲ ਵਿੱਚ ਮੈਂ ਨੀਕਰੀ ਹਾਂ? ਤੂੰ ਤੇ ਰੰਜੀ ਲੜਨ ਨੂੰ ਪੈਂਦੀ ਐ ਸਵੇਰੇ ਸਵੇਰੇ। ਮੈਨੂੰ ਪਰੇਸ਼ਾਨ ਨਾ ਕਰ ਨਰਿੰਦਰ, ਦੇਰ ਹੋ ਰਹੀ ਹੈ। ਪਰ ਕਿੱਥੇ ਜਾ ਰਹੀ ਹੈ? ਦੱਸਦੀ ਕਿਉਂ ਨਹੀਂ? ਦੱਸਿਆ ਤੇ ਹੈ, ਆਪਣੇ ਘਰ ਜਾ ਰਹੀ ਹਾਂ। ਫੇਰ ਉਹੀ ਬੇਤੁਕੀਆਂ। ਤੇਰੇ ਖਿਆਲ ਵਿੱਚ ਮੈਂ ਛੁੱਟੜ ਹਾਂ ਨਰਿੰਦਰ? ਕਮਾਲ ਹੈ, ਮਾਲੂਮ ਹੁੰਦਾ ਉਸ ਨੀਮ ਪਾਗਲ ਨੇ ਤੇਰੇ ਦਿਮਾਗ ਵਿੱਚ। ਜਵਾਨ ਸੰਭਾਲ ਕੇ ਗੱਲ ਕਰ ਨਰਿੰਦਰ, ਵੱਡੇ ਛੋਟੇ ਦਾ ਲਿਹਾਜ਼ ਕਰੀਦਾ। ਬੱਲੇ ਬੱਲੇ, ਵੱਡਾ ਆ ਗਿਆ ਜਿਕਣ ਨਵਾਬ ਕਿਤੋਂ ਦਾ ਉਹ। ਮੈਂ ਕਹਿੰਦੀ ਹਾਂ ਸਵੇਰੇ ਸਵੇਰੇ ਆਡਾ ਨਾ ਲਾ ਮੇਰੇ ਨਾਲ, ਨਹੀਂ ਤੇ ਸੁਣੇਗਾ ਮੇਰੇ ਮੂੰਹੋਂ ਕੁਝ। ਤੇ ਕਹਿਕਾ ਮਾਰ ਕੇ ਨਰਿੰਦਰ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਸਮਾਪਤ। ਧੰਨਵਾਦ।